ਜੈ ਮਸੀਹ ਭੈਣੋ ਤੇ ਭਰਾਵੋ, ਗॉड ਬlesਸ ਯੂ। ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਹੁਤ ਬਰਕਤ ਦੇਵੇ। ਆਮੇਨ। ਆਓ ਆਪਾਂ ਪਰਮੇਸ਼ਰ ਦੇ ਵਚਨ ਵਿੱਚ ਚੱਲਾਂਗੇ ਤੇ 1 ਕੋਰਿੰਥੀਅਨ ਚੈਪਟਰ 2 ਵਰਸ 9 to 12 ਪੜਾਂਗੇ ਆਪਾਂ। ਪਹਿਲਾ ਕੋਰਿੰਥੀਅਨ ਦੂਸਰਾ ਚੈਪਟਰ ਉਹਦੇ 9ਵੇਂ ਵਰਸ ਤੋਂ ਲੈ ਕੇ 12ਵੇਂ ਵਰਸ ਦੇ ਵਿੱਚ ਦੇਖਾਂਗੇ ਪਰਮੇਸ਼ਰ ਦਾ ਵਚਨ ਕੀ ਆਖ ਰਿਹਾ ਹੈਗਾ। ਆਓ ਧਿਆਨ ਦੇ ਨਾਲ ਸੁਣੀਏ। ਆਮੇਨ। ਪਹਿਲਾ ਕੋਰਿੰਥੀਅਨ ਚੈਪਟਰ 2 ਵਰਸ 9 ਤੋਂ 12 ਤੱਕ। 1 ਕੋਰਿੰਥੀਅਨ ਚੈਪਟਰ 2 ਵਰਸ 9 to 12। ਪਰ ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਜਿਸ ਨੂੰ ਕਦੀ ਕਿਸੇ ਮਨੁੱਖ ਨੇ ਨਹੀਂ ਦੇਖਿਆ, ਜਿਸ ਨੂੰ ਕਦੀ ਕਿਸੇ ਮਨੁੱਖ ਨੇ ਨਹੀਂ ਸੁਣਿਆ, ਉਹੀ ਪਰਮੇਸ਼ਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਤਿਆਰ ਕੀਤਾ ਹੈ। ਪਰ ਪਰਮੇਸ਼ਰ ਨੇ ਉਹ ਸਭ ਸਾਡੇ ਉੱਤੇ ਆਪਣੇ ਆਤਮਾ ਦੇ ਦੁਆਰਾ ਪ੍ਰਗਟ ਕੀਤਾ ਹੈ। ਆਤਮਾ ਸਭ ਚੀਜ਼ਾਂ ਦੀ ਜਾਂਚ ਕਰਦਾ ਹੈ, ਇੱਥੋਂ ਤੱਕ ਕਿ ਪਰਮੇਸ਼ਰ ਦੇ ਗੁਪਤ ਭੇਤਾਂ ਦੀ ਗਹਿਰਾਈ ਦੀ ਵੀ, ਕਿਉਂਕਿ ਜਿਸ ਤਰ੍ਹਾਂ ਕੋਈ ਵੀ ਆਦਮੀ ਨੂੰ ਪੂਰਨ ਤੌਰ ਤੇ ਨਹੀਂ ਜਾਣਦਾ ਹੈ ਸਿਵਾਏ ਉਸ ਦੇ ਅੰਦਰਲੇ ਆਤਮਾ ਦੇ, ਇਸੇ ਤਰ੍ਹਾਂ ਪਰਮੇਸ਼ਰ ਨੂੰ ਵੀ ਕੋਈ ਨਹੀਂ ਜਾਣਦਾ ਹੈ ਸਿਵਾਏ ਉਸ ਦੇ ਆਪਣੇ ਆਤਮਾ ਦੇ। ਅਸੀਂ ਸੰਸਾਰ ਦਾ ਆਤਮਾ ਨਹੀਂ, ਸਗੋਂ ਪਰਮੇਸ਼ਰ ਕੋਲੋਂ ਆਤਮਾ ਪ੍ਰਾਪਤ ਕੀਤਾ ਹੈ, ਤਾਂ ਜੋ ਅਸੀਂ ਉਸ ਸਭ ਨੂੰ ਜਾਣੀਏ ਜੋ ਪਰਮੇਸ਼ਰ ਨੇ ਸਾਨੂੰ ਆਪਣੀ ਕਿਰਪਾ ਦੁਆਰਾ ਦਿੱਤਾ ਹੈ। ਜੀ ਹਾਂ ਭੈਣੋ ਤੇ ਭਰਾਵੋ, ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਸੱਚੇ ਪਰਮਾਤਮਾ ਨੇ, ਸੱਚੇ ਪਰਮੇਸ਼ਰ ਨੇ ਆਪਣੇ ਵਾਸਤੇ ਐਸੀਆਂ ਚੀਜ਼ਾਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਜਿਹੜੀਆਂ ਅੱਖਾਂ ਨੇ ਦੇਖੀਆਂ ਨਹੀਂ ਗਈਆਂ, ਨਾ ਹੀ ਕੰਨਾਂ ਨੇ ਸੁਣੀਆਂ ਨੇ। ਐਸੀਆਂ ਚੀਜ਼ਾਂ ਪਰਮੇਸ਼ਰ ਨੇ ਤਿਆਰ ਕਰਕੇ ਰੱਖੀਆਂ ਨੇ ਜਿਹੜੀਆਂ ਇਨਸਾਨ ਦੀਆਂ ਸੋਚਾਂ ਦੇ ਵਿੱਚ, ਇਨਸਾਨ ਦੇ ਮਨ ਵਿੱਚ ਵੀ ਨਹੀਂ ਪਹੁੰਚੀਆਂ। ਤੇ ਜਦੋਂ ਪਰਮੇਸ਼ਰ ਦਾ ਵਚਨ ਦੱਸਦਾ ਪਿਆ ਹੈਗਾ ਆ ਕਿ ਪਰਮੇਸ਼ਰ ਨੇ, ਰੱਬ ਨੇ ਐਸੀਆਂ ਚੀਜ਼ਾਂ, ਐਸੀਆਂ ਗੱਲਾਂ, ਐਸੀਆਂ ਬਰਕਤਾਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ, ਪ੍ਰਭੂ ਦੇ ਭੈਣੋ, ਉਹ ਪਰਮੇਸ਼ਰ ਗੱਲ ਕਰ ਰਿਹਾ ਹੈਗਾ ਆ ਆਪਣੇ ਬੱਚਿਆਂ ਦੇ ਵਾਸਤੇ, ਆਪਣੇ ਪੁੱਤਰਾਂ ਤੇ ਧੀਆਂ ਦੇ ਵਾਸਤੇ, ਉਹਨਾਂ ਦੇ ਵਾਸਤੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਨੇ ਵੱਡਾ ਕੰਮ ਕੀਤਾ ਆ, ਕਿ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ, ਤੇ ਵਿਸ਼ਵਾਸ ਕਰਕੇ ਉਹਨਾਂ ਨੇ ਪਾਪ ਧੋਤੇ ਗਏ ਨੇ ਤੇ ਉਹਨਾਂ ਦੀ ਰੂਹ ਨਏ ਸਿਰੇ ਤੋਂ ਜਨਮ ਲੈ ਚੁੱਕੀ ਆ। ਜਾਣੀ ਕਿ ਜਿਨ੍ਹਾਂ ਨੇ ਰੂਹਾਨੀ ਜਨਮ ਲੈ ਲਿਆ ਆ, ਉਹਨਾਂ ਦੀ ਗੱਲ ਹੋ ਰਹੀ ਹੈ ਇੱਥੇ। ਜਿਨ੍ਹਾਂ ਨੇ ਰੂਹ ਦੇ ਵਿੱਚ ਜਨਮ ਲਿਆ ਆ, ਜਿਹੜੇ ਰੂਹ ਦੇ ਵਿੱਚ ਜਨਮ ਲੈ ਚੁੱਕੇ ਨੇ, ਜਿਨ੍ਹਾਂ ਦੀਆਂ ਰੂਹਾਨੀ ਅੱਖਾਂ ਖੁੱਲ ਗਈਆਂ ਨੇ, ਜਿਨ੍ਹਾਂ ਦੇ ਰੂਹਾਨੀ ਕੰਨ ਖੁੱਲ ਗਏ ਨੇ, ਜਿਨ੍ਹਾਂ ਨੇ ਰੂਹਾਨੀ ਦਿਲ ਪ੍ਰਾਪਤ ਕਰ ਲਿਆ ਹੈਗਾ ਆ ਪਵਿੱਤਰ ਆਤਮਾ ਥਾਈਂ ਦੀ। ਸੋ ਪ੍ਰਭੂ ਦੇ ਬਣੋ, ਜਦੋਂ ਪਰਮੇਸ਼ਰ ਗੱਲ ਕਰਦਾ ਆ ਕਿ ਪਰਮੇਸ਼ਰ ਨੇ ਐਸੀਆਂ ਬਰਕਤਾਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਜਿਹੜੀਆਂ ਅੱਖਾਂ ਨੇ ਨਾ ਦੇਖੀਆਂ ਹੋਣ, ਜਿਹੜੀਆਂ ਕੰਨਾਂ ਨੇ ਨਾ ਸੁਣੀਆਂ ਹੋਣ, ਤੇ ਓਬਵੀਅਸਲੀ ਜਾਣੀ ਕਿ ਇੱਥੇ ਗੱਲ ਹੋ ਰਹੀ ਆ ਰੂਹਾਨੀ ਗੱਲਾਂ ਦੀ ਤੇ ਰੂਹਾਨੀ ਬਰਕਤਾਂ ਦੀ। ਪਰਮੇਸ਼ਰ ਦਾ ਵਚਨ ਕਹਿ ਰਿਹਾ ਆ ਪਰਮੇਸ਼ਰ ਨੇ ਰੂਹਾਨੀ ਬਰਕਤਾਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਆਪਣੇ ਵਾਸਤੇ, ਕਿਉਂਕਿ ਆਪਣਾ ਰੂਹ ਦਾ ਜਨਮ ਹੋ ਗਿਆ ਹੈ। ਹੁਣ ਜਿਨ੍ਹਾਂ ਦਾ ਰੂਹ ਦਾ ਜਨਮ ਹੋ ਗਿਆ ਆ, ਉਹੀ ਰੂਹ ਦੇ ਵਿੱਚ ਜਾ ਕੇ ਉਹ ਰੂਹਾਨੀ ਚੀਜ਼ਾਂ ਨੂੰ ਦੇਖ ਸਕਦੇ ਨੇ, ਉਹ ਰੂਹਾਨੀ ਗੱਲਾਂ ਨੂੰ ਸੁਣ ਸਕਦੇ ਨੇ। ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਦਿਲ ਵਿੱਚ ਉਹ ਰੱਬ ਦੀਆਂ ਰੂਹਾਨੀ ਬਰਕਤਾਂ ਉਤਰਨਗੀਆਂ। ਸੋ ਜਾਣੀ ਕਿ ਆਪਾਂ ਸਾਰੇ ਤਾਂ ਸਰੀਰਿਕ ਆ, ਪਰਮੇਸ਼ਰ ਰੂਹ ਆ, ਤੇ ਪਰਮੇਸ਼ਰ ਗੱਲ ਕਰ ਰਿਹਾ ਹੈਗਾ ਆ ਕਿ ਰੂਹਾਨੀ ਨੇਚਰ ਦੇ ਵਿੱਚ, ਜਾਣੀ ਕਿ ਸਪਿਰਿਚੁਅਲ ਨੇਚਰ ਦੇ ਵਿੱਚ ਪਰਮੇਸ਼ਰ ਨੇ ਐਸੀਆਂ ਬਰਕਤਾਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਆਪਣੀਆਂ ਜ਼ਿੰਦਗੀ ਦੇ ਵਾਸਤੇ, ਆਪਣੀ ਰੂਹ ਦੇ ਵਾਸਤੇ, ਰੂਹਾਨੀ ਤੌਰ ਤੇ। ਸੋ ਜ਼ਰੂਰੀ ਆ, ਜੇ ਤੁਸੀਂ ਸਰੀਰਿਕ ਹੋ, ਜ਼ਰੂਰੀ ਆ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਕੇ ਰੂਹ ਦਾ ਜਨਮ ਲੈ ਲਓ, ਤਾਂ ਕਿ ਤੁਸੀਂ ਵੀ ਉਹ ਸਾਰੀ ਰੂਹਾਨੀਆਂ ਬਰਕਤਾਂ ਜਿਹੜੀਆਂ ਰੱਬ ਨੇ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਤੁਹਾਡੀ ਜ਼ਿੰਦਗੀ ਦੇ ਵਾਸਤੇ ਪ੍ਰਾਪਤ ਕਰ ਸਕੋ। ਆਮੇਨ। ਸੋ ਇੱਕ ਨੇਚਰ ਹੈਗੀ ਆ ਇਹ ਜਿਹੜੀ ਹਿਊਮਨ ਨੇਚਰ ਆ, ਇੱਕ ਨੇਚਰ ਹੈਗੀ ਆ ਜਿਹੜੀ ਸਪਿਰਿਚੁਅਲ ਨੇਚਰ ਆ, ਰੂਹਾਨੀ ਨੇਚਰ। ਇੱਥੇ ਦੋ ਨੇਚਰਾਂ ਦੀ ਗੱਲ ਹੋ ਰਹੀ ਆ ਪ੍ਰਭੂ ਤੇ ਭੈਣੋ। ਪਰਮੇਸ਼ਰ ਦਾ ਵਚਨ ਕਹਿੰਦਾ ਆ ਪਰਮੇਸ਼ਰ ਨੇ ਰੂਹ ਦੇ ਵਿੱਚ ਐਸੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ, ਤੇ ਉਹ ਰੂਹ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਉਹ ਪਰਮੇਸ਼ਰ ਦਾ ਰੂਹ, ਰੱਬ ਦੀ ਰੂਹ ਜਿਹੜੀ ਹੈਗੀ ਆ, ਉਹ ਰੱਬ ਦੇ ਗਹਿਰੇ ਗਹਿਰੇ ਖਜ਼ਾਨਿਆਂ 'ਚ ਜਾ ਕੇ, ਰੱਬ ਦੇ ਭੰਡਾਰ ਦੇ ਵਿੱਚ ਜਾ ਕੇ ਉਹ ਸਾਰੀਆਂ ਬਰਕਤਾਂ ਲਿਆ ਕੇ ਆਪਣੀ ਰੂਹ ਦੇ ਵਿੱਚ ਉਡੇਲ ਦਿੰਦੀ ਆ, ਤੇ ਆਪਣੀ ਰੂਹ ਦੇ ਵਿੱਚ ਉਤਰ ਕੇ ਉਹ ਬਰਕਤਾਂ ਆਪਣੀ ਐਸ ਹਿਊਮਨ ਨੇਚਰ ਦੇ ਵਿੱਚ ਮੈਨੀਫੈਸਟ ਹੋ ਜਾਂਦੀਆਂ ਨੇ। ਆਮੇਨ। ਸੋ
ਬਹੁਤ ਹੀ ਵੱਡੀ ਬਰਕਤ ਵਾਲੀ ਗੱਲ ਹੈਗੀ ਹੈ ਪ੍ਰਭੂ ਦੇ ਵੱਲੋਂ। ਇਹਨਾਂ ਦਿਨਾਂ ਵਿੱਚ ਮੈਂ ਤਿਆਰੀ ਕਰ ਰਿਹਾ ਹੈਗਾ ਆ ਯਾਤਰਾ ਦੀ, ਤੇ ਲਗੇਜਸ ਵਗੈਰਾ ਤਿਆਰ ਕਰ ਰਿਹਾ ਹੈਗਾ, ਸਮਾਨ ਤਿਆਰ ਕਰ ਰਿਹਾ ਹੈਗਾ ਆ, ਕਿਉਂਕਿ ਜਦੋਂ ਯਾਤਰਾ ਨੇੜੇ ਆ ਜਾਂਦੀ ਆ ਉਦੋਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਤਿਆਰੀ ਤੋਂ ਬਿਨਾ ਤੁਸੀਂ ਯਾਤਰਾ ਨਹੀਂ ਕਰ ਸਕਦੇ। ਤਿਆਰੀ ਤੋਂ ਬਿਨਾ ਤੁਸੀਂ ਇੱਕ ਨੇਚਰ ਚੋਂ ਦੂਸਰੇ ਨੇਚਰ 'ਚ ਪੈਰ ਨਹੀਂ ਰੱਖ ਸਕਦੇ। ਤਿਆਰੀ ਤੋਂ ਬਿਨਾ ਤੁਸੀਂ ਇਸ ਧਰਤੀ ਤੋਂ ਛੱਡ ਕੇ ਸਵਰਗ ਦੀਆਂ ਤਿਆਰੀਆਂ ਨਹੀਂ ਕਰ ਸਕਦੇ। ਆਮੀਨ। ਜੇ ਪ੍ਰਭੂ ਦਾ ਵਚਨ ਕਹਿੰਦਾ ਆ, ਜਿਹਨੇ ਸਵਰਗ ਦੀਆਂ ਤਿਆਰੀ ਕਰਨੀਆਂ ਨੇ, ਜ਼ਰੂਰੀ ਆ ਕਿ ਉਹ ਸਭ ਤੋਂ ਪਹਿਲਾਂ ਆਪਣਾ ਦਿਲ ਖੋਲ ਕੇ ਪਰਮਾਤਮਾ ਤੋਂ ਮਾਫੀ ਮੰਗ ਕੇ, ਆਪਣੇ ਪਾਪ ਧੋ ਕੇ, ਪ੍ਰਭੂ ਯਿਸੂ ਮਸੀਹ 'ਚ ਵਿਸ਼ਵਾਸ ਕਰਕੇ ਰੂਹ ਦੇ ਵਿੱਚ ਜਨਮ ਲੈ ਸਕੇ, ਤਾਂ ਕਿ ਉਹ ਸਵਰਗ ਦੇ ਵਾਸਤੇ ਤਿਆਰ ਹੋ ਜਾਵੇ। ਆਮੀਨ। ਪ੍ਰਭੂ ਦਾ ਵਚਨ ਕਹਿੰਦਾ ਆ ਸਾਰੀ ਲੋਕਾਂ ਨੂੰ, ਸਾਰੀ ਦੁਨੀਆ ਨੂੰ ਕਿ ਮੇਰੇ ਵੱਲ ਆਵੋ। ਪ੍ਰਭੂ ਨੇ ਆਖਿਆ ਭਾਰ ਥੱਲੇ ਦੱਬੇ ਥੱਕੇ ਟੁੱਟੇ ਲੋਕੋ ਮੇਰੇ ਵੱਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਪ੍ਰਭੂ ਨੇ ਆਖਿਆ ਜੇ ਇਨਸਾਨ ਤੌਬਾ ਕਰੇ ਤੇ ਮਾਫੀ ਮੰਗੇ ਤੇ ਉਹਦੇ ਪਾਪ ਧੋਤੇ ਜਾਣਗੇ, ਤੇ ਉਹ ਜਦੋਂ ਇਹ ਦੁਨੀਆ ਦੇ ਵਿੱਚ ਛੱਡ ਕੇ ਜਾਵੇਗਾ, ਇਹ ਦੁਨੀਆ ਦੇ ਵਿੱਚ ਉਹਦੀਆਂ ਅੱਖਾਂ ਬੰਦ ਹੋਣਗੀਆਂ, ਉਹਦੀਆਂ ਅੱਖਾਂ ਸਵਰਗ ਦੇ ਵਿੱਚ ਖੁੱਲਣਗੀਆਂ, ਰੱਬ ਕੋਲੇ ਖੁੱਲਣਗੀਆਂ। ਸੋ ਜਾਣੀ ਕਿ ਜਾਣ ਤੋਂ ਪਹਿਲਾਂ ਤਿਆਰੀ ਕਰਨੀ ਪਏਗੀ। ਐ ਨਹੀਂ ਗਾ ਵੀ ਬੰਦਾ ਚਲਾ ਗਿਆ ਹੁਣ ਉਹਦੇ ਘਰ ਵਾਲੇ ਤਿਆਰੀ ਕਰਨ ਵੀ ਚਲੋ ਬੰਦਾ ਚਲਾ ਗਿਆ ਵੀ ਹੁਣ ਕੁਛ ਕਰੀਏ, ਦਾਨ ਪੁੰਨ ਕਰੀਏ ਤਾਂ ਕਿ ਉਹ ਸਵਰਗ ਦੇ ਵਿੱਚ ਚੰਗੀ ਤਰ੍ਹਾਂ ਰਹਿ ਸਕੇ। ਪਤਾ ਨਹੀਂ ਵੀ ਸਵਰਗ ਵਿੱਚ ਗਿਆ ਜਾਂ ਨਹੀਂ ਗਿਆ। ਜੇ ਸਵਰਗ ਦੀਆਂ ਤਿਆਰੀਆਂ ਪਹਿਲਾਂ ਨਹੀਂ ਕੀਤੀਆਂ ਧਰਤੀ ਤੇ ਪ੍ਰਭੂ ਤੇ ਪਰੋਂ ਸਵਰਗ 'ਚ ਜਾਇਆ ਨਹੀਂ ਜਾ ਸਕਦਾ। ਉਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਜਹਾਜ਼ ਫਿਰਨਾ ਹੁੰਦਾ ਆ, ਜਦੋਂ ਤੁਸੀਂ ਯਾਤਰਾ ਕਰਨੀ ਹੁੰਦੀ ਆ, ਸਭ ਤੋਂ ਪਹਿਲਾਂ ਤੁਸੀਂ ਤਿਆਰੀਆਂ ਕਰਦੇ ਹੈਗੇ ਹੋ। ਆਮੀਨ। ਤਿਆਰੀਆਂ ਕਰਨੀਆਂ ਜ਼ਰੂਰੀ ਨੇ। ਜੇ ਰੂਹ ਦੇ ਵਿੱਚ ਜਾਣਾ ਆ, ਜੇ ਰੂਹ ਦੀਆਂ ਬਰਕਤਾਂ ਪ੍ਰਾਪਤ ਕਰਨੀਆਂ ਨੇ, ਤਾਂ ਰੂਹ ਦੀਆਂ ਤਿਆਰੀਆਂ ਕਰਨੀਆਂ ਜ਼ਰੂਰੀ ਨੇ। ਰੂਹ ਦੇ ਵਿੱਚ ਪੈਰ ਰੱਖਣ ਦੀਆਂ ਤਿਆਰੀਆਂ ਕਰਨੀਆਂ ਜ਼ਰੂਰੀ ਆ। ਪ੍ਰਭੂ ਦਾ ਵਚਨ ਕਹਿੰਦਾ ਜੇ ਤੁਸੀਂ ਗਲਾਤੀਆਂ ਚੈਪਟਰ 5 ਵਰਸ 25 'ਚ ਲਿਖਿਆ, ਜੇ ਤੁਸੀਂ ਰੂਹ ਦੇ ਵਿੱਚ ਜਨਮ ਲਿਆ ਤੇ ਆਓ ਹੁਣ ਰੂਹ ਦੇ ਵਿੱਚ ਚੱਲਣਾ ਵੀ ਸਿੱਖੀਏ। ਆਮੀਨ। ਸੋ ਪ੍ਰਭੂ ਦੇ ਵੱਲੋਂ ਜੇ ਰੂਹ ਦੇ ਵਿੱਚ ਜਨਮ ਲੈ ਲਿਆ ਆ, ਰੂਹ ਦੇ ਵਿੱਚ ਤੁਸੀਂ ਚੱਲ ਸਕਦੇ ਹੋ, ਰੂਹ ਦੇ ਵਿੱਚ ਤੁਸੀਂ ਅੱਗੇ ਵੱਧ ਸਕਦੇ ਹੋ, ਰੂਹ ਦੇ ਵਿੱਚ ਤੁਸੀਂ ਉੜ ਸਕਦੇ ਹੋ। ਸੋ ਜਿਹੜੇ ਸਰੀਰਿਕ ਹੈਗੇ ਨੇ ਉਹ ਰੂਹ ਦਾ ਜਨਮ ਲੈ ਲੈਣ ਯਿਸੂ ਵਿਸ਼ਵਾਸ ਕਰਕੇ, ਤਾਂ ਕਿ ਉਹ ਰੂਹ ਦੀਆਂ ਬਰਕਤਾਂ ਲੈ ਸਕਣ, ਸਪਿਰਿਚੁਅਲ ਨੇਚਰ ਦੀਆਂ ਬਰਕਤਾਂ ਵਿੱਚ ਹੱਥ ਪਾ ਸਕਣ, ਪਰਮੇਸ਼ਰ ਦਾ ਆਸ਼ੀਰਵਾਦ ਉਹਨਾਂ ਦੇ ਉੱਤੇ ਉਤਰ ਸਕੇ। ਆਮੀਨ। ਹੁਣ ਅੱਜ ਤੋਂ ਕਿੰਨੇ ਸਾਲ ਪਹਿਲਾਂ ਜੇ ਕੋਈ ਕਿਸੇ ਨੂੰ ਕਹਿੰਦਾ ਵੀ ਏਡੇ ਵੱਡੇ ਜਹਾਜ਼ ਬਣਨਗੇ ਲੋਹੇ ਦੇ ਤੇ ਉਹ ਸਮਾਨਾਂ 'ਚ ਉੜਿਆ ਕਰਨਗੇ, ਕੋਈ ਵਿਸ਼ਵਾਸ ਕਰਦਾ? ਕੋਈ ਵਿਸ਼ਵਾਸ ਨਹੀਂ ਕਰਦਾ। ਬੜਾ ਲੰਮਾ ਨਹੀਂ, ਤੁਸੀਂ 70-80 ਸਾਲ ਲਾ ਲਓ, ਪਹਿਲਾਂ 100 ਸਾਲ ਪਹਿਲਾਂ ਚਲੇ ਜਾਓ, ਪਤਾ ਹੀ ਨਹੀਂ ਸੀਗਾ ਕਿਸੇ ਨੂੰ ਵੀ ਇਦਾਂ ਦੀ ਕੋਈ ਚੀਜ਼ ਹੋ ਸਕਦੀ ਹੈ। ਲੇਕਿਨ ਸਾਇੰਸਦਾਨਾਂ ਨੇ ਕੀ ਕੀਤਾ? ਸਾਇੰਸਦਾਨਾਂ ਨੇ ਹਵਾ ਦੀ ਨੇਚਰ ਨੂੰ ਪੜ੍ਹਿਆ, ਉਹਨੂੰ ਸਟੱਡੀ ਕੀਤਾ, ਉਹਨੂੰ ਅੰਡਰਸਟੈਂਡ ਕੀਤਾ, ਨੌਲੇਜ ਪ੍ਰਾਪਤ ਕੀਤੀ ਹਵਾ ਦੀ ਨੇਚਰ ਦੀ। ਆਮੀਨ। ਉਹਦੇ ਲਾਜ਼, ਉਹਦੇ ਪ੍ਰਿੰਸੀਪਲਸ, ਉਹਦੇ ਕਾਨੂੰਨ ਸਿੱਖਣ ਤੋਂ ਬਾਅਦ ਉਹਨਾਂ ਨੇ ਇੱਕ ਐਸੀ ਮਸ਼ੀਨਰੀ ਤਿਆਰ ਕੀਤੀ, ਐਸਾ ਜਹਾਜ਼ ਤਿਆਰ ਕੀਤਾ ਜਿਹੜਾ ਹਵਾ ਦੇ ਵਿੱਚ ਉੜ ਸਕਦਾ ਆ, ਲੋਹੇ ਦਾ। ਉਸੇ ਤਰੀਕੇ ਦੇ ਨਾਲ ਐਡੇ ਵੱਡੇ ਪਾਣੀ ਦੇ ਜਹਾਜ਼ ਤਿਆਰ ਕੀਤੇ ਜਿਹੜੇ ਪਾਣੀ ਦੇ ਵਿੱਚ ਤੈਰ ਸਕਦੇ ਨੇ। ਪਾਣੀ ਦੇ ਵਿੱਚ ਹਰ ਚੀਜ਼ ਡੁੱਬ ਜਾਂਦੀ ਆ, ਲੇਕਿਨ ਉਹਨਾਂ ਨੇ ਪਾਣੀ ਦੇ ਪ੍ਰਿੰਸੀਪਲਸ ਨੂੰ ਪੜ੍ਹ ਕੇ, ਪਾਣੀ ਦੀਆਂ ਕਾਨੂੰਨ ਪਾਣੀ ਦੇ ਪੜ੍ਹ ਕੇ ਏਡੇ ਵੱਡੇ ਜਹਾਜ਼ ਤਿਆਰ ਕੀਤੇ ਵੀ ਪਾਣੀ 'ਚ ਡੁੱਬਣ ਨਾ। ਬਿਲਕੁਲ ਉਸੇ ਤਰੀਕੇ ਦੇ ਨਾਲ ਜੇ ਆਪਾਂ ਰੂਹਾਨੀ ਕਾਨੂੰਨ ਪੜ੍ਹਦੇ ਹਾਂ, ਜੇ ਆਪਾਂ ਸਪਿਰਿਚੁਅਲ ਪ੍ਰਿੰਸੀਪਲਸ ਜਾਣਦੇ ਹਾਂ, ਜੇ ਪਰਮੇਸ਼ਰ ਦਾ ਵਚਨ ਉਹਦੀ ਗਹਿਰਾਈ 'ਚ ਜਾਣਦੇ ਹਾਂ, ਨੌਲੇਜ ਪ੍ਰਾਪਤ ਕਰਦੇ ਹਾਂ, ਤਾਂ ਪ੍ਰਭੂ ਦੇ ਬਣੋ ਆਪਾਂ ਵੀ ਉਸ ਰੂਹਾਨੀ ਬਰਕਤਾਂ ਤੱਕ ਪਹੁੰਚ ਸਕਾਂਗੇ ਤੇ ਉਹਨੂੰ ਅਪਣਾ ਸਕਾਂਗੇ ਤੇ ਉਹਦੇ ਤੇ ਹੱਥ ਪਾ ਸਕਾਂਗੇ। ਆਮੀਨ। ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਜੇ ਰੂਹਾਨੀ ਤੌਰ ਤੇ ਤੁਸੀਂ ਰੱਬ ਦੇ ਕਾਨੂੰਨਾਂ ਨੂੰ ਜਾਣੋ ਕਿ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ 'ਚ ਵਿਸ਼ਵਾਸ ਕਰਕੇ ਤੁਹਾਡੇ ਪਾਪ ਧੋਤੇ ਜਾ ਸਕਦੇ ਨੇ, ਤੁਹਾਡੀ ਜ਼ਿੰਦਗੀ 'ਚ ਜਿਹੜੇ ਕੌਨਸੀਕੁਐਂਸਿਸ ਪਾਪ ਦੇ ਕਰਕੇ ਆਣੇ ਸੀ ਉਹ ਖਤਮ ਹੋ ਸਕਦੇ ਨੇ, ਉਹ ਮਿਟ ਸਕਦੇ ਨੇ। ਤੁਹਾਡੀ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਖਤਮ ਹੋ ਸਕਦੀਆਂ ਨੇ, ਤੁਹਾਡੀ ਜ਼ਿੰਦਗੀ ਦੇ ਵਿੱਚ ਬਦਰੂਆਂ ਦਾ ਚੱਕਰ ਖਤਮ ਹੋ ਸਕਦਾ ਆ,
ਤੁਹਾਡੀ ਜ਼ਿੰਦਗੀ ਦੇ ਵਿੱਚ ਕੰਡਮਨੇਸ਼ਨ, ਕਰਸਿਸ ਨੇ ਜਿਹੜੇ, ਬੈਡ ਲੱਕ ਆ ਜਿਹੜੇ, ਬੈਡ ਸੀਗੀ ਜਿਹੜੀ, ਉਹ ਖਤਮ ਹੋ ਸਕਦੀ ਹੈਗੀ ਆ। ਪੁਰਾਣੀ ਜਨਰੇਸ਼ਨ ਤੋਂ ਤੁਰੇ ਆ ਰਹੇ ਕਰਸਿਸ, ਪੁਰਾਣੇ ਜਨਰੇਸ਼ਨ ਤੋਂ ਤੁਰੇ ਆ ਰਹੇ ਸ਼ਰਾਫ ਕੈਂਸਲ ਹੋ ਸਕਦੇ ਨੇ ਤੁਹਾਡੀ ਜ਼ਿੰਦਗੀ 'ਚ, ਉਸ ਰੂਹਾਨੀ ਪ੍ਰਿੰਸੀਪਲ ਨੂੰ ਜਾਣ ਕੇ, ਉਸ ਰੂਹਾਨੀ ਕਾਨੂੰਨ ਨੂੰ ਜਾਣ ਕੇ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਨੇ ਪ੍ਰਗਟ ਕੀਤਾ ਆ। ਜਿਹਨੂੰ ਪਤਾ ਲੱਗ ਜਾਵੇਗਾ ਪਰਮੇਸ਼ਰ ਦੇ ਵਚਨ ਚੋਂ ਕਿ ਉਹਦੇ ਪਾਪ ਮਿਟ ਸਕਦੇ ਨੇ, ਉਹਦੀਆਂ ਬਿਮਾਰੀਆਂ ਧੋਤੀਆਂ ਜਾ ਸਕਦੀਆਂ ਨੇ, ਉਹੀ ਆਪਣਾ ਦਿਲ ਖੋਲ ਕੇ ਉਹਨਾਂ ਕਾਨੂੰਨਾਂ 'ਚ ਵਿਸ਼ਵਾਸ ਕਰੇਗਾ। ਪ੍ਰਭੂ ਦਾ ਵਚਨ ਕਹਿੰਦਾ ਜਿਹੜਾ ਵਿਸ਼ਵਾਸ ਕਰੇ ਉਹਦੇ ਪੁੱਤਰ ਦੇ ਵਿੱਚ, ਜਿਹੜਾ ਵਿਸ਼ਵਾਸ ਕਰੇ ਤੇ ਬਪਤਿਸਮਾ ਲਵੇ, ਉਹ ਬਚਾਇਆ ਜਾਵੇਗਾ। ਜਿਹੜਾ ਵਿਸ਼ਵਾਸ ਕਰੇ ਉਹਦੇ ਪਾਪ ਧੋਤੇ ਜਾ ਸਕਦੇ ਨੇ, ਜਿਹੜਾ ਵਿਸ਼ਵਾਸ ਕਰੇ ਉਹਦੀਆਂ ਬਿਮਾਰੀਆਂ ਦੂਰ ਹੋ ਸਕਦੀਆਂ ਨੇ। ਪੁਰਾਣੇ ਨਿਯਮ ਦੇ ਵਿੱਚ ਲਿਖਿਆ ਆ ਕਿ ਪਰਮੇਸ਼ਰ ਦੇ ਲੋਕ ਜਿਹੜੇ ਨੇ ਡਿਸਟਰੋਏ ਕੀਤੇ ਗਏ ਕਿਉਂਕਿ ਉਹਨਾਂ ਨੂੰ ਨੌਲੇਜ ਦਾ ਘਾਟਾ ਪੈ ਗਿਆ। ਉਹ ਜਾਣਦੇ ਨਹੀਂ ਸੀ ਰੱਬ ਦੀ ਨੌਲੇਜ ਨੂੰ। ਜਿਹਨੇ ਜਾਣਿਆ ਹੀ ਨਹੀਂਗਾ ਵੀ ਪਾਪ ਮਿਟ ਸਕਦੇ ਨੇ, ਜਿਹਨੇ ਜਾਣਿਆ ਹੀ ਨਹੀਂ ਕਿ ਬਦਰੂਆਂ ਤੋਂ ਛੁਟਕਾਰਾ ਮਿਲ ਸਕਦਾ ਆ, ਜਿਹਨੇ ਜਾਣਿਆ ਨਹੀਂ ਕਿ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ, ਉਹਨੇ ਇਹ ਬਰਕਤਾਂ ਪ੍ਰਾਪਤ ਨਹੀਂ ਕਰਨੀਆਂ। ਜੇ ਜਾਣਦੇ ਨਾ ਸਾਇੰਸਦਾਨ ਬਈ ਹਵਾ ਦੇ ਕਾਨੂੰਨਾਂ ਨੂੰ, ਜੇ ਪਾਣੀ ਦੇ ਕਾਨੂੰਨਾਂ ਨੂੰ ਜਾਣਦੇ ਨਾ, ਤੇ ਹਵਾ ਦੇ ਕਾਨੂੰਨਾਂ ਦੀ ਜਿਹੜੀ ਬਰਕਤ ਆ ਉਹ ਪ੍ਰਾਪਤ ਨਹੀਂ ਕਰ ਸਕਦੇ। ਲੇਕਿਨ ਉਹਨਾਂ ਨੇ ਉਹਨਾਂ ਕਾਨੂੰਨਾਂ ਨੂੰ ਪੜ੍ਹਿਆ, ਉਹਨਾਂ ਕਾਨੂੰਨਾਂ ਨੂੰ ਸਟੱਡੀ ਕੀਤਾ, ਉਹਨਾਂ ਪ੍ਰਿੰਸੀਪਲਸ ਨੂੰ ਸਟੱਡੀ ਕੀਤਾ, ਤੇ ਫਿਰ ਉਹਨਾਂ ਨੇ ਹਵਾ ਦੇ ਉੱਤੇ ਹਕੂਮਤ ਪ੍ਰਾਪਤ ਕਰ ਲਈ। ਹੁਣ ਹਵਾ ਦੇ ਵਿੱਚ ਉੜ ਸਕਦੇ ਨੇ, ਹੁਣ ਹਵਾ ਦੇ ਵਿੱਚ ਇੱਥੋਂ ਉੱਥੇ ਤੱਕ ਜਾ ਸਕਦੇ। ਦੇਖੋ ਜਹਾਜ਼ ਦੇ ਵਿੱਚ ਕਿੰਨੀ ਵੱਡੀ ਬਰਕਤ ਆ। ਤੁਸੀਂ ਤੁਰ ਕੇ ਜਾਣਾ ਹੋਵੇ ਤਾਂ ਤੁਹਾਨੂੰ ਸਾਲ ਲੱਗ ਜਾਣਗੇ, ਜੇ ਤੁਸੀਂ ਸਾਈਕਲ 'ਚ ਜਾਣਾ ਹੋਵੇ ਤਾਂ ਤੁਹਾਨੂੰ ਥੋੜੇ ਘੱਟ ਸਾਲ ਲੱਗਣਗੇ, ਸ਼ਾਇਦ ਮਹੀਨਿਆਂ 'ਚ ਪਹੁੰਚ ਸਕਦੇ ਹੋ। ਲੇਕਿਨ ਜੇ ਤੁਸੀਂ ਗੱਡੀਆਂ 'ਚ ਜਾਣਾ ਹੋਵੇ ਤਾਂ ਸ਼ਾਇਦ ਤੁਸੀਂ ਕੁਝ ਹਫ਼ਤਿਆਂ 'ਚ ਪਹੁੰਚ ਸਕਦੇ ਹੋ ਕਿਸੇ ਪਾਸੇ। ਲੇਕਿਨ ਜੇ ਤੁਸੀਂ ਕਹਿ ਲਓ ਕਿ ਬੱਸ ਜਾਂ ਟਰੱਕ 'ਚ ਜਾਣਾ ਹੋਵੇ ਫਿਰ ਵੀ ਤੁਹਾਨੂੰ ਕੁਝ ਹਫ਼ਤੇ ਲੱਗਣਗੇ। ਲੇਕਿਨ ਜੇ ਤੁਸੀਂ ਜਹਾਜ਼ ਵਿੱਚ ਜਾਣਾ ਹੋਵੇ, ਤੁਸੀਂ ਜਹਾਜ਼ ਵਿੱਚ ਚੜੋ, ਤੁਸੀਂ ਅਗਲੇ ਦਿਨ ਪਹੁੰਚ ਸਕਦੇ ਹੋ। ਇਹਨਾਂ ਜਿਹੜਾ ਜਹਾਜ਼ ਆ ਉਹ ਐਸੀ ਬਰਕਤ ਤੁਹਾਨੂੰ ਲੈ ਕੇ ਦਿੰਦਾ ਆ ਕਿ ਉਹ ਟਾਈਮ ਜਿਹੜਾ ਆ ਉਹ ਥੋੜੇ ਹੋ ਜਾਂਦੇ ਨੇ, ਛੋਟਾ ਹੋ ਜਾਂਦਾ ਆ। ਅੱਜ ਤੁਸੀਂ ਸਵੇਰੇ ਚੜ੍ਹਦੇ ਹੋ, ਤੁਸੀਂ ਸ਼ਾਮ ਨੂੰ ਪਹੁੰਚ ਜਾਂਦੇ ਹੋ। ਅੱਜ ਰਾਤ ਨੂੰ ਤੁਸੀਂ ਉੜਨਾ ਆ ਤੇ ਤੁਸੀਂ ਕੱਲ ਸ਼ਾਮ ਤੱਕ ਪਹੁੰਚ ਜਾਓਗੇ। ਆਮੇਨ। ਇੰਨੇ ਦੂਰ ਡਿਸਟੈਂਸ ਦੇ ਵਿੱਚ ਇਹ ਕਿੰਨੀ ਬੜੀ ਬਰਕਤ ਆ। ਹੁਣ ਉਸੇ ਤਰੀਕੇ ਦੇ ਨਾਲ ਪਰਮੇਸ਼ਰ ਨੇ ਰੂਹਾਨੀ ਤੌਰ ਤੇ ਸਾਨੂੰ ਐਸੀਆਂ ਬਰਕਤਾਂ ਦਿੱਤੇ ਨੇ, ਜਿੱਦਾਂ ਸਾਇੰਸਦਾਨਾਂ ਨੇ ਜਹਾਜ਼ ਦਿੱਤੇ, ਸਮੁੰਦਰ ਦੇ ਵਿੱਚੋਂ ਵੀ ਉਹਨਾਂ ਨੇ ਪਾਣੀ ਦੇ ਜਹਾਜ਼ ਦਿੱਤੇ, ਫਾਸਲਾ ਘੱਟ ਕਰਨ ਵਾਸਤੇ ਸਾਇੰਸਦਾਨਾਂ ਨੇ ਸਾਨੂੰ ਫੋਨ ਦਿੱਤੇ। ਤੇ ਤੁਸੀਂ ਮੈਂ ਤੋਂ 1 ਮੀਟਰ ਦੂਰ ਆ, ਹਾਫ ਮੀਟਰ ਮੇਰਾ ਫੋਨ ਦੂਰ ਆ, ਹਾਫ ਮੀਟਰ ਤੁਹਾਡਾ ਫੋਨ ਦੂਰ ਆ। ਮੈਂ ਫੋਨ ਚੱਕਿਆ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਫੋਨ ਚੱਕਿਆ ਮੇਰੇ ਨਾਲ ਗੱਲ ਕੀਤੀ, ਜਾਣੀ ਕਿ ਆਪਾਂ 1 ਮੀਟਰ ਦੇ ਡਿਸਟੈਂਸ ਤੇ ਹੋ ਗਏ ਆ। 1 ਮੀਟਰ ਦੇ ਡਿਸਟੈਂਸ ਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਫੋਨਾਂ ਨੇ ਡਿਸਟੈਂਸ ਘਟਾਤੇ ਨੇ, ਜਹਾਜ਼ਾਂ ਨੇ ਡਿਸਟੈਂਸ ਘਟਾਤੇ ਨੇ। ਉਸੇ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਵੀ ਡਿਸਟੈਂਸ ਘਟਾ ਦਿੱਤੇ ਨੇ। ਆਮੇਨ। ਜਿਹੜਾ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਕਰੇ, ਉਹਦੇ ਪੁੱਤਰ 'ਚ ਵਿਸ਼ਵਾਸ ਕਰੇ, ਉਹ ਸਾਰੀਆਂ ਬਰਕਤਾਂ ਰੱਬ ਦੀਆਂ ਜਿਹੜੀਆਂ ਨੇ ਆਪਣੀਆਂ ਹੋ ਸਕਦੀਆਂ ਨੇ। ਪੁਰਾਣੇ ਨਿਯਮ ਦੇ ਵਿੱਚ 40-40 ਦਿਨ ਵਰਤ ਰੱਖੇ ਜਾਂਦੇ ਸੀ, 21-21 ਦਿਨ ਵਰਤ ਰੱਖੇ ਜਾਂਦੇ ਸੀ ਤਾਂ ਕਿ ਉਹ ਪਰਮੇਸ਼ਰ ਦੀ ਬਰਕਤ ਉਹਨਾਂ ਤੱਕ ਪਹੁੰਚ ਜਾਵੇ। ਲੇਕਿਨ ਨਵੇਂ ਨਿਯਮ ਦੇ ਵਿੱਚ ਤੁਸੀਂ ਦੇਖੋ 1 ਦਿਨ ਦਾ ਵਰਤ ਰੱਖਦੇ ਨੇ ਜਾਂ 3 ਦਿਨ ਦਾ ਵੱਧ ਤੋਂ ਵੱਧ ਵਰਤ ਰੱਖਿਆ ਹੈ ਕਿਸੇ ਨੇ। ਉਹ ਤੋਂ ਬਾਅਦ ਤੁਹਾਨੂੰ ਵੱਡੇ ਵਰਤ ਜਿਹੜੇ ਨੇ ਉਹ ਨਹੀਂ ਮਿਲਣਗੇ। ਕਿਉਂ? ਕਿਉਂਕਿ ਹੁਣ ਪਰਮੇਸ਼ਰ ਨੇ ਬੱਚਿਆਂ ਦੇ ਵਿੱਚੋਂ ਸਾਨੂੰ ਇੱਕ ਐਸਾ ਨਾਮ ਦਿੱਤਾ ਆ, ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਦਿੱਤਾ ਆ। ਉਸ ਨਾਮ ਦੇ ਵਿੱਚ ਜਾ ਕੇ ਤੁਹਾਨੂੰ ਐਸੀ ਬਰਕਤ ਮਿਲ ਸਕਦੀ ਹੈਗੀ ਆ ਜਿਹੜੀ ਤੁਸੀਂ ਕਿੰਨੇ ਮਹੀਨੇ, ਕਿੰਨੇ ਸਾਲਾਂ ਤੱਕ ਉਡੀਕਦੇ ਸੀ। ਸਾਰੀ ਉਮਰ ਲੱਗ ਜਾਂਦੀ ਸੀ ਭਗਤੀ ਕਰਦੇ ਹੋਏ ਵੀ ਰੱਬ ਦਰਸ਼ਨ ਦੇਵੇ, ਰੱਬ ਸਾਡੇ ਨਾਲ ਗੱਲ ਕਰੇ, ਰੱਬ ਸਾਡੇ ਨਾਲ ਬੋਲੇ। ਲੇਕਿਨ ਹੁਣ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਰੱਬ ਦੀ ਆਵਾਜ਼ ਆ ਜਾਂਦੀ ਹੈ, ਬਰਕਤ ਆ ਜਾਂਦੀ ਹੈ। ਚੇਲਿਆਂ ਦੇ ਪਹਿਲੇ ਚੈਪਟਰ ਦੇ 8ਵੇਂ ਵਰਸ ਦੇ ਵਿੱਚ ਪ੍ਰਭੂ ਨੇ ਕਿਹਾ ਸੀਗਾ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ। ਚੇਲਿਆਂ ਦੇ ਕਰਤੱਵ ਦੇ ਪਹਿਲੇ ਚੈਪਟਰ 'ਚ, ਚੇਲਿਆਂ ਦੇ ਕਰਤੱਵ ਦੇ ਦੂਜੇ ਚੈਪਟਰ ਵਿੱਚ ਸ਼ਕਤੀ ਆ ਗਈ। ਦੂਸਰੇ ਚੈਪਟਰ ਦੇ ਪਹਿਲੇ ਵਰਸ ਦੇ ਪਵਿੱਤਰ ਆਤਮਾ ਨੂੰ ਉੱਤੇ ਆ ਗਿਆ, ਸਾਰੀ ਸ਼ਕਤੀ ਨਾਲ, ਰੱਬ ਦੀ ਨਾਲ, ਰੂਹ ਦੇ ਨਾਲ ਭਰ ਕੇ। ਜਾਨੀ ਕਿ ਉਹ ਕੰਮ ਜਿਹੜੇ ਕਿੰਨੀ ਦੇਰ ਤੱਕ ਹੁੰਦੇ ਸੀ, ਉਹ ਕੰਮ ਛੇਤੀ ਹੋਣ ਲੱਗ ਗਏ ਜਦੋਂ ਤੁਸੀਂ ਉਹਨਾਂ ਪ੍ਰਿੰਸੀਪਲਸ ਤੇ ਵਿਸ਼ਵਾਸ ਕਰਦੇ ਹੋ ਜਿਹੜੇ ਪਰਮੇਸ਼ਰ ਨੇ ਦਿੱਤਾ ਨੇ। ਜਿੱਦਾਂ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਬਰਕਤ ਪ੍ਰਾਪਤ ਕਰ ਸਕਦੇ ਹੋ। ਕਿਉਂ? ਕਿਉਂਕਿ ਤੁਸੀਂ ਰੂਹ ਦੇ ਕਾਨੂੰਨ, ਰੂਹ ਦੇ ਪ੍ਰਿੰਸੀਪਲਸ ਜਾਣ ਲਏ ਹੈਗੇ ਨੇ। ਆਮੇਨ। ਸੋ ਬਰਾਬਰ ਬਣਾਓ। ਪਰਮੇਸ਼ਰ ਨੇ ਵੀ ਇਹਨਾਂ ਨੇਚਰਾਂ ਨੂੰ ਕੰਬਾਈਨ ਕੀਤਾ। ਜਦੋਂ ਤੁਸੀਂ ਨੇਚਰਾਂ ਨੂੰ ਕੰਬਾਈਨ ਕਰਦੇ ਆ, ਉਹ ਬਰਕਤ ਲੈ ਕੇ ਆਉਂਦੀਆਂ ਨੇ। ਧਰਤੀ ਤੇ ਜਹਾਜ਼ ਬਣਾਏ ਜਾਂਦੇ ਨੇ, ਉੜਦੇ ਅਸਮਾਨ 'ਚ ਨੇ। ਦੇਖੋ ਤੁਸੀਂ, ਧਰਤੀ ਤੇ ਪਾਣੀ ਦੇ ਜਹਾਜ਼ ਬਣਾਏ ਜਾਂਦੇ ਨੇ ਤੇ ਤੈਰਦੇ ਸਮੁੰਦਰਾਂ 'ਚ ਨੇ।
ਧਰਤੀ ਤੇ ਫੋਨ ਤਿਆਰ ਕੀਤੇ ਜਾਂਦੇ ਨੇ, ਲੇਕਿਨ ਗੱਲ ਜਿਹੜੀ ਹੁੰਦੀ ਆ ਉਹਨਾਂ ਦੀ ਉਹ ਹਵਾ 'ਚ ਹੁੰਦੀ ਆ ਹੈ। ਰੱਬ ਨੇ ਆਪਣੇ ਪੁੱਤਰ ਦੇ ਸਰੀਰ ਨੂੰ ਸਵਰਗ 'ਚ ਤਿਆਰ ਕੀਤਾ। ਪਰਮੇਸ਼ਰ ਦੇ ਪੁੱਤਰ ਦਾ ਸਰੀਰ ਸਵਰਗੋਂ ਆਇਆ, ਰੱਬ ਨੇ ਤਿਆਰ ਕੀਤਾ, ਇਸ ਧਰਤੀ ਤੇ ਆਇਆ। ਮਾਤਾ ਮਰੀਮ ਦੀ ਕੁੱਖ ਦੇ ਵਿੱਚੋਂ ਦੀ ਪ੍ਰਭੂ ਯਿਸੂ ਮਸੀਹ ਜੀ ਨੇ ਬੱਚਾ ਬਣ ਕੇ ਪੈਦਾ ਹੋਏ, ਉਹਨਾਂ ਦਾ ਜਨਮ ਹੋਇਆ, ਸਰੀਰਿਕ ਤੌਰ ਤੇ ਪੈਦਾ ਹੋਏ। ਤੇ ਪੈਦਾ ਹੋਣ ਤੋਂ ਬਾਅਦ 30 ਸਾਲ ਦੀ ਉਮਰ ਸੀਗੀ ਜਦੋਂ, 33 ਸਾਲ ਦੀ ਉਮਰ ਤਕਰੀਬਨ, ਜਦੋਂ ਉਹ ਕੁਰਬਾਨ ਹੋ ਗਏ ਸਲੀਬ ਦੇ ਉੱਤੇ, ਕੁਰਬਾਨ ਹੋ ਗਏ ਸਲੀਬ ਦੇ ਉੱਤੇ। ਤੇ ਸਰੀਰ ਦੇ ਵਿੱਚ ਜਾ ਕੇ ਉਹਨਾਂ ਨੇ ਐਸੀ ਕੁਰਬਾਨੀ ਦਿੱਤੀ ਜਿਹਦਾ ਅਸਰ ਰੂਹਾਨੀ ਤੌਰ ਤੇ ਪਿਆ। ਸਰੀਰ ਨੂੰ ਕੁਰਬਾਨ ਕਰਨ ਤੋਂ ਬਾਅਦ ਪ੍ਰਭੂ ਯਿਸੂ ਨੇ ਪਾਪ ਆਪਣੇ ਸਰੀਰ ਤੇ ਲੈ ਕੇ ਕੁਰਬਾਨੀ ਦਿੱਤੀ ਤੇ ਰੂਹਾਨੀ ਤੌਰ ਤੇ ਉਹ ਪਾਪ ਮਾਫ ਕਰ ਦਿੱਤੇ ਗਏ, ਸ਼ੈਤਾਨ ਨੂੰ ਡਿਸਟਰੋਏ ਕਰ ਦਿੱਤਾ ਗਿਆ, ਬਿਮਾਰੀਆਂ ਡਿਸਟਰੋਏ ਕਰ ਦਿੱਤੀ ਗਈਆਂ, ਤੇ ਉਹ ਰੂਹ ਦੀਆਂ ਬਰਕਤਾਂ ਆਪਣੇ ਮੁੜ ਕੇ ਸਰੀਰ ਦੇ ਵਿੱਚ ਉਤਰਦੀਆਂ ਹੈਗੀਆਂ ਨੇ। ਆਮੀਨ। ਜਦੋਂ ਤੁਸੀਂ ਸਮੁੰਦਰ ਦੇ ਵਿੱਚ ਕੋਈ ਤੈਰਨ ਜਾਂਦੇ ਹੈਗੇ ਹੋ, ਪਹਿਲਾਂ ਤੁਸੀਂ ਤੁਰ ਕੇ ਜਾਂਦੇ ਹੋ, ਪਹਿਲਾਂ ਸਰੀਰਕ ਤੌਰ ਤੇ ਤੁਰਦੇ ਹੋ, ਫਿਰ ਜਾ ਕੇ ਤੁਸੀਂ ਅੰਦਰ ਤੈਰ ਸਕਦੇ ਹੋ ਪੂਰੀ ਤਰੀਕੇ ਦੇ ਨਾਲ। ਜਹਾਜ਼ ਜਿਹੜੇ ਹੈਗੇ ਨੇ, ਪਹਿਲਾਂ ਹਾਈਵੇ ਤੇ ਜਾਂ ਤੁਸੀਂ ਲਾ ਲਓ 에ਅਰਪੋਰਟ ਤੇ ਪਹਿਲਾਂ ਭੱਜਦੇ ਨੇ, ਉਹ ਬੜੀ ਤੇਜ਼ ਭੱਜਣਗੇ ਜਹਾਜ਼ ਜਿਹੜੇ ਹੈਗੇ ਨੇ। ਜਦੋਂ ਭੱਜਦੇ ਨੇ ਪੂਰੀ ਤਰ੍ਹਾਂ ਸਪੀਡ ਨਾਲ ਭੱਜਦੇ ਨੇ, 200, 300, 350, 400 ਕਿਲੋਮੀਟਰ ਪਰ ਆਵਰ ਭੱਜਦੇ ਨੇ, ਤੇਜ਼ ਰਨਵੇ ਤੇ ਪੂਰੇ ਤੇਜ਼ ਨਾਲ ਭੱਜਦੇ ਨੇ। ਤੇ ਫਿਰ ਇੱਕਦਮ ਜਦੋਂ ਪਾਇਲਟ ਜਿਹੜਾ ਹੁੰਦਾ ਆ, ਉਹ ਇੱਕ ਬਟਨ ਜਿਹਾ ਦਬਾ ਦਿੰਦਾ ਆ, ਜਿਹਦੇ ਨਾਲ ਜਿਹੜੇ ਉਹਦੇ ਫੰਗ ਹੈਗੇ ਨੇ ਉਹ ਇੰਜ ਮੁੜ ਜਾਂਦੇ ਨੇ। ਤੇ ਜਦੋਂ ਮੁੜਦੇ ਨੇ, ਮੂਹਰੋਂ ਹਵਾ ਆਉਂਦੀ ਹੈ, ਉਹ ਹਵਾ ਦੀ ਸ਼ਕਤੀ ਦੇ ਨਾਲ ਉਹ ਜਿਹੜੇ ਜਹਾਜ਼ ਦਾ ਉਹਨਾਂ ਦੇ ਜਿਹੜੇ ਪਰ ਹੁੰਦੇ ਨੇ, ਫੰਗ ਹੁੰਦੇ ਨੇ, ਵਿੰਗਸ ਕਹਿ ਲਓ, ਉਹ ਥੱਲੇ ਨੂੰ ਜਾਂਦੇ ਨੇ, ਜਹਾਜ਼ ਉੱਪਰ ਨੂੰ ਹੋ ਜਾਂਦਾ ਹੈ। ਵਾਓ! ਯਾਨੀ ਕਿ ਹਿਊਮਨ ਨੇਚਰ ਮਿਲ ਕੇ ਰੂਹਾਨੀ ਨੇਚਰ ਦੇ ਨਾਲ ਬਰਕਤ ਲੈ ਕੇ ਆਉਂਦੀ ਹੈ। ਆਮੀਨ। ਉਸੇ ਤਰੀਕੇ ਦੇ ਨਾਲ ਅੱਜ ਜੇ ਤੁਸੀਂ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਨੂੰ ਸਵੀਕਾਰ ਕਰਦੇ ਹੋ, ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੂਹ ਦੇ ਵਿੱਚ ਪ੍ਰਾਰਥਨਾ ਕਰਦੇ ਹੋ, ਪਵਿੱਤਰ ਆਤਮਾ 'ਚ ਪ੍ਰਾਰਥਨਾ ਕਰਦੇ ਹੋ, ਤੁਸੀਂ ਬੋਲ ਰਹੇ ਹੋ ਕਿ ਲੈਂਗੁਏਜ ਤੁਹਾਡਾ ਮੂੰਹ ਬੋਲ ਰਿਹਾ ਆ, ਤੁਹਾਡੇ ਹਿਊਮਨ ਲਿਪਸ ਬੋਲ ਰਹੇ ਨੇ, ਹਿਊਮਨ ਟੰਗ ਬੋਲ ਰਹੀ ਆ, ਲੇਕਿਨ ਜਿਹੜੀ ਭਾਸ਼ਾ ਤੁਸੀਂ ਬੋਲ ਰਹੇ ਹੋ ਉਹ ਰੂਹਾਨੀ ਆ। ਸੋ ਕਿਸ ਤਰ੍ਹਾਂ ਹਿਊਮਨ ਨੇਚਰ ਸਪਿਰਿਚੁਅਲ ਨੇਚਰ ਨਾਲ ਮਿਲ ਕੇ ਬਰਕਤ ਬਣ ਜਾਂਦੀ ਹੈ। ਆਮੀਨ। ਉਸੇ ਤਰੀਕੇ ਦੇ ਨਾਲ ਕੁਝ ਇਸ ਤਰ੍ਹਾਂ ਦੇ ਪ੍ਰਿੰਸੀਪਲਸ ਨੇ। ਪ੍ਰਭੂ ਕਹਿੰਦਾ ਆ, ਜੇ ਤੁਸੀਂ ਆਪਣਾ ਚੰਦਾ ਲੈ ਕੇ ਆਉਂਦੇ ਹੋ, ਤੁਸੀਂ ਪਰਮੇਸ਼ਰ ਦੇ ਅੱਗੇ ਚੰਦਾ ਲੈ ਕੇ ਆਉਂਦੇ ਹੋ, ਤੁਸੀਂ ਆਪਣੀ ਆਫਰਿੰਗ ਦਿੰਦੇ ਹੋ, ਤੁਸੀਂ ਆਪਣੀ ਟਾਈਡਿੰਗ ਦਿੰਦੇ ਹੋ, ਦਿੰਨੇ ਤਾਂ ਹੈਗੇ ਤੁਸੀਂ ਹਿਊਮਨ ਨੇਚਰ ਦੇ ਵਿੱਚ, ਧਰਤੀ ਤੇ ਤੁਸੀਂ ਆਪਣੇ ਖਜ਼ਾਨਿਆਂ ਚੋਂ ਜੋ ਵੀ ਤੁਸੀਂ ਦੇਣਾ ਹੈ ਤੁਸੀਂ ਰੱਬ ਨੂੰ ਦਿੰਦੇ ਹੋ, ਲੇਕਿਨ ਉਹ ਰੱਬ ਰੂਹਾਨੀ ਤੌਰ ਤੇ ਉਹਨੂੰ ਸਵੀਕਾਰ ਕਰਕੇ ਰੂਹ ਦੇ ਵਿੱਚ ਤੁਹਾਨੂੰ ਬਰਕਤ ਭੇਜ ਦਿੰਦਾ ਆ। ਆਮੀਨ। ਤੁਹਾਡੇ ਤੇ ਨੁਕਸਾਨ ਨਹੀਂ ਹੋਏਗਾ। ਰੱਬ ਉਸ ਸ਼ੈਤਾਨ ਨੂੰ ਝਿੜਕਦਾ ਆ ਤਾਂ ਕਿ ਤੁਹਾਡੀ ਫਸਲ ਡਿਸਟਰੋਏ ਨਾ ਹੋਵੇ, ਤਾਂ ਕਿ ਤੁਹਾਡੇ ਬੱਚਿਆਂ ਤੇ ਹਮਲਾ ਨਾ ਹੋਵੇ, ਤਾਂ ਕਿ ਤੁਹਾਡੇ ਘਰ ਵਾਲਿਆਂ ਤੇ ਹਮਲਾ ਨਾ ਹੋਵੇ, ਤਾਂ ਕਿ ਸਰੀਰਕ ਤੌਰ ਤੇ ਤੁਹਾਡੇ ਹਮਲਾ ਨਾ ਹੋਵੇ। ਰੱਬ ਤੁਹਾਨੂੰ ਪ੍ਰੋਟੈਕਟ ਕਰ ਦਿੰਦਾ ਹੈ। ਸਪਿਰਿਚੁਅਲ ਪ੍ਰੋਟੈਕਸ਼ਨ ਰੱਬ ਦੀ ਆ ਜਾਂਦੀ ਹੈਗੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ। ਆਮੀਨ। ਜਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਪੇ ਤਾਂ ਕਰਦੇ ਹੈਗੇ ਹੋ ਆਪਣੇ ਪੈਸਿਆਂ ਦੇ ਨਾਲ ਬਿਜਲੀ ਦਾ ਬਿੱਲ, ਤੇ ਜਦੋਂ ਬਿਜਲੀ ਦਾ ਬਿੱਲ ਪੇ ਕੀਤਾ ਜਾਂਦਾ ਆ, ਤੁਹਾਡੇ ਘਰ ਵਿੱਚ ਬਿਜਲੀ ਜਿਹੜੀ ਆ ਉਹ ਇਲੈਕਟ੍ਰਿਸਿਟੀ ਬਣ ਕੇ ਆਉਂਦੀ ਆ। ਤੇ ਉਹ ਇਲੈਕਟ੍ਰਿਸਿਟੀ ਤਾਂ ਆ ਜਾਂਦੀ ਆ ਕਿਉਂਕਿ ਤੁਸੀਂ ਇੱਕ ਪੇ ਕੀਤਾ ਹੋਇਆ ਹੈਗਾ ਆ ਉਹ ਬਿੱਲ ਜਿਹੜਾ ਵੀ ਹੈਗਾ ਆਪਣੇ ਪੈਸਿਆਂ ਦੇ ਨਾਲ। ਸੋ ਕਿਸ ਤਰ੍ਹਾਂ ਇੱਕ ਮੈਟੀਰੀਅਲ ਪੈਸਾ ਜਿਹੜਾ ਆ ਤੁਹਾਨੂੰ ਇਲੈਕਟ੍ਰਿਕ ਬਲੈਸਿੰਗ ਦਿੰਦਾ ਆ, ਉਸੇ ਤਰੀਕੇ ਦੇ ਨਾਲ ਜਦੋਂ ਹਿਊਮਨ ਨੇਚਰ ਦੇ ਵਿੱਚ ਆਪਾਂ ਕੁਝ ਬੀਜਦੇ ਆ, ਆਪਾਂ ਸਪਿਰਿਚੁਅਲ ਨੇਚਰ ਦੇ ਵਿੱਚ ਉਹਨੂੰ ਕੱਟ ਵੀ ਸਕਦੇ ਹੈਗੇ ਆ। ਤਾਂ ਹੀ ਹਿਊਮਨ ਨੇਚਰ ਦੇ ਨਾਲ ਮਿਲ ਕੇ ਸਪਿਰਿਚੁਅਲ ਨੇਚਰ ਦੇ ਥਾਈਂ ਦੀ ਬਰਕਤਾਂ ਆਪਣੇ ਉੱਤੇ ਆਉਂਦੀਆਂ ਨੇ। ਤਾਂ ਹੀ ਪਰਮੇਸ਼ਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇੱਕ ਲੌਤਾ ਪੁੱਤਰ ਦੇ ਦਿੱਤਾ, ਤਾਂ ਕਿ ਜਿਹੜਾ ਕੋਈ ਵਿੱਚ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇ। ਮੈਂ ਇੱਕ ਬੇਟਾ ਦਿੱਤਾ ਗਿਆ ਤੇ ਇੱਕ ਪੁੱਤਰ ਨੇ ਜਨਮ ਲਿਆ। ਸਰੀਰਕ ਤੌਰ ਤੇ ਉਹਨੇ ਜਨਮ ਲਿਆ, ਲੇਕਿਨ ਬੇਟਾ ਜਿਹੜਾ ਹੈ ਰੱਬ ਨੇ ਸਵਰਗੋਂ ਦਿੱਤਾ ਤਾਂ ਕਿ ਆਪਾਂ ਨੂੰ ਰੂਹਾਨੀ ਬਰਕਤਾਂ ਜਿਹੜੀਆਂ ਨੇ ਉਹ ਮਿਲ ਸਕਣ। ਆਮੀਨ। ਕਿੰਨਾ ਜ਼ਬਰਦਸਤ ਕੰਬੀਨੇਸ਼ਨ ਐਸ ਨੇਚਰ ਦਾ, ਹਿਊਮਨ ਨੇਚਰ ਦਾ, ਸਪਿਰਿਚੁਅਲ ਨੇਚਰ ਦੇ ਨਾਲ। ਆਮੀਨ। ਤੁਸੀਂ ਗੋਡੀਆਂ ਲਾਉਂਦੇ ਹੋ ਪਰਮੇਸ਼ਰ ਦੇ ਅੱਗੇ, ਤੁਸੀਂ ਹੱਥ ਚੱਕਦੇ ਹੋ ਪਰਮੇਸ਼ਰ ਦੇ ਅੱਗੇ, ਤੁਸੀਂ ਆਪਣੇ ਮੂੰਹ ਦੇ ਨਾਲ ਬੋਲ ਕੇ ਰੂਹ ਦੇ ਵਿੱਚ ਦੁਆ ਕਰਦੇ ਹੋ, ਲੇਕਿਨ ਉਹ ਰੂਹਾਨੀ ਪਰਮੇਸ਼ਰ ਤੁਹਾਡੇ ਐਸ਼ ਸਰੀਰਿਕ ਦਾਨ ਚੋਂ, ਤੁਹਾਡੇ ਐਸ਼ ਸਰੀਰਿਕ ਐਫਰਟ ਚੋਂ, ਕੋਸ਼ਿਸ਼ ਤੋਂ ਰੂਹਾਨੀ ਤੌਰ ਤੇ ਬਰਕਤ ਤੁਹਾਨੂੰ ਦਿੰਦਾ ਆ।
ਸੋ ਬਹੁਤ ਵੱਡੀ ਬਰਕਤ ਹੈਗੀ ਆ ਪ੍ਰਾਪਤ ਬਣੋ। ਕਿਸ ਤਰ੍ਹਾਂ ਪਰਮੇਸ਼ਰ ਇਹਨਾਂ ਦੋਨਾਂ ਚੀਜ਼ਾਂ ਨੂੰ ਜੁਆਇਨ ਕਰਦਾ ਹੈਗਾ। ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ 100% ਰੱਬ ਨੇ ਤੇ ਧਰਤੀ ਤੇ ਆ ਕੇ ਉਹ 100% ਬੰਦਾ ਬਣ ਕੇ ਰਹੇ, 100% ਹਿਊਮਨ ਬਣ ਕੇ ਰਹੇ। ਨਾਲੇ ਤਾਂ ਉਹ 100% ਰੱਬ ਨੇ, ਨਾਲੇ ਉਹ 100% ਹਿਊਮਨ ਨੇ। ਤੇ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜਦੋਂ ਕੰਬਾਈਨ ਹੋਏ, ਉਹਨਾਂ ਨੇ ਸਲੀਬ ਦੇ ਉੱਤੇ ਆਪਣਾ ਬਲੀਦਾਨ ਦਿੱਤਾ, ਆਪਣੀ ਕੁਰਬਾਨੀ ਦਿੱਤੀ। ਉਹਦੇ ਨਾਲ ਹੁਣ ਹਿਊਮਨ ਲੋਕਾਂ ਨੂੰ, ਹਿਊਮਨ ਨੇਚਰ ਵਾਲੇ ਲੋਕਾਂ ਨੂੰ ਉਹ ਰੂਹਾਨੀ ਨੇਚਰ ਦੀਆਂ ਬਰਕਤਾਂ ਮਿਲ ਗਈਆਂ ਪ੍ਰਭੂ ਯਿਸੂ ਮਸੀਹ ਜੀ ਦੇ ਥਾਂ ਦੀ। ਆਮੇਨ। ਤਾਂ ਹੀ ਪ੍ਰਭੂ ਯਿਸੂ ਮਸੀਹ ਜੀ ਨੂੰ ਮੀਡੀਏਟਰ ਆਖਿਆ ਜਾਂਦਾ ਆ, ਜੋ ਸੁਲਾਹਕਾਰ ਆ, ਜੋ ਇਨਸਾਨ ਤੇ ਰੱਬ ਦੇ ਨਾਲ ਸੁਲਾਹ ਕਰਾਉਂਦਾ। ਕਿਉਂ? ਕਿਉਂਕਿ ਉਹ 100% ਰੱਬ ਵੀ ਆ, ਉਹ 100% ਇਨਸਾਨ ਵੀ ਆ। ਆਮੇਨ। ਉਹਦੇ ਵਿੱਚ 100% ਡਿਵਾਈਨ ਨੇਚਰ ਆ, ਸਪਿਰਿਚੁਅਲ ਨੇਚਰ ਆ, ਨਾਲੇ ਉਹਦੇ ਵਿੱਚ 100% ਹਿਊਮਨ ਨੇਚਰ ਆ। ਜਦੋਂ ਉਹਦੇ 'ਚ ਵਿਸ਼ਵਾਸ ਕਰਦੇ ਆ, ਉਹਦੇ 'ਚ ਵਿਸ਼ਵਾਸ ਕਰਨ ਦੇ ਨਾਲ ਤਾਂ ਚਾਹੇ ਉਹਦੇ ਵੱਲ ਨੂੰ ਆਪਾਂ ਹਿਊਮਨਲੀ ਹੋ ਕੇ, ਇਨਸਾਨ ਹੋ ਕੇ ਵਿਸ਼ਵਾਸ ਕਰਦੇ ਆ, ਲੇਕਿਨ ਉਹ ਬਰਕਤਾਂ ਤੇ ਹੱਥ ਪਾ ਲੈਂਦੇ ਆ ਜਿਹੜੀਆਂ ਰੂਹਾਨੀਆਂ ਨੇ। ਉਹ ਰੂਹਾਨੀ ਬਰਕਤਾਂ ਤੇ ਹੱਥ ਪਾ ਕੇ ਆਪਣੀ ਜ਼ਿੰਦਗੀ 'ਚੋਂ ਬਰਕਤਾਂ ਉਤਰ ਜਾਂਦੀਆਂ ਹੈਗੀਆਂ। ਆਮੇਨ। ਤੇ ਬਰਾਬਰ ਤੁਹਾਨੂੰ ਇਹ ਕੋਈ ਨਹੀਂ ਕਰ ਸਕਦਾ, ਇਹ ਸਿਰਫ ਇੱਕੋ ਹੀ ਇਨਸਾਨ ਹੈ ਸਾਰੀ ਦੁਨੀਆ ਦੇ ਵਿੱਚ, ਪ੍ਰਭੂ ਯਿਸੂ ਮਸੀਹ ਜੀ, ਜੋ 100% ਇਨਸਾਨ ਨੇ, 100% ਰੱਬ ਨੇ। ਸਿਰਫ ਉਹੀ ਕਰ ਸਕਦੇ ਹੈਗੇ। ਆਮੇਨ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ। ਇਹ ਜਿਹੜੇ ਕਾਨੂੰਨ ਨੇ, ਇਹ ਇੱਕ ਦੂਜੇ ਨੂੰ ਕੰਟਰਾਡਿਕਟ ਵੀ ਕਰਦੇ ਨੇ। ਜਿਹੜੇ ਹਵਾ ਦਾ ਕਾਨੂੰਨ ਆ, ਉਹ ਬਹੁਤ ਦਫਾ ਜਿਹੜੇ ਧਰਤੀ ਦੇ ਕਾਨੂੰਨ ਨੇ ਉਹਨਾਂ ਨੂੰ ਕੈਂਸਲ ਕਰ ਸਕਦਾ ਹੈ, ਉਹਨਾਂ ਨੂੰ ਡਿਸਮਿਸ ਕਰ ਸਕਦਾ ਹੈ। ਜਿਸ ਤਰ੍ਹਾਂ ਜੇ ਤੁਸੀਂ ਪਾਣੀ 'ਚ ਛਾਲ ਮਾਰੋ, ਤੁਸੀਂ ਪਾਣੀ 'ਚ ਡੁੱਬ ਜਾਓਗੇ, ਲੇਕਿਨ ਜੇ ਤੁਸੀਂ ਪਾਣੀ ਦੇ ਵਿੱਚ ਖੜੇ ਇੱਕ ਜਹਾਜ਼ 'ਚ ਛਾਲ ਮਾਰਦੇ ਹੋ, ਤੁਸੀਂ ਡੁੱਬੋਗੇ ਨਾ, ਤੁਸੀਂ ਤੈਰੋਗੇ। ਆਮੇਨ। ਉਸੇ ਤਰੀਕੇ ਦੇ ਨਾਲ ਇਸ ਧਰਤੀ ਤੇ ਛਾਲ ਮਾਰਦੇ ਹੋ, ਤੁਸੀਂ ਗ੍ਰੈਵਿਟੀ ਜਿਹੜੀ ਹੈਗੀ ਤੁਹਾਨੂੰ ਥੱਲੇ ਨੂੰ ਖਿੱਚਦੀ ਆ, ਲੇਕਿਨ ਜੇ ਤੁਸੀਂ ਜਹਾਜ਼ ਵਿੱਚ ਚੜ੍ਹ ਜਾਓ ਤੇ ਜਹਾਜ਼ ਜਿਹੜਾ ਤਹਾਂ ਨੂੰ ਤੁਹਾਨੂੰ ਚੱਕ ਕੇ ਲੈ ਜਾਏਗਾ। ਗ੍ਰੈਵਿਟੀ ਉੱਥੇ ਫੇਲ ਹੋ ਜਾਏਗੀ। ਗ੍ਰੈਵਿਟੀ ਕੰਮ ਤੁਹਾਡੇ ਤੇ ਨਹੀਂ ਹੋਏਗਾ, ਗ੍ਰੈਵਿਟੀ ਦਾ ਅਸਰ ਤੁਹਾਡੇ ਤੇ ਨਹੀਂ ਪਏਗਾ। ਆਮੇਨ। ਸੋ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੀ ਹਿਊਮਨ ਕਾਨੂੰਨ ਨੇ, ਉਹ ਸਪਿਰਿਚੁਅਲ ਕਾਨੂੰਨ ਨੇ, ਉਹਨਾਂ ਨੂੰ ਕੈਂਸਲ ਕਰ ਦਿੱਤਾ। ਪ੍ਰਭੂ ਦਾ ਵਚਨ ਕਹਿੰਦਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਵਿਸ਼ਵਾਸ ਕਰਕੇ ਤੁਹਾਡੀ ਜ਼ਿੰਦਗੀ 'ਚ ਜੋ ਪਾਪ ਨੇ ਜ਼ਹਿਰ ਫੈਲਾਣਾ ਸੀ, ਉਹ ਜ਼ਹਿਰ ਕੈਂਸਲ ਕਰ ਦਿੱਤਾ ਜਾਵੇਗਾ। ਆਮੇਨ। ਪ੍ਰਭੂ ਯਿਸੂ ਮਸੀਹ ਜੀ 'ਚ ਵਿਸ਼ਵਾਸ ਕਰਕੇ ਪ੍ਰਭੂ ਨੇ ਕਿਹਾ, ਭਾਰ ਥੱਲੇ ਦੱਬੇ ਥੱਕੇ ਟੁੱਟੇ ਲੋਕੋ ਮੇਰੇ ਵੱਲ ਆਓ। ਜੇ ਤੁਸੀਂ ਯਿਸੂ ਮਸੀਹ 'ਚ ਆ ਜਾਓਗੇ, ਤੁਹਾਡੇ ਭਾਰ ਚੱਕ ਜਾਣਗੇ। ਭਾਰ ਕੈਂਸਲ, ਥਕਾਵਟ ਕੈਂਸਲ, ਪਾਪ ਕੈਂਸਲ, ਸ਼ਰਾਬ ਕੈਂਸਲ, ਬਿਮਾਰੀਆਂ ਕੈਂਸਲ, ਦਰਦ ਕੈਂਸਲ, ਥਕਾਵਟ ਕੈਂਸਲ, ਪੋਵਰਟੀ ਕੈਂਸਲ, ਮਾਰ ਕੈਂਸਲ, ਹਨੇਰਾ ਕੈਂਸਲ। ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਵਿਸ਼ਵਾਸ ਕਰਕੇ, ਰੂਹ ਦੇ ਵਿੱਚ ਵਿਸ਼ਵਾਸ ਕਰਕੇ, ਉਸ ਪਰਮਾਤਮਾ ਜੋ ਰੂਹਾਨੀ ਪਰਮਾਤਮਾ ਹੈ ਉਹਦੇ 'ਚ ਵਿਸ਼ਵਾਸ ਕਰਕੇ, ਇਸ ਦੁਨੀਆ ਦੇ ਜਿਹੜੇ ਕਾਨੂੰਨ ਨੇ ਉਹ ਕੈਂਸਲ ਹੋ ਜਾਂਦੇ ਨੇ, ਰੱਦ ਸੱਦ ਹੋ ਜਾਂਦੇ ਨੇ, ਡਿਸਮਿਸ ਹੋ ਜਾਂਦੇ ਨੇ। ਆਮੇਨ। ਤਾਂ ਹੀ ਪ੍ਰਾਪਤ ਭੈਣੋ, ਰੱਬ ਦੀ ਪ੍ਰੋਟੈਕਸ਼ਨ, ਉਸ ਨੇਚਰ ਦੀ ਪ੍ਰੋਟੈਕਸ਼ਨ ਤੁਹਾਡੀ ਇਸ ਹਿਊਮਨ ਨੇਚਰ ਦੇ ਉੱਤੇ ਉਤਰ ਜਾਂਦੀ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਜਿਹੜਾ ਬਰਕਤ ਆ, ਪਰਮੇਸ਼ਰ ਦੇ ਮਸਲ ਵਿੱਚ ਬਰਕਤ ਆ, ਉਹ ਕਿਸੇ ਪਾਸੇ ਨਹੀਂ। ਐਸੀਆਂ ਚੀਜ਼ਾਂ ਰੱਬ ਨੇ ਤਿਆਰ ਕੀਤੀਆਂ ਹੋਈਆਂ ਜਿਹੜੀਆਂ ਤੁਸੀਂ, ਤੁਹਾਡੀਆਂ ਅੱਖਾਂ ਨੇ ਦੇਖੀਆਂ ਨਹੀਂ ਗਈਆਂ, ਜਿਹੜੀਆਂ ਤੁਸੀਂ, ਤੁਹਾਡੇ ਕੰਨਾਂ ਨੇ ਸੁਣੀਆਂ ਨਹੀਂ ਸੀ। ਪਹਿਲਾਂ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ, ਪਰਮਾਤਮਾ ਕਰਦੇ ਸੀ, ਕਦੇ ਸੋਚਿਆ ਵੀ ਸੀਗਾ ਕਿ ਉਸ ਪਰਮਾਤਮਾ ਨਾਲ ਮੁਲਾਕਾਤ ਹੋ ਜਾਏਗੀ? ਕਦੇ ਸੋਚਿਆ ਵੀ ਸੀਗਾ ਕਿ ਉਹ ਪਰਮਾਤਮਾ ਸਾਡੇ ਪਾਪ ਮਾਫ ਕਰ ਦੇਗਾ, ਸਾਡਾ ਭਾਰ ਚੱਕ ਲੈ ਜਾਏਗਾ, ਸਾਡਾ ਡਿਪਰੈਸ਼ਨ ਚੱਕ ਲੈ ਜਾਏਗਾ, ਸਾਡਾ ਇਕੱਲਾਪਣ ਚੱਕ ਲੈ ਜਾਏਗਾ? ਕਿ ਉਹ ਪਰਮਾਤਮਾ ਸਾਡੇ ਦਰਦ ਮਿਟਾ ਦੇਗਾ, ਸਾਡੀਆਂ ਬਿਮਾਰੀਆਂ ਮਿਟਾ ਦੇਗਾ? ਕਿ ਉਹ ਪਰਮਾਤਮਾ ਜਿਹੜਾ ਆ ਭੈੜੇ ਸੁਪਨੇ ਜਿਹੜੇ ਆਉਂਦੇ ਸੀਗੇ, ਨਾਈਟਮੇਅਰ ਜਿਹੜੇ ਆਉਂਦੇ ਸੀ, ਉਹ ਖਤਮ ਕਰ ਦੇਗਾ? ਸ਼ੈਤਾਨ ਦਾ ਪਹਿਰਾ ਖਤਮ ਹੋ ਜਾਏਗਾ, ਬਦੂਆਂ ਦਾ ਪਹਿਰਾ ਖਤਮ ਹੋ ਜਾਏਗਾ, ਸ਼ਰਾਬ ਖਤਮ ਹੋ ਜਾਣਗੇ? ਕਦੇ ਸੋਚਿਆ ਸੀਗਾ? ਲੇਕਿਨ ਪਰਮੇਸ਼ਰ ਨੇ ਸਾਰਾ ਕੁਝ ਕੀਤਾ। ਕਿਉਂ? ਕਿਉਂਕਿ ਤੁਸੀਂ ਵਿਸ਼ਵਾਸ ਕਰ ਲਿਆ ਪ੍ਰਭੂ ਦੇ ਵਿੱਚ, ਤੁਸੀਂ ਉਸ ਕਾਨੂੰਨ ਦੇ ਦਾਤਾ ਨੂੰ, ਉਸ ਰੂਹਾਨੀ ਕਾਨੂੰਨ ਦੇ ਦਾਤਾ ਨੂੰ ਸਵੀਕਾਰ ਕਰ ਲਿਆ ਆਪਣੀ ਇਸ ਕਾਨੂੰਨ ਦੇ ਵਿੱਚ। ਜਦੋਂ ਉਹ ਦੂਜਾ ਕਾਨੂੰਨ ਤੁਹਾਡੇ ਇਸ ਕਾਨੂੰਨ 'ਚ ਆ ਗਿਆ, ਕਮਜ਼ੋਰ ਕਾਨੂੰਨ 'ਚ ਆ ਗਿਆ, ਉਸ ਕਾਨੂੰਨ ਨੇ ਆ ਕੇ, ਉਸ ਕਾਨੂੰਨ ਦੀ ਸ਼ਕਤੀ ਨੇ ਆ ਕੇ ਤੁਹਾਡੇ ਇਸ ਕਾਨੂੰਨ ਦੀ ਸ਼ਕਤੀ ਨੂੰ ਡਿਸਟਰੋਏ ਕਰ ਦਿੱਤਾ। ਉਸ ਸਪਿਰਿਚੁਅਲ ਨੇਚਰ ਨੇ ਆ ਕੇ ਤੁਹਾਡੇ ਹਿਊਮਨ ਨੇਚਰ ਦੀ ਕਮਜ਼ੋਰੀ ਨੂੰ ਡਿਸਟਰੋਏ ਕਰ ਦਿੱਤਾ ਤੇ ਤੁਹਾਨੂੰ ਰੂਹ ਦੇ ਵਿੱਚ ਤਾਕਤ ਦਿੱਤੀ। ਆਮੇਨ। The joy of the Lord is my strength.
ਹੁਣ ਉਹ ਰੂਹਾਨੀ ਜੋਏ ਆ ਕੇ ਤੁਹਾਨੂੰ ਤਾਕਤ ਦਿੰਦਾ ਆ ਤਾਂ ਕਿ ਤੁਸੀਂ ਅੱਗੇ ਵੱਧ ਸਕੋ ਤੇ ਤੁਸੀਂ ਉਹ ਸਾਰੀਆਂ ਬਰਕਤਾਂ ਲੈ ਸਕੋ ਜਿਹੜੀਆਂ ਰੱਬ ਨੇ ਤੁਹਾਡੇ ਲਈ ਤਿਆਰ ਕਰਕੇ ਰੱਖੀਆਂ। ਜਿਹੜੀਆਂ ਚੀਜ਼ਾਂ ਤੁਹਾਡੀਆਂ ਅੱਖਾਂ ਨੇ ਦੇਖੀਆਂ ਨਹੀਂ ਆ ਤੁਸੀਂ ਦੇਖੋਗੇ, ਜਿਹੜੀਆਂ ਚੀਜ਼ਾਂ ਤੁਹਾਡੇ ਕੰਨਾਂ ਨੇ ਸੁਣੀਆਂ ਨਹੀਂ ਤੁਸੀਂ ਸੁਣੋਗੇ, ਜਿਹੜੀਆਂ ਚੀਜ਼ਾਂ ਤੁਹਾਡੇ ਕਦੇ ਮਨ ਵਿੱਚ ਵੀ ਨਹੀਂ ਆਈਆਂ ਸੀ, ਇਹ ਸੋਚਿਆ ਸੀਗਾ ਅਸੀਂ ਕਦੇ ਛੋਟੇ ਹੁੰਦਿਆਂ ਨੇ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਗੁਜ਼ਰਾਂਗੇ, ਏਡੀਆਂ ਵੱਡੀਆਂ ਬਰਕਤਾਂ ਰੱਬ ਸਾਨੂੰ ਦੇਵੇਗਾ, ਨਹੀਂ, ਉਹ ਰੱਬ ਨੇ ਤੁਹਾਨੂੰ ਤਿਆਰ ਕਰਕੇ ਰੱਖੀਆਂ ਨੇ। ਇਹ ਤਾਂ ਹਜੇ ਸ਼ੁਰੂ ਆ, ਅੱਗੇ ਅੱਗੇ ਦੇਖੋ ਹੁੰਦਾ ਹੈ ਕੀ। ਆਮੀਨ, ਪ੍ਰੇਜ਼ ਦ ਲਾਰਡ। ਪਰਮੇਸ਼ਰ ਤੁਹਾਨੂੰ ਤਬਦੀਲ ਕਰ ਦੇਗਾ, ਪਰਮੇਸ਼ਰ ਤੁਹਾਡੇ ਘਰ ਨੂੰ ਤਬਦੀਲ ਕਰ ਦੇਗਾ, ਪਰਮੇਸ਼ਰ ਤੁਹਾਡੇ ਬੱਚਿਆਂ ਨੂੰ ਤਬਦੀਲ ਕਰ ਦੇਗਾ, ਪਰਮੇਸ਼ਰ ਸਰੀਰਕ ਤੌਰ ਤੇ ਤੁਹਾਨੂੰ ਭਰਪੂਰੀ ਦੇਵੇਗਾ, ਰੂਹਾਨੀ ਤੌਰ ਤੇ ਤੁਹਾਨੂੰ ਭਰਪੂਰੀ ਦੇਵੇਗਾ, ਸਪਿਰਿਚੁਅਲੀ ਫਾਈਨੈਂਸ਼ੀਅਲੀ ਤੁਹਾਨੂੰ ਭਰਪੂਰੀ ਦੇਵੇਗਾ। ਤੁਸੀਂ ਐਸੀ ਰਫ਼ਤਾਰ ਦੇ ਨਾਲ ਰੱਬ ਦੀ ਹਜ਼ੂਰ ਵਿੱਚ ਵੱਧ ਜਾਓਗੇ, ਵੱਧ ਜਾਓਗੇ, ਵੱਧ ਜਾਓਗੇ, ਰੱਬ ਦੀਆਂ ਉਹ ਸਾਰੀਆਂ ਬਰਕਤਾਂ ਪ੍ਰਾਪਤ ਕਰ ਲਓਗੇ ਇੰਨੀ ਛੇਤੀ, ਇੰਨੀ ਛੇਤੀ, ਇੰਨੀ ਛੇਤੀ ਕਿ ਤੁਸੀਂ ਵਿਸ਼ਵਾਸ ਨਹੀਂ ਕਰਨਾ। ਕਈ ਵਾਰ ਕਹਿੰਦੇ ਨੇ ਹਾਂ ਐ ਰੱਬ ਮਿਲਦਾ ਕਿਤੇ, ਕਿੰਨੇ ਸਾਲ ਭਗਤੀ ਕਰਨ ਤੋਂ ਬਾਅਦ ਬਜ਼ੁਰਗਾਂ ਨੇ ਫਿਰ ਵੀ ਰੱਬ ਨਹੀਂ ਪਾਇਆ, ਫਿਰ ਵੀ ਕਹਿੰਦੇ ਨੇ ਕਿ ਹਜੇ ਸਾਡੀਆਂ ਅੱਖਾਂ ਨੂੰ ਉਸ ਰੱਬ ਦੇ ਦਰਸ਼ਨ ਕਰਨ ਦੀ ਤਲਾਸ਼ ਆ। ਆਮੀਨ। ਲੇਕਿਨ ਜੇ ਤੁਸੀਂ ਰੱਬ ਦੇ ਕਾਨੂੰਨ ਨੂੰ ਪਹਿਚਾਣ ਲਓ, ਜੇ ਤੁਸੀਂ ਰੱਬ ਦੇ ਪੁੱਤਰ ਨੂੰ ਪਛਾਣ ਲਓ, ਜਾਣ ਲਓ ਕਿ ਰੱਬ ਨੇ ਇੱਕ ਪੁੱਤਰ ਕੁਰਬਾਨ ਕਰ ਦਿੱਤਾ ਆਪਣਾ, ਪ੍ਰਭੂ ਯਿਸੂ ਮਸੀਹ ਜੀ ਦੁਨੀਆ 'ਚ ਭੇਜਤੇ ਤਾਂ ਕਿ ਜਿਹੜਾ ਕੋਈ ਵੀ ਵਿੱਚ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇ, ਤੇ ਉਹ ਹਮੇਸ਼ਾ ਦਾ ਜੀਵਨ ਦੇਣ ਵਾਸਤੇ ਪਰਮ ਆਤਮਾ ਸਵਰਗ ਤੋਂ ਤੁਹਾਡੇ ਰੂਹ ਦੇ ਵਿੱਚ ਉਤਰਿਆ ਹੁੰਦਾ ਆ, ਤੁਹਾਡੇ ਜੀਵਨ ਦੇ ਵਿੱਚ ਆ ਕੇ ਤੁਹਾਡੇ ਰੂਹ ਨੂੰ ਨਇਆ ਕਰ ਦਿੰਦਾ ਆ, ਜ਼ਿੰਦਾ ਕਰ ਦਿੰਦਾ ਆ, ਤੇ ਤੁਸੀਂ ਪਰਮ ਆਤਮਾ ਪ੍ਰਾਪਤ ਕਰ ਲੈਂਦੇ ਹੋ। ਪਰਮਾਤਮਾ ਮਿਲ ਜਾਂਦਾ ਤੁਹਾਨੂੰ। ਵਾਓ, ਆਮੀਨ। ਪਰਮਾਤਮਾ ਮਿਲ ਜਾਂਦਾ ਤੁਹਾਨੂੰ। ਕਿਹੜੀ ਬੜੀ ਬਰਕਤ ਹੈਗੀ ਆ ਪ੍ਰਭੂ ਦੇ ਬਣਾ ਪਰਮੇਸ਼ਰ ਦਾ ਵਚਨ ਦੱਸਦਾ ਹੈਗਾ। ਸੋ ਪ੍ਰਭੂ ਦਾ ਵਚਨ ਆਪਾਂ ਨੂੰ ਕਲੀਅਰਲੀ ਦੱਸਦਾ ਆ ਕਿ ਰੂਹ ਦੇ ਵਿੱਚ ਆ ਕੇ, ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਆ ਕੇ ਆਪਾਂ ਨੂੰ ਸਾਰੀਆਂ ਬਰਕਤਾਂ ਛੇਤੀ ਮਿਲ ਜਾਣਗੀਆਂ ਜਿਹੜੀਆਂ ਪਰਮੇਸ਼ਰ ਪੁਰਾਣੇ ਨੇਮ ਵਿੱਚ ਬਹੁਤ ਸਮੇਂ ਤੋਂ ਲੋਕਾਂ ਤੱਕ ਪਹੁੰਚਾਉਂਦਾ ਹੁੰਦਾ ਸੀਗਾ। ਕੀ ਕਹਿਣਾ ਚਾਹਾਂਗਾ ਅੱਜ ਮੈਂ ਚਾਹਾਂਗਾ ਤੁਹਾਨੂੰ ਕਹਿਣਾ ਕਿ ਰੱਬ ਦੀਆਂ ਕੁਝ ਪਲਾਨਸ ਨੇ, ਰੱਬ ਦੀਆਂ ਕੁਝ ਬਰਕਤਾਂ ਨੇ ਤੁਹਾਡੇ ਵਾਸਤੇ ਤਿਆਰ ਕੀਤੀਆਂ ਹੋਈਆਂ, ਤੁਸੀਂ ਉਹਨੂੰ ਪ੍ਰਾਪਤ ਕਰੋ। ਉਹਨੂੰ ਪ੍ਰਾਪਤ ਕਰਨ ਵਾਸਤੇ ਤੁਸੀਂ ਰੂਹ ਦੀ ਨੇਚਰ ਦੇ ਸਾਰੇ ਕਾਨੂੰਨਾਂ ਨੂੰ ਸਵੀਕਾਰ ਕਰੋ। ਜੇ ਰੱਬ ਕਹਿੰਦਾ ਰੂਹ ਦੇ ਵਿੱਚ ਬੀਜਣ ਦੇ ਨਾਲ ਬਰਕਤਾਂ ਬੀਜੋ, ਜੇ ਰੱਬ ਕਹਿੰਦਾ ਰੂਹ ਵਿੱਚ ਪ੍ਰਾਰਥਨਾ ਕਰਨ ਦੇ ਵਿੱਚ ਬਰਕਤਾਂ, ਪ੍ਰਾਰਥਨਾ ਕਰੋ ਰੂਹ ਦੇ ਵਿੱਚ। ਜੇ ਕਹਿੰਦਾ ਪਰਮੇਸ਼ਰ ਦਾ ਵਚਨ ਕਿ ਰੱਬ ਦੇ ਵਚਨ ਨੂੰ ਪੜ੍ਹ ਕੇ ਤੁਸੀਂ ਰੂਹ ਦੇ ਵਿੱਚ ਐਡੀਫਾਈ ਹੋ ਜਾਂਦੇ ਹੋ, ਤਕੜੇ ਹੋ ਜਾਂਦੇ ਹੋ, ਕਰੋ। ਜੇ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਤੁਸੀਂ ਵਰਸ਼ਿਪ ਕਰਨ ਦੇ ਨਾਲ ਰੱਬ ਦੀ ਹਜ਼ੂਰੀ ਦੇ ਨਾਲ ਭਰ ਜਾਓਗੇ, ਭਰੋ ਆਪਣੇ ਆਪ ਨੂੰ, ਕਿਉਂਕਿ ਜਦੋਂ ਰੱਬ ਦੀ ਹਜ਼ੂਰੀ ਤੁਹਾਡੇ ਉੱਤੇ ਮੈਨੀਫੈਸਟ ਹੋਗੀ, ਇਹਦਾ ਮਤਲਬ ਹੈ ਜਾਂ ਤਾਂ ਰੱਬ ਤੁਹਾਨੂੰ ਕੁਝ ਦੇਣਾ ਚਾਹੁੰਦਾ ਆ ਜਾਂ ਰੱਬ ਤੁਹਾਨੂੰ ਇਸਤੇਮਾਲ ਕਰਕੇ ਕਿਸੇ ਹੋਰ ਨੂੰ ਕੁਝ ਦੇਣਾ ਚਾਹੁੰਦਾ ਹੈ। ਆਮੀਨ, ਯੂਜ਼ ਕਰਨਾ ਚਾਹੁੰਦਾ ਹੈ। ਜਦੋਂ ਰੱਬ ਦੀ ਬਾਈਬਲ ਦੇ ਵਿੱਚ ਜਿੱਥੇ ਵੀ ਜਦੋਂ ਰੱਬ ਦੀ ਰੂਹ ਮੈਨੀਫੈਸਟ ਹੋ ਜਾਂਦੀ ਆ, ਜਦੋਂ ਉਹ ਨੇਚਰ ਤੁਹਾਡੇ ਉੱਤੇ ਮੈਨੀਫੈਸਟ ਹੋ ਜਾਂਦੀ ਆ ਪ੍ਰਭੂ ਦੇ ਭੈਣੋ, ਉਦੋਂ ਰੱਬ ਦੀਆਂ ਸਾਰੀਆਂ ਬਰਕਤਾਂ ਤੁਹਾਡੇ ਉੱਤੇ ਉਤਰ ਜਾਂਦੀਆਂ ਨੇ। ਆਮੀਨ। ਰੱਬ ਦਾ ਆਸ਼ੀਰਵਾਦ ਰੂਹਾਨੀ ਤੌਰ ਤੇ ਤੁਹਾਡੇ ਉੱਤੇ ਉਤਰ ਜਾਂਦਾ ਆ। ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜਦੋਂ ਉਹਨਾਂ ਉੱਤੇ ਰੱਬ ਦਾ ਰੂਹ ਮੈਨੀਫੈਸਟ ਹੋ ਗਿਆ, ਰੱਬ ਦੀ ਹਜ਼ੂਰੀ ਮੈਨੀਫੈਸਟ ਹੋ ਗਈ, ਜੋ ਰੱਬ ਦੀ ਰੂਹ ਦੇ ਨਾਲ ਭਰ ਗਏ, ਉਹ ਤੋਂ ਬਾਅਦ ਜਾ ਕੇ ਬਿਮਾਰ ਚੰਗੇ ਕਰਨ ਲੱਗੇ, ਉਹ ਤੋਂ ਬਾਅਦ ਜਾ ਕੇ ਬਦਰੂਆਂ ਨੂੰ ਕੱਢਣ ਲੱਗੇ, ਉਹ ਤੋਂ ਬਾਅਦ ਜਾ ਕੇ ਉਹ ਲੋਕਾਂ ਤੇ ਹੱਥ ਰੱਖਦੇ ਸੀ, ਲੋਕ ਚੰਗੇ ਹੋ ਜਾਂਦੇ ਸੀ, ਉਹ ਤੋਂ ਬਾਅਦ ਉਹਨਾਂ ਦੇ ਲਈ ਦਰਵਾਜ਼ੇ ਖੁੱਲਣ ਲੱਗ ਗਏ, ਰੱਬ ਦੀ ਡਿਵਾਈਨ ਪ੍ਰੋਟੈਕਸ਼ਨ ਉਹਨਾਂ ਉੱਤੇ ਆ ਗਈ। ਆਮੀਨ। ਰੱਬ ਦੀ ਹਜ਼ੂਰੀ ਦੇ ਵਿੱਚ, ਰੱਬ ਦੀ ਨੇਚਰ ਦੇ ਵਿੱਚ, ਡਿਵਾਈਨ ਨੇਚਰ ਦੇ ਵਿੱਚ ਜਿਹੜੀ ਰੱਬ ਨੇ ਸ਼ੇਅਰ ਕੀਤੀ ਆ ਆਪਣੇ ਕਲੀਸਿਆ ਦੇ ਨਾਲ, ਰੱਬ ਨੇ ਆਪਣੇ ਪੁੱਤਰ ਥਾਈਂ ਦੀ ਤੁਹਾਡੇ ਜੀਵਨ 'ਚ, ਤੁਹਾਡੀ ਰੂਹ ਦੇ ਵਿੱਚ ਵੀ ਰੱਬ ਨੇ ਸਪਿਰਿਚੁਅਲ ਨੇਚਰ ਪਾਤੀ ਆ, ਡਿਵਾਈਨ ਨੇਚਰ ਪਾਤੀ ਆ। ਇੱਕ ਐਸੀ ਨੇਚਰ ਤੁਹਾਨੂੰ ਮਿਲ ਗਈ ਆ ਜਿਸ ਨੇਚਰ ਥਾਈਂ ਦੀ ਤੁਸੀਂ ਉਹ ਰੂਹਾਨੀ ਬਰਕਤਾਂ ਦੇ ਵਿੱਚ ਜਾ ਕੇ ਬਰਕਤ ਪ੍ਰਾਪਤ ਕਰ ਸਕਦੇ ਹੋ, ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ। ਆਮੀਨ। ਆਪਣੇ ਸਰੀਰਕ ਤੌਰ ਤੇ ਕੁਝ ਟੈਲੈਂਟਸ ਨੇ, ਉਹਨਾਂ ਟੈਲੈਂਟਸ ਨੂੰ ਵੀ ਆਪਾਂ ਯੂਜ਼ ਕਰਕੇ ਬਰਕਤਾਂ ਪ੍ਰਾਪਤ ਕਰ ਸਕਦੇ ਹਾਂ। ਜਿਹਨੂੰ ਗਾਣ ਦਾ ਟੈਲੈਂਟ ਆ ਜਾਵੇ, ਜਿਹੜਾ ਗਾ ਸਕੇ ਚੰਗੀ ਤਰ੍ਹਾਂ, ਉਹ ਕਿਤੇ ਤੇ ਕਿਤੇ ਪਹੁੰਚ ਜਾਂਦਾ ਆਪਣੀ ਜ਼ਿੰਦਗੀ 'ਚ। ਜਿਹੜੇ ਡਾਕਟਰਸ ਨੇ ਉਹਨਾਂ ਕੋਲ ਖਾਸ ਟੈਲੈਂਟ ਆ, ਕਿਤੇ ਤੇ ਕਿਤੇ ਪਹੁੰਚ ਜਾਂਦੇ ਨੇ। ਜਿਹੜੇ ਇੰਜੀਨੀਅਰਸ ਨੇ ਕਿਤੇ ਕਿਤੇ ਪਹੁੰਚ ਜਾਂਦੇ ਨੇ। ਜਿਹੜੇ ਲਾਇਰਸ ਹੈਗੇ ਨੇ ਉਹ ਵੀ ਕਿਤੇ ਤੇ ਕਿਤੇ ਪਹੁੰਚ ਜਾਂਦੇ ਨੇ ਜਾਂ ਕਿਤੇ ਕਿਤੇ ਪਹੁੰਚਾ ਦਿੰਦੇ ਨੇ। ਉਸੇ ਤਰੀਕੇ ਨਾਲ ਜਹਾਜ਼ ਹੈਗਾ ਆ, ਉਹ ਇੱਥੋਂ ਉੱਡਦਾ ਹੈਗਾ ਆ ਤੇ ਉੱਥੇ ਤੱਕ ਪਹੁੰਚਾ ਦੇਗਾ ਸਕਿੰਟਾਂ ਦੇ ਵਿੱਚ ਹੀ। ਆਮੀਨ। ਕੁਝ ਘੰਟਿਆਂ ਦੇ ਵਿੱਚ ਹੀ। ਉਸੇ ਤਰੀਕੇ ਫੋਨ ਇੱਥੋਂ ਕਰੋ, ਤੁਸੀਂ ਜਿੱਥੇ ਦੂਜੇ ਪਾਸੇ ਦੁਨੀਆ 'ਚ ਕੋਈ ਬੈਠਾ ਉਹਦੇ ਨਾਲ ਗੱਲ ਕਰ ਸਕਦੇ ਹੋ। ਉਸੇ ਤਰੀਕੇ ਤੇ ਰੂਹਾਨੀ ਤੌਰ ਤੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਸਵਰਗੀ ਪਿਤਾ ਜੋ ਸਵਰਗਾਂ 'ਚ ਬੈਠਾ ਆ, ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ ਰੂਹ ਦੇ ਵਿੱਚ, ਤੇ ਰੱਬ ਦੀਆਂ ਸਾਰੀਆਂ ਬਰਕਤਾਂ ਤੁਸੀਂ ਪ੍ਰਾਪਤ ਕਰ ਸਕਦੇ ਹੈਗੇ ਹੋ ਜਿਹੜਾ ਰੱਬ ਤੁਹਾਡੀ ਜ਼ਿੰਦਗੀ 'ਚ ਦੇਣਾ ਚਾਹੁੰਦਾ ਹੈ।
ਕੀ ਕਹਿਣਾ ਚਾਹਾਂਗਾ ਅੱਜ ਮੈਂ ਆਹੀ ਕਹਿਣਾ ਚਾਹਾਂਗਾ, ਰੂਹ ਦੇ ਵਿੱਚ ਵਧੀਏ, ਰੂਹ ਦੇ ਵਿੱਚ ਜਨਮ ਲਿਆ ਆ, ਰੂਹ ਦੇ ਵਿੱਚ ਚੱਲਣਾ ਵੀ ਸਿੱਖੀਏ। ਆਮੀਨ। ਤਾਂ ਹੀ ਪਰਮੇਸ਼ਰ ਦਾ ਵਚਨ ਕਹਿੰਦਾ, ਪ੍ਰਭੂ ਦਾ ਵਚਨ ਕਹਿੰਦਾ ਜਦੋਂ ਆਪਾਂ ਪਵਿੱਤਰ ਆਤਮਾ ਦੇ ਫਲਾਂ ਵਿੱਚ ਜਾਂਦੇ ਆ, ਉਦੋਂ ਪਰਮੇਸ਼ਰ ਦੀਆਂ ਰੂਹ ਦੀਆਂ ਦਾਤਾਂ ਆਪਣੇ ਉੱਤੇ ਮੈਨੀਫੈਸਟ ਹੋ ਜਾਂਦੀਆਂ। ਆਮੀਨ। ਦ ਫੇਥ ਵਿਚ ਵਰਕਸ ਥਰੂ ਲਵ। ਗਲਾਤੀਆਂ ਦਾ 5ਵਾਂ ਚੈਪਟਰ ਦਾ 6ਵਾਂ ਵਰਸ ਵਿੱਚ ਲਿਖਿਆ ਆ ਐਂਡ 'ਚ ਕਿ ਨੇਚਰ ਜਿਹੜੀ ਹੈਗੀ ਆ ਉਹ ਪਿਆਰ ਦੇ ਨਾਲ ਕੰਮ ਕਰਦੀ ਆ। ਪ੍ਰਭੂ ਯਿਸੂ ਮਸੀਹ ਜੀ ਨੇ ਜਦੋਂ ਵੀ ਈਮਾਨ ਦੇ ਵਿੱਚ, ਫੇਥ ਦੇ ਵਿੱਚ ਕੁਛ ਕੀਤਾ, ਉੱਥੇ ਪ੍ਰਭੂ ਦਾ ਵਚਨ ਕਹਿੰਦਾ ਆ ਪਰਮੇਸ਼ਵਰ ਦੀ ਸ਼ਕਤੀ ਉਤਰੇ ਆਈ। ਲਾਜ਼ਰਸ ਦੇ ਕਬਰ ਦੇ ਉੱਤੇ ਆ ਕੇ ਪ੍ਰਭੂ ਰੋਏ ਤੇ ਬਾਅਦ 'ਚ ਹੁਕਮ ਦਿੰਦੇ ਨੇ, ਓਏ ਲਾਜ਼ਰਸ ਬਾਹਰ ਨਿਕਲ। ਛਾਲ ਮਾਰ ਕੇ ਬਾਹਰ ਨਿਕਲਿਆ। ਕਿਉਂਕਿ ਉਹ ਗਿਫਟ ਪ੍ਰਾਪਤ ਮੈਨੀਫੈਸਟ ਹੋ ਗਿਆ, ਮਿਰਕਲ ਹੋ ਗਿਆ, ਮੁਰਦਿਆਂ 'ਚੋਂ ਜਿਉਂਦਾ ਹੋ ਗਿਆ। ਆਮੀਨ। ਜਦੋਂ ਆਪਾਂ ਪਵਿੱਤਰ ਆਤਮਾ ਦੇ ਫਲਾਂ ਦੇ ਵਿੱਚ ਕੰਮ ਕਰਦੇ ਹਾਂ, ਉਦੋਂ ਆਪਾਂ ਪਵਿੱਤਰ ਆਤਮਾ ਦੀਆਂ ਦਾਤਾਂ ਤੇ ਹੱਥ ਪਾ ਸਕਦੇ ਹਾਂ। ਪਵਿੱਤਰ ਆਤਮਾ ਦੀਆਂ ਦਾਤਾਂ ਤੇ ਹੱਥ ਪਾ ਕੇ ਪਵਿੱਤਰ ਆਤਮਾ ਦੀਆਂ ਬਰਕਤਾਂ, ਰੱਬ ਦੀਆਂ ਬਰਕਤਾਂ ਜਿਹੜੀਆਂ ਤੁਹਾਡੇ ਵਾਸਤੇ ਰੱਬ ਨੇ ਤਿਆਰ ਕੀਤੀਆਂ ਹੋਈਆਂ ਨੇ, ਤੁਸੀਂ ਉਹਨੂੰ ਹਾਸਲ ਕਰ ਸਕਦੇ ਹੋ, ਪ੍ਰਾਪਤ ਕਰ ਸਕਦੇ ਹੋ। ਮੇਰੀ ਪ੍ਰਾਰਥਨਾ ਹੈ ਸੱਚੇ ਪਰਮਾਤਮਾ ਦੇ ਅੱਗੇ ਤੁਸੀਂ ਰੂਹ ਵਿੱਚ ਵੱਧ ਸਕੋ। ਮੇਰੀ ਪ੍ਰਾਰਥਨਾ ਹੈ ਪਰਮੇਸ਼ਰ ਦੇ ਅੱਗੇ ਕਿ ਤੁਹਾਡੀਆਂ ਰੂਹਾਨੀ ਅੱਖਾਂ ਖੁੱਲ੍ਹ ਸਕਣ, ਤਾਂ ਕਿ ਤੁਹਾਡੇ ਵਿੱਚ ਗਿਫਟ ਆਫ ਨੌਲੇਜ, ਗਿਫਟ ਆਫ ਡਿਸਰਨਮੈਂਟ, ਗਿਫਟ ਆਫ ਵਿਜ਼ਡਮ ਮੈਨੀਫੈਸਟ ਹੋ ਸਕੇ। ਮੇਰੀ ਪ੍ਰਾਰਥਨਾ ਹੈ ਪਰਮੇਸ਼ਰ ਦੇ ਅੱਗੇ ਕਿ ਤੁਹਾਡੀ ਰੂਹਾਨੀ ਜ਼ੁਬਾਨ ਖੁੱਲ੍ਹ ਸਕੇ, ਤਾਂ ਕਿ ਤੁਹਾਡੀ ਜ਼ੁਬਾਨ ਦੇ ਵਿੱਚੋਂ ਅਥਾਰਟੀ, ਰੂਹ ਦੀ ਅਥਾਰਟੀ ਮੈਨੀਫੈਸਟ ਹੋ ਸਕੇ। ਤੁਸੀਂ ਕਹਿ ਸਕੋ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬਦਲੂ ਨੂੰ, ਤੇ ਬਦਲੂ ਨਿਕਲ ਜਾਏ। ਤੁਸੀਂ ਮੂੰਹ ਖੋਲ ਕੇ ਪ੍ਰੋਫੈਸੀ ਕਰ ਸਕੋ, ਤੁਹਾਡੀ ਜ਼ਿੰਦਗੀ 'ਚ ਐਂ ਹੋਏਗਾ, ਰੱਬ ਤੁਹਾਡੀ ਜ਼ਿੰਦਗੀ 'ਚ ਇੰਜ ਕਰੇਗਾ, ਰੱਬ ਤੁਹਾਡੀ ਜ਼ਿੰਦਗੀ 'ਚ ਇੰਜ ਕਰੇਗਾ, ਰੱਬ ਤੁਹਾਡੀ ਜ਼ਿੰਦਗੀ 'ਚ ਇੰਜ ਕਰੇਗਾ। ਤੁਸੀਂ ਰੱਬ ਵੱਲੋਂ ਗਿਫਟ ਆਫ ਟੰਗਸ ਦੇ ਵਿੱਚੋਂ ਸੁਨੇਹਾ ਲੈ ਕੇ ਆ ਸਕੋ, ਉਹਦਾ ਤਰਜਮਾ ਕਰ ਸਕੋ ਰੱਬ ਦੇ ਵੱਲੋਂ। ਤੁਹਾਡੇ ਜ਼ਿੰਦਗੀ ਦੇ ਵਿੱਚੋਂ ਵੱਡੇ ਵੱਡੇ ਗਿਫਟ ਮੈਨੀਫੈਸਟ ਹੋਣ, ਗਿਫਟ ਆਫ ਮਿਰਕਲਸ, ਗਿਫਟ ਆਫ ਹੀਲਿੰਗ ਮੈਨੀਫੈਸਟ ਹੋਣ, ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੂ ਸਕਣ। ਆਮੀਨ। ਤੁਹਾਡੀ ਜ਼ਿੰਦਗੀ ਦੇ ਵਿੱਚੋਂ ਗਿਫਟ ਆਫ ਫੇਥ ਥਾਈਂ ਵੱਡੇ ਵੱਡੇ ਕੰਮ ਹੋ ਸਕਣ, ਚਿੰਨ, ਵੱਡੇ ਵੱਡੇ ਚਿੰਨ੍ਹ, ਵੱਡੇ ਵੱਡੇ ਸਾਇੰਸ ਤੁਹਾਡੇ ਥਾਈਂ ਦੀ ਰੱਬ ਇਸਤੇਮਾਲ ਕਰ ਸਕੇ। ਹਾਂ, ਰੱਬ ਤੁਹਾਨੂੰ ਗਾਉਣ 'ਚ ਇਸਤੇਮਾਲ ਕਰ ਰਿਹਾ ਹੈ, ਰੱਬ ਤੁਹਾਨੂੰ ਵਜਾਉਣ 'ਚ ਇਸਤੇਮਾਲ ਕਰ ਰਿਹਾ ਹੈ, ਰੱਬ ਤੁਹਾਨੂੰ ਤੁਹਾਡੇ ਨੈਚੁਰਲ ਟੈਲੈਂਟਸ ਨੂੰ, ਆਪਣੇ ਬੱਚਿਆਂ ਦੇ ਨੈਚੁਰਲ ਟੈਲੈਂਟਸ ਨੂੰ ਵੀ ਯੂਜ਼ ਕਰ ਰਿਹਾ। ਨੈਚੁਰਲ ਟੈਲੈਂਟਸ ਵੀ ਯੂਜ਼ ਕਰੋ ਰੱਬ ਨੂੰ ਮਹਿਮਾ ਦੇਣ ਵਾਸਤੇ, ਲੇਕਿਨ ਸਪਿਰਿਚੁਅਲ ਟੈਲੈਂਟਸ ਵੀ ਨੇ ਜਿਹਨੂੰ ਗਿਫਟਸ ਕਹਿੰਦੇ ਆ। ਉਹ ਸਪਿਰਿਚੁਅਲ ਗਿਫਟਸ ਦੇ ਵਿੱਚੋਂ ਜਾ ਕੇ ਤੁਸੀਂ ਸੁਪਰਨੈਚੁਰਲੀ ਐਸੀਆਂ ਗੱਲਾਂ ਦੇਖ ਸਕੋਗੇ, ਐਸੀਆਂ ਗੱਲਾਂ ਸੁਣ ਸਕੋਗੇ, ਐਸੀਆਂ ਗੱਲਾਂ ਤੁਹਾਡੀਆਂ ਸੋਚਾਂ 'ਚ ਆਉਣਗੀਆਂ ਜਿਹੜੀਆਂ ਰੱਬ ਨੇ ਤੁਹਾਡੇ ਵਾਸਤੇ ਤਿਆਰ ਕਰਕੇ ਰੱਖੀਆਂ ਹੋਈਆਂ ਨੇ। ਹੁਣ ਪਾਣੀਆਂ ਕਿੱਦਾਂ ਨੇ? ਵਚਨ ਕਹਿੰਦਾ ਆ ਰੱਬ ਦੀ ਰੂਹ ਰੱਬ ਦੇ ਗਹਿਰੇ ਖਜ਼ਾਨਿਆਂ 'ਚ ਜਾ ਕੇ ਉਹ ਗਹਿਰੀਆਂ ਚੀਜ਼ਾਂ ਕੱਢ ਕੇ ਲਿਆਂਦੀ ਆ ਕੇ ਤੁਹਾਡੀ ਰੂਹ ਦੇ ਵਿੱਚ ਪਾ ਦਿੰਦੀ ਆ। ਤੁਹਾਡੀ ਰੂਹ ਜਾਣ ਲੈਂਦੀ ਆ ਉਹਨਾਂ ਸਾਰੀ ਚੀਜ਼ਾਂ ਨੂੰ। ਕੀ ਕਰਨਾ ਹੈ? ਰੂਹ ਦੇ ਵਿੱਚ ਵਧਣਾ ਹੈ, ਰੂਹ ਦੇ ਵਿੱਚ ਵਧਣਾ ਆ, ਰੂਹ ਦੇ ਵਿੱਚ ਬੋਲੀਏ, ਰੂਹ ਦੇ ਵਿੱਚ ਗਾਈਏ, ਰੂਹ ਦੇ ਵਿੱਚ ਨੱਚੀਏ, ਰੂਹ ਦੇ ਵਿੱਚ ਦੁਆਵਾਂ ਕਰੀਏ, ਰੂਹ ਦੇ ਵਿੱਚ ਵਰਸ਼ਿਪ ਕਰੀਏ, ਰੂਹ ਦੇ ਵਿੱਚ ਭੰਗੜੇ ਪਾਈਏ, ਰੂਹ ਦੇ ਵਿੱਚ ਬਣੇ ਰਹੋ ਤੁਮ ਬਣੇ ਰਹੋ, ਯਿਸੂ में बने रहे। ਤੇ ਜਿਹੜਾ ਰੂਹ 'ਚ ਬਣਿਆ ਆ ਉਹ ਯਿਸੂ 'ਚ ਬਣਿਆ ਆ, ਜਿਹੜਾ ਯਿਸੂ ਬਣਿਆ ਉਹ ਰੂਹ ਦੇ ਵਿੱਚ ਬਣਿਆ। ਆਮੀਨ। ਪ੍ਰਭੂ ਦਾ ਵਚਨ ਕਹਿੰਦਾ ਆ ਕਿ ਜੇ ਮੇਰੇ ਸ਼ਬਦ ਤੁਹਾਡੇ ਵਿੱਚ ਬਣੇ ਰਹਿਣ ਤੇ ਤੁਸੀਂ ਮੇਰੇ ਵਿੱਚ ਬਣੇ ਰਹੋ, ਮੰਗੋ ਕੀ ਮੰਗਦੇ ਆ ਸਭ ਕੁਝ ਪੂਰਾ ਹੋ ਜਾਵੇਗਾ। ਸਿਰਫ ਪ੍ਰਭੂ ਯਿਸੂ ਮਸੀਹ ਜੀ ਉਹਦੇ ਪੁੱਤਰ ਨੇ ਆਪਾਂ ਨੂੰ ਇੱਕ ਐਸੀ ਨੇਚਰ ਇੰਟਰੋਡਿਊਸ ਕਰਾਈ ਹੈ ਜਿਹੜੀ ਡਿਵਾਈਨ ਨੇਚਰ ਹੈ, ਸੁਪਰਨੈਚੁਰਲ ਨੇਚਰ ਹੈ। ਮਾਂ ਬਾਪ ਤਾਂ ਸਾਨੂੰ ਸਿਰਫ ਸਰੀਰਿਕ ਜਨਮ ਦਿੰਦੇ ਨੇ, ਲੇਕਿਨ ਉਹ ਸਵਰਗੀ ਪਿਤਾ ਨੇ ਸਾਨੂੰ ਰੂਹਾਨੀ ਜਨਮ ਦਿੱਤਾ, ਇੱਕ ਰੂਹ ਦੀ ਨੇਚਰ ਦੇ ਨਾਲ, ਜਿਹਦੇ ਵਿੱਚ ਰੂਹ ਦੇ ਪ੍ਰਿੰਸੀਪਲਸ ਤੇ ਰੂਹ ਦੇ ਕਾਨੂੰਨ ਮੌਜੂਦ ਨੇ। ਤੇ ਉਹ ਪ੍ਰਿੰਸੀਪਲਸ ਨੂੰ ਪ੍ਰਾਪਤ ਕਰਕੇ, ਸਮਝ ਕੇ, ਅੰਡਰਸਟੈਂਡ ਕਰਕੇ ਤੁਸੀਂ ਸਰੀਰਿਕ ਪ੍ਰਿੰਸੀਪਲਸ ਦੀਆਂ ਜਾਂ ਸਰੀਰਿਕ ਲਾਜ਼ ਦੀਆਂ ਨੈਗੇਟਿਵ ਚੀਜ਼ਾਂ ਨੂੰ ਕੈਂਸਲ ਕਰਕੇ ਬਰਕਤ ਪ੍ਰਾਪਤ ਕਰਕੇ ਅੱਗੇ ਵੱਧ ਸਕਦੇ ਹੋ। ਆਪਣੇ ਪਰਿਵਾਰ ਲਈ ਬਰਕਤ ਬਣ ਸਕਦੇ ਹੋ, ਆਪਣੇ ਜਾਨ ਵਾਲਿਆਂ ਲਈ ਬਰਕਤ ਬਣ ਸਕਦੇ ਹੋ, ਤੇ ਰੱਬ ਦਾ ਜਿਹੜਾ ਮਕਸਦ ਹੈ ਤੁਹਾਡੀ ਜ਼ਿੰਦਗੀ 'ਚ ਤੁਸੀਂ ਉਹ ਪੂਰਾ ਕਰ ਸਕਦੇ ਹੈਗੇ। ਰੂਹ ਦੇ ਵਿੱਚ ਬਣੇ ਰਹੋ, ਰੂਹ ਦੇ ਵਿੱਚ ਵੱਧਦੇ ਰਹੋ, ਰੂਹ ਦੇ ਵਿੱਚ ਬੀਜਦੇ ਰਹੋ। ਦੇਖੋ ਧਿਆਨ ਦੇ ਨਾਲ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ। 2 ਕੋਰਿੰਥੀਅਨ ਚੈਪਟਰ 9 ਵਰਸ 10 ਪੰਜਾਬੀ 'ਚ ਪੜਾਂਗੇ ਆਪਾਂ। 2 ਕੋਰਿੰਥੀਅਨ 9ਵਾਂ ਚੈਪਟਰ ਉਹਦਾ 10ਵਾਂ ਵਰਸ ਦੇਖੋ, ਧਿਆਨ ਦੇ ਨਾਲ ਦੇਖੋ, ਧਿਆਨ ਦੇ ਨਾਲ। 2 ਕੋਰਿੰਥੀਅਨ ਚੈਪਟਰ 9 ਉਹਦੀ ਆਇਤ 10। 2 ਕੋਰਿੰਥੀਅਨ ਚੈਪਟਰ 9 ਵਰਸ 10।
ਉਹ ਜੋ ਬੀਜਣ ਵਾਲੇ ਨੂੰ ਬੀਜਣ ਦੇ ਲਈ ਬੀਜ ਅਤੇ ਖਾਣ ਦੇ ਲਈ ਰੋਟੀ ਦਿੰਦਾ ਹੈ, ਉਹ ਤੁਹਾਨੂੰ ਵੀ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ। ਇਸ ਤਰ੍ਹਾਂ ਤੁਹਾਡੀ ਖੁੱਲ੍ਹ ਦਿਲੀ ਦੀ ਫਸਲ ਵਿੱਚ ਵਾਧਾ ਹੋਵੇਗਾ। ਵਾਓ, ਦੇਖਿਆ ਤੁਸੀਂ, ਲਿਖਿਆ he who supplies, ਉਹ ਪਰਮੇਸ਼ਰ ਬੀਜ ਦਿੰਦਾ ਆ ਉਸ ਨੂੰ ਜੋ ਬੀਜਦਾ ਆ। ਪ੍ਰਭੂ ਨੂੰ ਪਤਾ ਵੀ ਕੌਣ ਬੀਜਦਾ, ਜਿਹੜਾ ਬੀਜਦਾ ਉਹ ਪਰਮੇਸ਼ਰ ਉਹਨੂੰ ਬੀਜ ਦਿੰਦਾ ਆ, ਉਹਨੂੰ ਸਪਲਾਈ ਕਰਦਾ ਆ। ਪਰਮੇਸ਼ਰ ਉਹਨਾਂ ਨੂੰ ਦਿੰਦਾ ਆ ਜਿਹੜੇ ਬੀਜਦੇ ਨੇ। ਠੀਕ ਹੈ, ਪ੍ਰਿੰਸੀਪਲ ਹੈ ਬੀਜਣ ਦਾ। ਪਰਮੇਸ਼ਰ ਉਹਨਾਂ ਨੂੰ ਦਿੰਦਾ ਜਿਹੜਾ ਬੀਜਦਾ ਆ। ਜਿਹਨੇ ਬੀਜਣਾ ਹੁੰਦਾ ਪਰਮੇਸ਼ਰ ਉਹਨੂੰ ਬਰਕਤ ਦਿੰਦਾ ਹੈ, ਪਰਮੇਸ਼ਰ ਦਾ ਆਸ਼ੀਰਵਾਦ ਉਹਨੂੰ ਆਉਂਦਾ। ਪ੍ਰਿੰਸੀਪਲਸ ਨੇ ਬਾਈਬਲ ਦੇ। ਆਮੇਨ। ਜਿਉਂ ਆਪਾਂ ਪ੍ਰਭੂ ਦਾ ਵਚਨ ਬੀਜਦੇ ਆ, ਜਿਉਂ ਆਪਾਂ ਫਾਈਨੈਂਸ਼ੀਅਲ ਤੌਰ ਤੇ ਬੀਜਦੇ ਆ, ਤੁਸੀਂ ਪ੍ਰਭੂ ਦੇ ਫਾਈਨੈਂਸ਼ੀਅਲ ਤੌਰ ਤੇ ਤੁਸੀਂ ਆਫਰਿੰਗ ਦੇ ਵਿੱਚ, ਟਾਈਡਿੰਗ ਵਿੱਚ ਬੀਜਦੇ ਹੋ, ਤੁਹਾਨੂੰ ਪਰਮੇਸ਼ਰ ਦੇਵੇਗਾ ਤਾਂ ਕਿ ਤੁਸੀਂ ਬੀਜ ਸਕੋ, ਕਿਉਂਕਿ ਪ੍ਰਭੂ ਨੂੰ ਪਤਾ ਹੈ ਕਿ ਇਹ ਬੀਜਦਾ ਹੈ। ਪਰਮੇਸ਼ਰ ਨੇ ਪਤਾ ਆ ਵੀ ਕਿਹਨੇ ਬੀਜਣਾ ਆ, ਪ੍ਰਭੂ ਉਹਨੂੰ ਦਿੰਦਾ ਆ। ਜਿਹੜੀਆਂ ਬਰਕਤਾਂ ਤੁਸੀਂ ਬੀਜਣੀਆਂ ਹੁੰਦੀਆਂ ਨੇ, ਰੱਬ ਉਹਨੂੰ ਬਰਕਤ ਦਿੰਦਾ ਹੈ। ਜਿਹੜਾ ਦੂਸਰੇ ਦੇ ਵਾਸਤੇ ਬਰਕਤ ਬਣਨ ਜਾ ਰਿਹਾ ਹੁੰਦਾ ਹੈ, ਪਰਮੇਸ਼ਰ ਉਹਨੂੰ ਬਰਕਤ ਦਿੰਦਾ ਹੈ। ਆਮੇਨ। ਇਹ ਪ੍ਰਿੰਸੀਪਲਸ ਨੇ, ਇਹ ਕਾਨੂੰਨ ਨੇ, ਰੂਹਾਨੀ ਕਾਨੂੰਨ। ਆਮੇਨ। ਜਿਹਨੂੰ ਪਤਾ ਆ ਕਿ ਯਿਸੂ ਥਾਈ ਦੀ ਮੁਕਤੀ ਮਿਲ ਸਕਦੀ ਹੈ, ਮੁਕਤੀ ਪ੍ਰਾਪਤ ਕਰ ਲੈਂਦਾ। ਜਿਹਨੂੰ ਪਤਾ ਹੈ ਕਿ ਯਿਸੂ ਥਾਈ ਦੀ ਬਿਮਾਰੀਆਂ ਮਿਟ ਜਾਣਗੀਆਂ, ਉਹ ਬਿਮਾਰੀਆਂ ਉਹਦੀ ਖਤਮ ਹੋ ਜਾਣਗੀਆਂ। ਜਿਹਨੂੰ ਪਤਾ ਹੈ ਕਿ ਵੱਡੇ ਵੱਡੇ ਪਹਾੜ ਯਿਸੂ ਨਾਮ ਚ ਹਟਾ ਸਕਦਾ ਆ, ਉਹ ਯੂਜ਼ ਕਰੇਗਾ। ਯਿਸੂ ਨਾਮ, ਪ੍ਰਭੂ ਨੇ ਕਿਹਾ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ੍ਹ ਹੋਣਗੇ, ਉਹ ਮੇਰਾ ਨਾਮ ਲੈ ਕੇ ਬਦਰੂਆਂ ਨੂੰ ਕੱਢਣਗੇ। ਜਿਹਨੂੰ ਪਤਾ ਆ ਉਸ ਨਾਮ ਦੇ ਬਾਰੇ, ਬਦਰੂਆਂ ਨੂੰ ਕੱਢੇਗਾ। ਜੇ ਉਹ ਜ਼ਹਿਰ ਵੀ ਪੀ ਲੈਂਦੇ ਨੇ, ਜੇ ਸੱਪ ਵੀ ਚੱਕ ਲੈਂਦੇ ਨੇ, ਉਹਨਾਂ ਦਾ ਕੁਝ ਵਿਗੜੇਗਾ ਨਹੀਂ। ਉਹ ਨਵੀਆਂ ਦੂਜੀਆਂ ਬੋਲੀਆਂ ਬੋਲਣਗੇ। ਵਾਓ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ, ਬਿਮਾਰ ਚੰਗੇ ਹੋ ਜਾਣਗੇ। ਵਾਓ। ਰੂਹਾਨੀ ਬਰਕਤਾਂ ਨੇ, ਰੂਹਾਨੀ ਕਾਨੂੰਨ ਨੇ। ਤੁਹਾਡੀ ਐਸ ਸਰੀਰਿਕ ਨੇਚਰ ਦੇ ਵਿੱਚ ਰੱਬ ਨੇ ਇੱਕ ਹੋਰ ਨੇਚਰ ਪਾਤੀ ਆ। ਆਪੇ ਨਹੀਂ ਪਈ, ਇਹ ਰੱਬ ਨੇ ਪਾਈ ਆ, ਲੇਕਿਨ ਤੁਸੀਂ ਪਵਾਈ ਆ। ਕਿੱਦਾਂ ਪਵਾਈ ਆ? ਇਹ ਤੁਸੀਂ ਪ੍ਰਭੂ ਯਿਸੂ ਮਸੀਹ ਚ ਵਿਸ਼ਵਾਸ ਕਰ ਲਿਆ। ਤੁਸੀਂ ਯਿਸੂ ਨੂੰ ਕਿਹਾ ਮੇਰਾ ਰੱਬ ਬਣ ਜਾ, ਮੇਰੇ ਪਾਪ ਮਾਫ ਕਰ ਦੇ, ਮੈਂ ਤੈਨੂੰ ਸਵੀਕਾਰ ਕਰਦਾ ਹਾਂ। ਉਸੇ ਸਮੇਂ ਪਰਮ ਆਤਮਾ ਦਾ ਦਾਨ ਤੁਹਾਨੂੰ ਦਿੱਤਾ ਗਿਆ ਤੇ ਤੁਹਾਡੀ ਰੂਹ ਦਾ ਨਵਾਂ ਜਨਮ ਹੋ ਗਿਆ। ਤੁਹਾਡੇ ਵਿੱਚ ਸਪਿਰਿਚੁਅਲ ਨੇਚਰ ਆ ਗਿਆ, ਤੁਹਾਡੇ ਵਿੱਚ ਡਿਵਾਈਨ ਨੇਚਰ ਆ ਗਿਆ, ਤੁਹਾਡੇ ਵਿੱਚ ਗॉडਲੀ ਨੇਚਰ ਆ ਗਿਆ। ਹੁਣ ਤੁਹਾਡੇ ਵਿੱਚ ਦੋ ਨੇਚਰਾਂ ਨੇ, ਇੱਕ ਹਿਊਮਨ ਨੇਚਰ ਵੀ ਤੁਹਾਡੇ ਵਿੱਚ ਆ, ਹੁਣ ਇੱਕ ਗॉडਲੀ ਨੇਚਰ ਵੀ ਤੁਹਾਡੇ ਨਾਲ ਵਿੱਚ ਆ। ਇਹਨਾਂ ਦੋਨਾਂ ਨੇਚਰ ਦੇ ਵਿੱਚ ਲੜਾਈ ਚੱਲ ਰਹੀ ਆ। ਭਾਈ ਬੀਬੀ, ਕਿਹੜੀ ਜਿੱਤੂਗੀ? ਉਹ ਜਿੱਤੂਗੀ ਜਿਹੜੀ ਜ਼ਿਆਦਾ ਖਾਊਗੀ। ਜੇ ਐਸੇ ਹਿਊਮਨ ਨੇਚਰ ਨੂੰ ਜ਼ਿਆਦਾ ਖੁਰਾਕ ਦੇਈ ਜਾਣੀ ਆ, ਜਾਣੀ ਕਿ ਪਾਸਟਰ ਜੀ ਅਸੀਂ ਅੱਜ ਤੋਂ ਬਾਅਦ ਛੋਲੇ ਭਟੂਰੇ ਖਾਣੇ ਬੰਦ ਕਰ ਦਈਏ, ਜਾਣੀ ਕਿ ਪਾਸਟਰ ਜੀ ਅਸੀਂ ਅੱਜ ਤੋਂ ਬਾਅਦ ਪਕੌੜੇ ਖਾਣੇ ਬੰਦ ਕਰ ਦਈਏ, ਜਾਣੀ ਕਿ ਅੱਜ ਤੋਂ ਬਾਅਦ ਪਾਸਟਰ ਜੀ ਅਸੀਂ ਖੁਰਾਕ ਖਾਣਾ ਬੰਦ ਕਰ। ਨਹੀਂ। ਮੈਂ ਸਰੀਰ ਦੀ ਗੱਲ ਨਹੀਂ ਕਰ ਰਿਹਾ, ਮੈਂ ਸਰੀਰਿਕ ਨੇਚਰ ਦੀ ਗੱਲ ਕਰ ਰਿਹਾ। ਸਰੀਰਿਕ ਨੇਚਰ ਦੀਆਂ ਉਹ ਖੁਰਾਕਾਂ ਬੰਦ ਕਰਨੀਆਂ ਨੇ ਜਿਹੜੇ ਸਰੀਰ ਨੂੰ, ਸਰੀਰਿਕ ਨੇਚਰ ਨੂੰ, ਫਾਲਨ ਨੇਚਰ ਨੂੰ, ਪਾਪੀ ਨੇਚਰ ਨੂੰ, ਡਿੱਗੀ ਹੋਈ ਨੇਚਰ ਨੂੰ ਤਕੜਾ ਕਰਦੀਆਂ ਨੇ। ਜਿੱਦਾਂ ਜਿਸ ਤਰ੍ਹਾਂ ਹਰਾਮਕਾਰੀ, ਜਿਸ ਤਰ੍ਹਾਂ ਫੋਰਨੀਕੇਸ਼ਨ, ਜਿਸ ਤਰ੍ਹਾਂ ਐਡਲਟਰੀ, ਜਿਸ ਤਰ੍ਹਾਂ ਝੂਠ ਨਾ ਬੋਲੋ, ਚੁਗਲੀ ਨਾ ਕਰੋ, ਸ਼ਰਾਬ ਨਾ ਪੀਵੋ, ਪਾਪ ਨਾ ਕਰੋ, ਆ ਨਾ ਕਰੋ, ਉਹ ਕਰੋ। ਇਹ ਸਾਰੀਆਂ ਚੀਜ਼ਾਂ ਸਰੀਰਿਕ ਨੇਚਰ ਨੂੰ, ਜੇ ਤੁਸੀਂ ਸਰੀਰਿਕ ਨੇਚਰ ਨੂੰ ਖਵਾਈ ਜਾਓਗੇ, ਐਸੀਆਂ ਚੀਜ਼ਾਂ ਦੇਖੀ ਜਾਓਗੇ, ਤੁਹਾਨੂੰ ਪਾਪ ਕਰਾ ਦੇਣਗੀਆਂ। ਐਸੀ ਚੀਜ਼ਾਂ ਸੁਣੀ ਜਾਓਗੇ, ਤੁਹਾਨੂੰ ਪਾਪ ਕਰਾ ਦੇਣਗੀਆਂ। ਐਸੀਆਂ ਚੀਜ਼ਾਂ ਸਵੀਕਾਰ ਕਰੀ ਜਾਓਗੇ, ਐਸੀਆਂ ਚੀਜ਼ਾਂ ਤੁਹਾਡਾ ਉੱਠਣਾ ਬੈਠਣਾ ਹੋਵੇਗਾ, ਉਹਨਾਂ ਦੇ ਨਾਲ ਉੱਠਣਾ ਬੈਠਣਾ ਹੋਵੇਗਾ ਜਿਹਦੇ ਨਾਲ ਤੁਹਾਡੀ ਸਰੀਰਿਕ ਨੇਚਰ ਜਿਹੜੀ ਆ ਉਹ ਤਕੜੀ ਹੋ ਜਾਏਗੀ। ਜਿਹੜੀ ਰੂਹਾਨੀ ਨੇਚਰ ਹੈ ਕਮਜ਼ੋਰ ਪੈ ਜਾਏਗੀ। ਫਿਰ ਇਹ ਤਕੜੀ ਨਹੀਂ, ਉਹਦੇ ਤੇ ਭਾਰੂ ਬਣਨਾ ਹੈ। ਲੇਕਿਨ ਜੇ ਤੁਸੀਂ ਰੂਹਾਨੀ ਨੇਚਰ ਨੂੰ ਤਕੜਾ ਕਰੋ, ਤੁਸੀਂ ਸਵੇਰੇ ਉੱਠ ਕੇ ਪ੍ਰਭੂ ਦਾ ਵਚਨ ਪੜ੍ਹਦੇ ਹੋ, ਤੁਸੀਂ ਪਰਮੇਸ਼ਰ ਦੇ ਅੱਗੇ ਕੁਝ ਗੀਤ ਗਾਵੋ, ਤੁਸੀਂ ਰੂਹ ਦੇ ਵਿੱਚ ਪ੍ਰਾਰਥਨਾ ਕਰੋ, ਤੁਸੀਂ ਰੱਬ ਦੀ ਵਡਿਆਈ ਕਰੋ, ਤੁਸੀਂ ਵਰਸ਼ਿਪ ਕਰੋ, ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਬਾਰ-ਬਾਰ ਪੜ੍ਹੋ, ਦੂਜੀਆਂ ਬੋਲੀਆਂ 'ਚ ਦੁਆ ਕਰੋ, ਪਵਿੱਤਰਤਾ ਦਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿਓ। ਤੁਹਾਡੀ ਜਿਹੜੀ ਸਪਿਰਿਚੁਅਲ ਨੇਚਰ ਆ, ਤੁਹਾਡੇ ਵਿੱਚ ਜਿਹੜੀ ਡਿਵਾਈਨ ਨੇਚਰ ਆ, ਉਹ ਤਕੜੀ ਹੋ ਜਾਊਗੀ। ਇਹਨਾਂ ਦੋਨਾਂ 'ਚ ਲੜਾਈ ਚੱਲ ਰਹੀ ਆ। ਜਿਹਨੂੰ ਜ਼ਿਆਦਾ ਫੀਡ ਕਰਾਂਗੇ ਉਹ ਓਨੀ ਜ਼ਿਆਦਾ ਤਕੜੀ ਹੋਏਗੀ। ਐਵੇਂ ਜਿਹਨੂੰ ਜ਼ਿਆਦਾ, ਇਹਨੂੰ ਜੇ ਤੁਸੀਂ ਜ਼ਿਆਦਾ ਛੋਲੇ ਭਟੂਰੇ ਖਵਾਉਣ ਲੱਗ ਜਾਓ ਨਾ ਸਰੀਰਿਕ ਨੇਚਰ ਨੂੰ, ਤਾਂ ਉਹ ਤਕੜੀ ਹੋ ਸਕਦੀ ਆ। ਲੇਕਿਨ ਜੋ ਤੁਸੀਂ ਪਿੰਨੀਆਂ ਖਵਾਓ,
ਪੀਣੀਆਂ ਖਵਾ ਤੁਸੀਂ ਰੂਹਾਨੀ ਨੇਚਰ ਵਾਲੀ ਨੂੰ। ਪੀਣੇ ਦਾ ਮਤਲਬ ਆ ਮੈਂ ਪਰਮੇਸ਼ਰ ਦਾ ਵਚਨ, ਪੀਣੇ ਦਾ ਮਤਲਬ ਆ ਮਿੱਠੀਆਂ ਚੀਜ਼ਾਂ, ਉਹਦਾ ਵਰਸ਼ਿਪ, ਉਹਦੀਆਂ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਰੂਹ ਦੀ ਪ੍ਰੇਰ ਹੈਗੀ ਆ, ਉਹਦੇ ਨਾਲ ਤੁਹਾਡੀ ਰੂਹਾਨੀ ਜ਼ਿੰਦਗੀ ਤਕੜੀ। ਜਦੋਂ ਤੁਹਾਡੇ ਵਿੱਚ ਪ੍ਰਭੂ ਦੇ ਪੈਰੋਂ ਰੂਹ ਦੀ ਰੂਹਾਨੀ ਜ਼ਿੰਦਗੀ ਤਕੜੀ ਹੋ ਗਈ, ਹੁਣ ਉਸ ਰੂਹਾਨੀ ਜ਼ਿੰਦਗੀ ਜਿਹੜੀ ਤਕੜੀ ਹੋ ਗਈ, ਉਹਨੇ ਸਰੀਰਿਕ ਨੇਚਰ ਦੇ ਸਾਰੇ ਨੈਗੇਟਿਵ ਲਾਜ਼ ਨੇ ਉਹ ਡਿਸਟਰੋਏ ਕਰ ਦੇਣੇ। ਉਹ ਤੁਹਾਨੂੰ ਦਬਾ ਨਹੀਂ ਸਕਾਏਗੀ, ਉਹ ਤੁਹਾਨੂੰ ਡੁਬਾ ਨਹੀਂ ਸਕਾਏਗੀ, ਉਹ ਤੁਹਾਨੂੰ ਉਡਾ ਕੇ ਲੈ ਜਾਏਗੀ। ਉਹ ਸਾਰਾ ਭਾਰ ਤੁਹਾਡੇ ਉੱਤੇ ਕੈਂਸਲ ਕਰ ਦੇਗੀ, ਉਹ ਸਾਰੇ ਕਰਸਿਸ ਤੋੜ ਦੇਗੀ, ਉਹ ਬਦਰੂ ਨੂੰ ਤੁਹਾਡੇ ਨੇੜੇ ਨਹੀਂ ਲੱਗਣ ਦੇਗੀ, ਉਹ ਕੋਈ ਦਰਦ ਤੁਹਾਡੇ ਵਿੱਚ ਰਹਿ ਨਹੀਂ ਸਕੇਗਾ, ਕੋਈ ਬਿਮਾਰੀ ਤੁਹਾਡੇ ਵਿੱਚ ਰਹਿ ਨਹੀਂ ਸਕੇਗੀ, ਕੋਈ ਪਾਪ ਤੁਹਾਡੇ ਵਿੱਚ ਰਹਿ ਨਹੀਂ ਸਕੇਗਾ। ਆਮੇਨ। ਤੁਸੀਂ ਉਹ ਮਕਸਦ ਪੂਰਾ ਕਰ ਸਕੋਗੇ ਜਿਸ ਮਕਸਦ ਦੇ ਵਾਸਤੇ ਉਹ ਸੱਚੇ ਪਰਮਾਤਮਾ ਨੇ ਤੁਹਾਨੂੰ ਬਣਾਇਆ ਆ ਤੇ ਤੁਹਾਨੂੰ ਇਸ ਦੁਨੀਆ ਤੇ ਭੇਜਿਆ ਆ। ਸਰੀਰਿਕ ਤੌਰ ਤੇ ਤੁਸੀਂ ਆਏ ਸੀ, ਲੇਕਿਨ ਹੁਣ ਤੁਸੀਂ ਰੂਹਾਨੀ ਤੌਰ ਤੇ ਜਨਮ ਲੈ ਕੇ ਤੁਸੀਂ ਉਹ ਰੂਹਾਨੀ ਨੇਚਰ ਨੂੰ ਪ੍ਰਾਪਤ ਕਰ ਲਿਆ, ਤਾਂ ਕਿ ਹੁਣ ਤੁਸੀਂ ਰੂਹ ਦੇ ਵਿੱਚ ਸੇਵਾ ਕਰ ਸਕੋ ਤੇ ਜਾਨਾਂ ਬਚਾ ਸਕੋ ਤੇ ਲੋਕ ਪ੍ਰਭੂ ਯਿਸੂ ਵੱਲ ਨੂੰ ਖਿੱਚੇ ਆਣ, ਬਰਕਤ ਪ੍ਰਾਪਤ ਕਰਕੇ ਤਿਆਰ ਹੋ ਜਾਣ। ਇੱਕ ਦਿਨ ਆਵੇਗਾ, ਤੂਰੀ ਫੂਕੀ ਜਾਵੇਗੀ। ਆਪਾਂ ਜੋ ਚਾਹੁੰਦੇ ਆ ਸੈਕਿੰਡਸ ਦੇ ਵਿੱਚ ਆਪਣੀਆਂ ਸਰੀਰ ਬਦਲ ਜਾਣਗੇ, ਆਪਾਂ ਚੁੱਕ ਲੈ ਜਾਵਾਂਗੇ ਤੇ ਜਿਹੜੇ ਮੁਰਦੇ ਨੇ ਸਭ ਤੋਂ ਪਹਿਲਾਂ ਤਾਂ ਉਹ ਉਠਾਏ ਜਾਣਗੇ। ਆਮੇਨ। ਸਰੀਰ ਬਦਲ ਜਾਣਗੇ, ਚੁੱਕੇ ਜਾਣਗੇ। ਲੇਕਿਨ ਹਜੇ ਇਹ ਪ੍ਰਭੂ ਥੋੜਾ ਠਹਿਰ ਰਿਹਾ ਹੈ, ਹਜੇ ਨਹੀਂ ਆ ਰਿਹਾ ਛੇਤੀ, ਕਿਉਂਕਿ ਪ੍ਰਭੂ ਦੀ ਕਿਰਪਾ ਮਹਾਨ ਆ। ਇੱਕ ਦਿਨ ਜਾਇਆ ਆਪਣੀਆਂ ਅੱਖਾਂ ਮਿਟੀਆਂ, ਤੁਹਾਡੀਆਂ ਅੱਖਾਂ ਮਿਟੀਆਂ, ਮੇਰੀਆਂ ਅੱਖਾਂ ਮਿਟੀਆਂ, ਚਿੱਤ ਰੱਖੋ ਆਪਾਂ ਸਵਰਗ ਦੇ ਵਿੱਚ ਹੀ ਹੋਵਾਂਗੇ ਪਰਮੇਸ਼ਰ ਕੋਲੇ, ਕਿਉਂਕਿ ਉਹਨੇ ਆਪਣੇ ਪਾਪ ਮਾਫ ਕਰ ਦਿੱਤੇ ਨੇ। ਆਮੇਨ। ਉਹਨੇ ਸਾਡੇ ਪਾਪ ਮਾਫ ਕਰਕੇ ਸਾਨੂੰ ਨਵਾਂ ਜੀਵਨ ਪ੍ਰਾਪਤ ਕੀਤਾ ਹੈ। ਪ੍ਰਭੂ ਦੇ ਭੈਣੋ, ਪ੍ਰਭੂ ਦੇ ਵਿੱਚ ਬਣੇ ਰਹੀਏ, ਇੱਕ ਦੂਜੇ ਲਈ ਦੁਆ ਕਰੀਏ, ਇੱਕ ਦੂਜੇ ਨੂੰ ਇਨਕਰੇਜ ਕਰੀਏ, ਇੱਕ ਦੂਸਰੇ ਨੂੰ ਉੱਚਾ ਕਰੀਏ, ਕਿਸੇ ਨੂੰ ਨੀਵਾਂ ਨਾ ਕਰੀਏ, ਇੱਕ ਦੂਸਰੇ ਨੂੰ ਇਨਕਰੇਜ ਕਰੀਏ। ਆਮੇਨ। ਆਮੇਨ। ਇੱਕ ਦੂਸਰੇ ਨੂੰ ਵਧਾਈਏ, ਇੱਕ ਦੂਸਰੇ ਦੀ ਰਿਸਪੈਕਟ ਕਰੀਏ, ਇੱਕ ਦੂਸਰੇ ਦੇ ਬਾਰੇ ਗੱਲਬਾਤ ਕਰੀਏ। ਇਹ ਸਾਰੀਆਂ ਗੱਲਾਂ ਪਰਮੇਸ਼ਰ ਵਚਨ ਪਰ ਦੱਸਦਾ ਹੈ। ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਭਨਾਂ ਨਾਲ ਹੋਵੇ ਹਮੇਸ਼ਾ ਹਮੇਸ਼ਾ ਦੇ ਵਾਸਤੇ। ਇਹ ਵਚਨ ਜਿਹੜਾ ਮੈਂ ਤੁਹਾਨੂੰ ਸ਼ੇਅਰ ਕੀਤਾ, ਇਹ ਵਚਨ ਥਿਓਰੀਕਲ ਵਚਨ ਸੀਗਾ, लेकिन मैं तुम्हें एक एग्जाम्पल देना चाहना, प्रैक्टिकल एग्जाम्पल की है। प्रैक्टिकल एग्जाम्पल ये है यार, मैं तो साउथ अमेरिका ਦੇ ਵਿੱਚ ਹੈਗਾ ਹਜ਼ਾਰਾਂ ਕਿਲੋਮੀਟਰ ਦੂਰ ਤੋਂ। मैं ਅੱਜ 10 ਵਜੇ ਜਹਾਜ਼ ਭੇਜਾਂਗਾ ਤੇ ਕੱਲ 10 ਵਜੇ ਜਹਾਜ਼ 'ਚ ਉਤਰਾਂਗਾ ਵੈਨਕੂਵਰ ਕੈਨੇਡਾ ਦੇ ਵਿੱਚ। ਦੇਖ ਲਓ ਇਹਨੇ ਥੋੜੇ ਸਮੇਂ ਦੇ ਵਿੱਚ एडा बड़ा बनया हुआ जहाज डिफरेंट नेचर का मैनू इस जगह तो ट्रांसपोर्ट कर देगा नॉर्थ दे विच। बिल्कुल उसी तरह एक दिन आएगा कि पवित्र आत्मा एक तुरी फूकी जाएगी तो सारे शरीर को ट्रांसपोर्ट कर देगी इस दुनिया तो चक के उस स्वर्गां दे विच। पासे जी की हो सकता है अपने प्रभु यीशु ने होया सी, पास्टर जी वाकई हो सकता फिलिपिस नाल होया सी, पास्टर जी वाकई हो सकता है एलाइजा नाल होया सी, पास्टर जी वाकई हो सकता है एनोक नाल होया सी, पास्टर जी वाकई हो सकता है मूसा नाल भी होया सी, तकरीबन कुछ होर भी हो सकता है पास्टर जी पौलुस नाल भी होया 2 बार 3 बार। पौलुस कहता पता नहीं मैं जा चुकिया स्वर्ग दा विच उतरिया। कुछ साल पहला मेरे डैडी ਨੂੰ एक विजन आया सी। डैडी ने उस विजन ਦੇ ਵਿੱਚ ਦੇਖਿਆ ਵੀ ਕੋਈ ਖਾਸ ਤਰੀਕੇ ਦੀ ਕੋਈ ਰੂਹਾਨੀ ਜਹਾਜ਼ ਤਿਆਰ ਹੋਏ ਨੇ ਤੇ ਉਸ ਦੀ ਜਹਾਜ਼ ਦੇ ਵਿੱਚ ਇੱਕ ਐਂਜਲ ਪ੍ਰਗਟ ਹੁੰਦਾ ਹੈ ਤੇ ਡੈਡੀ ਨੂੰ ਕਹਿੰਦਾ ਪ੍ਰੇਅਰ ਕਰੋ ਤੇ ਡੈਡੀ ਕਹਿੰਦੇ ਪ੍ਰੇਅਰ ਕਰੋ। ਕਿਹਦੇ ਲਈ ਪ੍ਰੇਅਰ ਕਰਨੀ ਹੈ? ਵੀ ਕੋਈ ਲੜਕੀ ਹੈ ਉਹਦੇ ਲਈ ਪ੍ਰੇਅਰ ਕਰਨੀ ਹੈ, ਕੋਈ ਖਾਸ ਭੈਣ ਆ ਉਹਦੇ ਲਈ ਪ੍ਰੇਅਰ ਕਰਨੀ ਹੈ। ਪਰ ਉਹ ਕਹਿੰਦੇ ਮੈਂ ਪ੍ਰੇਅਰ ਕਰ ਰਿਹਾ, ਮੇਰੇ ਡੈਡੀ ਕਹਿੰਦੇ ਪ੍ਰੇਅਰ ਕਰ ਰਿਹਾ ਤੇ ਉਹ ਪ੍ਰੇਅਰ ਕਰਦੀ ਸੀ। ਉਹ ਲੜਕੀ ਜਿਹੜੀ ਸੀਗੀ, ਉਹ ਭੈਣ ਜਿਹੜੀ ਸੀਗੀ, ਉਹ ਜਹਾਜ਼ 'ਚ ਵੜ ਨਹੀਂ ਸਕ ਰਹੀ ਸੀ। ਕੁਛ ਇਸ ਤਰ੍ਹਾਂ ਦਾ ਚੱਕਰ ਸੀਗਾ। ਉਹਨਾਂ ਨੂੰ ਵਿਜ਼ਨ ਆਇਆ ਸੀਗਾ ਰਾਤ ਨੂੰ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਜਾਗ ਖੁੱਲੀ ਤੇ ਉਹ ਹਜੇ ਵੀ ਉਸ ਵਿਜ਼ਨ 'ਚ ਸੀਗੇ ਵੀ ਪ੍ਰੇਜ਼ ਦਾ ਕਰਦੇ ਸੀ। ਤੇ ਮੰਮੀ ਉਹਨਾਂ ਨੂੰ ਪੁੱਛਿਆ ਵੀ ਕੀ ਹੋਇਆ ਤੇ ਉਹ ਡੈਡੀ ਦੱਸਣ ਵੀ ਇੱਕ ਲੜਕੀ ਸੀ ਜਿਹੜਾ ਵੜਨੀ ਚਾਹੁੰਦੀ ਸੀਗੀ ਇਸ ਜਹਾਜ਼ ਦੇ ਵਿੱਚ, ਕੋਈ ਸਵਰਗਾਂ ਨੂੰ ਲੈ ਕੇ ਜਾ ਰਿਹਾ ਆ
ਤੇ ਉਹ ਅੰਦਰ ਨਹੀਂ ਜਾ ਪਾ ਰਹੀ ਸੀਗੀ, ਲੇਕਿਨ ਪ੍ਰੇ ਕੀਤੀ, ਸਾਰਿਆਂ ਨੇ ਪ੍ਰੇ ਕੀਤੀ ਤੇ ਹੁਣ ਉਹ ਅੰਦਰ ਵੜ ਗਈ ਹੈਗੀ ਹੈ ਨਾ। ਤੇ ਮੰਮੀ ਨੇ ਕਿਹਾ ਫਿਰ ਤੁਸੀਂ ਕਾਹਤੋਂ ਨਹੀਂ, ਤੁਸੀਂ ਬਾਹਰ ਖੜੇ ਸੀ? ਤੁਸੀਂ ਹਾਂ ਮੈਂ ਬਾਹਰ ਖੜਾ ਸੀ ਤੇ ਅੰਦਰ ਕਹਿੰਦੇ ਬਹੁਤ ਸਾਰੇ ਲੋਕ ਸੀਗੇ ਤੇ ਤੁਸੀਂ ਕਾਹਤੋਂ ਨਹੀਂ ਵੜੇ? ਕਹਿੰਦੇ ਮੈਂ ਗਿਆ ਸੀ ਉਹ ਦੁੱਧ ਵੱਲ ਨੂੰ, ਮੈਂ ਵੀ ਵੜ ਜਾ ਅੰਦਰ। ਦੁੱਧ ਕਹਿੰਦਾ ਨਹੀਂ ਹਜੇ ਤੇਰਾ ਸਮਾਂ ਨਹੀਂ ਆਇਆ, ਤੂੰ ਵਾਪਸ ਚੱਲ ਜਾ, ਤੇਰਾ ਹਜੇ ਸਮਾਂ ਨਹੀਂ ਆਇਆ, ਤੂੰ ਵਾਪਸ ਚਲੇ ਜਾ। ਤੇ ਜਦੋਂ ਡੈਡੀ ਨੇ ਚਾਰ ਪਾਸੇ ਦੇਖਿਆ, ਕਹਿੰਦੇ ਉੱਤੇ ਕਿੰਨੇ ਸਾਰੇ ਏਦਾਂ ਦੇ ਕੋਈ ਖਾਸ ਰੂਹਾਨੀ ਜਹਾਜ਼ ਬਣੇ ਹੋਏ ਸੀਗੇ ਜਿਹੜੇ ਉਡਾ ਕੇ ਲੈ ਜਾਂਦੇ ਸੀਗੇ ਸਾਰਿਆਂ ਨੂੰ ਸਵਰਗਾਂ ਦੇ ਵਿੱਚ। ਵਾਓ ਭਰਾਵੋ ਦੇ ਮਨੋਂ ਉੱਥੇ ਕੀ ਹੋਏਗਾ ਆਪਾਂ ਨੂੰ ਨਹੀਂ ਪਤਾ। ਇਹ ਬਾਈਬਲ 'ਚੋਂ ਨਹੀਂ ਸੀਗਾ, ਉਹਨਾਂ ਨੂੰ ਦੱਸਿਆ, ਇਹ ਇੱਕ ਵਿਜ਼ਨ ਸੀਗਾ ਜੋ ਮੇਰੇ ਡੈਡੀ ਨੂੰ ਆਇਆ ਸੀਗਾ ਕੁਝ ਸਾਲ ਪਹਿਲਾਂ। ਤੇ ਉਹ ਤੋਂ ਤਕਰੀਬਨ 2-3 ਸਾਲ ਦੀ ਗੱਲ ਆ ਕਿ ਮੇਰੇ ਡੈਡੀ ਇੱਕ ਦਿਨ ਉਸ ਜਹਾਜ਼ ਵਿੱਚ ਬੈਠ ਕੇ ਚਲੇ ਗਏ ਨੇ ਸਵਰਗਾਂ ਨੂੰ। ਪਤਰਸ ਕਹਿੰਦਾ ਆ, ਪਲੂਸ ਵੀ ਕਹਿ ਰਿਹਾ ਆ ਕਿ ਏਲਾਈਜਾ ਜਿਹੜਾ ਸੀਗਾ ਉਹ ਇੱਕ ਬੈਲ ਗਾੜੀ ਵਾਂਗੂ ਇੱਕ ਗੱਡੀ ਆਈ ਸੀ ਤੇ ਉਹ ਏਲਾਈਜਾ ਨੂੰ ਬਿਠਾ ਕੇ ਲੈ ਗਈ ਸੀ ਸਵਰਗਾਂ ਦੇ ਵਿੱਚ। ਇੱਕ ਹੋਰ ਇਨਸਾਨ ਪਰਮੇਸ਼ਰ ਦਾ ਹੋਇਆ ਸੀਗਾ, ਲੈਸਟਰ ਸਮੂਏਲ ਕਰਕੇ ਨਾਮ ਸੀਗਾ। ਉਹ ਜਾਂ ਉਹਦਾ ਕੋਈ ਹੋਰ ਫਰੈਂਡ ਦੱਸਦਾ ਸੀਗਾ, ਕਹਿੰਦਾ ਕਿ ਮੈਂ ਪ੍ਰੀਚ ਕਰਨਾ ਸੀਗਾ ਤੇ ਲੈਸਟਰ ਸਮੂਏਲ ਸੀਗਾ ਤੇ ਮੈਂ ਪ੍ਰੀਚ ਕਰਨਾ ਸੀਗਾ ਤੇ ਮੈਨੂੰ ਬੜੀ ਭੁੱਖ ਲੱਗੀ ਤੇ ਮੈਂ ਪਾਸਟਰ ਨੂੰ ਕਿਹਾ ਸੀ, ਰੈਸਟੋਰੈਂਟ ਸੀਗਾ ਪਾਸਟਰ ਵਿੱਚ, ਮੈਂ ਕੁਛ ਖਾ ਲਾ। ਤੇ ਕਹਿੰਦੇ ਵੀ ਹਾਂ ਤੂੰ ਖਾ ਲਾ, ਟਾਈਮ ਹੈਗਾ ਜੋ ਵਰਸ਼ਿਪ ਦੇ ਵਿੱਚ ਨੇ ਪ੍ਰੀਚਿੰਗ ਦੇ ਵਾਸਤੇ ਟਾਈਮ ਹੈਗਾ। ਤੇ ਖਾ ਲਿਆ ਤੇ ਉੱਥੇ ਬੈਠਾ ਮੈਂ ਆਪਣੇ ਟੇਬਲ ਤੇ। ਪਾਸਟਰ ਨੂੰ ਕਹਿੰਦਾ ਪਾਸਟਰ ਜੀ ਮੈਨੂੰ ਬਹੁਤ ਜ਼ਿਆਦਾ ਕਸ਼ਿਸ਼ ਹੋ ਰਹੀ ਹੈ ਪ੍ਰੇਅਰ ਕਰਨ ਦੀ। ਮੈਂ ਪ੍ਰੇ ਕਰਦਾ ਅੰਦਰ, ਮੈਨੂੰ 5-10-20 ਮਿੰਟ ਵੀ ਲੱਗ ਸਕਦੇ, 30 ਮਿੰਟ ਵੀ ਲੱਗ ਸਕਦੇ, ਤੁਸੀਂ ਸੰਭਾਲ ਲਿਓ ਪਲੀਜ਼ ਤੇ ਮੈਂ ਆਵਾਂ ਜ਼ਰੂਰ। ਤੇ ਉਹ ਗਿਆ, ਜਾ ਕੇ ਉਹ ਗੋਡੀਆਂ ਲਾ ਕੇ ਕਹਿੰਦਾ ਆ ਪ੍ਰਭੂ ਆਈ ਐਮ ਹੇਅਰ। ਤੇ ਅਚਾਨਕ ਹੀ ਪ੍ਰਭੂ ਦਾ ਹੱਥ ਮੁੜਿਆ ਆਉਂਦਾ, ਵੱਡਾ ਸਾਰਾ ਹੱਥ ਮੁੜਿਆ ਨਜ਼ਰ ਆਉਂਦਾ। ਪਵਿੱਤਰ ਆਤਮਾ ਦੀ ਆਵਾਜ਼ ਆਉਂਦੀ ਹੈ ਜੰਪਿੰਗ। ਉਹ ਖੜਾ ਹੋ ਗਿਆ ਉਸ ਵਿਜ਼ਨ ਦੇ ਵਿੱਚ ਜੰਪ ਕਰਦਾ ਹੈ ਤੇ ਜਦੋਂ ਜੰਪਿੰਗ ਕਰਦਾ ਹੈ ਉਹ ਇੱਕ ਖਾਸ ਗੱਡੀ ਬਣ ਜਾਂਦੀ ਹੈ, ਜਿੱਦਾਂ ਜਿਹੜੇ ਰੱਥ ਹੁੰਦੇ ਸੀਗੇ ਪੁਰਾਣੇ ਨੇਮ 'ਚ। ਉਹ ਰੱਥ ਵਿੱਚ ਬਹਿ ਜਾਂਦਾ ਆ। ਦੂਤ ਜਿਹੜਾ ਸੀਗਾ ਮੂਹਰੇ ਖੜਾ ਬਲਦਾਂ ਨੂੰ ਹੱਕ ਰਿਹਾ ਸੀਗਾ, ਘੋੜਿਆਂ ਨੂੰ। ਤੇ ਉਹ ਕਹਿੰਦੇ ਸੈਕੰਡਸ ਦੇ ਵਿੱਚ ਉਹ ਲੈਂਡ ਕਰਦਾ ਆ ਉੱਥੇ। ਤੇ ਜਦੋਂ ਲੈਂਡ ਕਰਦਾ ਹੈ ਦੇਖਦਾ ਵੇ ਹੀ ਵਾਸ ਇਨ ਹੈਵਨ, ਸਵਰਗ ਦੇ ਵਿੱਚ ਆ। ਤੇ ਜਦੋਂ ਉਹ ਦੇਖਦਾ ਸਵਰਗ ਦੇ ਵਿੱਚ, ਉਹ ਉੱਤਰਦਾ ਆ। ਦੂਤ ਕਹਿੰਦਾ ਫੋਲੋ ਮੀ, ਮੈਂ ਤੈਨੂੰ ਲੀਡ ਕਰਾਂਗਾ ਜਿੱਥੇ ਜਿੱਥੇ ਤੂੰ ਜਾਣਾ ਆ, ਫੋਲੋ ਮੀ। ਇਹ ਉਤਰ ਕੇ ਉਹ ਦੂਤ ਨੂੰ ਫੋਲੋ ਕਰ ਰਿਹਾ ਆ, ਥੱਲੇ ਤੁਰ ਰਿਹਾ ਆ ਤੇ ਬਚਾ ਕੇ ਤੁਰ ਰਿਹਾ, ਕਿਉਂਕਿ ਬਹੁਤ ਸੋਹਣੇ ਨਾਈਸ ਫੁੱਲ ਹੈਗੇ ਨੇ ਥੱਲੇ। ਦੂਤ ਕਹਿੰਦਾ ਡੋਂਟ ਵਰੀ, ਜੇ ਤੂੰ ਫੁੱਲ ਤੇ ਪੈਰ ਰੱਖ ਦੇਗਾ, ਦਿਸ ਫੁੱਲ ਇਜ਼ ਨੋਟ ਗੋਇੰਗ ਟੂ ਡਾਈ। ਸਵਰਗ ਵਿੱਚ ਮੌਤ ਨਹੀਂ ਗਈ, ਸਵਰਗ ਵਿੱਚ ਕੋਈ ਮਰਦਾ ਨਹੀਂ ਗਾ। ਤੇ ਜਦੋਂ ਉਹ ਫੁੱਲ ਤੇ ਪੈਰ ਰੱਖਦਾ, ਛੱਡਦਾ ਤੇ ਦੇਖਦਾ ਮੁੜ ਕੇ ਤੇ ਫੁੱਲ ਹੋਰ ਵੀ ਖਿੰਡ ਜਾਂਦਾ ਤੇ ਉਹਦੇ ਵਿੱਚੋਂ ਪਿਚਕਾਰੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਫ੍ਰੈਗਰੈਂਸ ਦੀਆਂ ਖੁਸ਼ਬੂਆਂ ਦੀਆਂ। ਕਹਿੰਦਾ ਮੈਂ 2-3 ਫੁੱਲਾਂ ਤੇ ਪੈਰ ਰੱਖ ਕੇ ਅੱਗੇ ਗਿਆ ਤੇ ਕਹਿੰਦਾ ਤਾਂ ਮੌਸਮ ਕਹਿੰਦਾ ਐ ਬਣ ਗਿਆ ਵੀ ਜਿੱਦਾਂ ਵਾਓ, ਖੁਸ਼ਬੂ ਚਾਰੋਂ ਪਾਸੇ। ਐਂ ਲੱਗ ਰਿਹਾ ਸੀਗਾ ਕਿ ਚਾਰੋਂ ਪਾਸੇ ਐਸੀਆਂ ਖੁਸ਼ਬੂਆਂ ਆ ਰਹੀਆਂ ਨੇ ਜਿਹੜੀਆਂ ਆਪਾਂ ਕਦੇ ਐਕਸਪੀਰੀਅੰਸ ਵੀ ਨਹੀਂ ਕੀਤੀਆਂ ਹੋਣੀਆਂ। ਵਾਓ, ਜ਼ਬਰਦਸਤ। ਰਾਤ ਕੀ ਗਲੀ ਦੀ ਖੁਸ਼ਬੂ, ਦਿਨ ਦਾ ਰਾਜਾ ਦੀ ਖੁਸ਼ਬੂ, ਸੈਂਡਲਵੁੱਡ ਦੀ ਖੁਸ਼ਬੂ, ਰਾਤ ਕੀ ਰਾਣੀ। ਵਾਹ, ਜ਼ਬਰਦਸਤ। ਕਹਿੰਦਾ ਫਿਰ ਮੈਂ ਗਿਆ ਤੇ ਜਦੋਂ ਕਹਿੰਦਾ ਜਾ ਕੇ ਮੂਹਰੇ ਮੈਂ ਉੱਥੇ ਤੁਰੇ ਗਏ, ਕਹਿੰਦਾ ਨੇੜੇ ਸੀ, ਤੁਰੇ ਗਏ। ਜਦੋਂ ਤੁਰ ਕੇ ਜਾ ਰਹੇ ਸੀ, ਉੱਥੇ ਤੁਰਨ ਦੇ ਨਾਲ ਵੀ ਸਾਨੂੰ ਸ਼ਿਫਟ ਕਰ ਦਿੱਤਾ ਜਦੋਂ ਸੀਗਾ। ਤੁਰਿਆ ਜਾ ਰਿਹਾ ਲੇਕਿਨ ਇੱਕਦਮ ਹੀ ਕੁਛ ਹੁੰਦਾ ਸੀਗਾ, 2 ਕਿਲੋਮੀਟਰ ਹੋ ਰਿਹਾ, 2 ਕਿਲੋਮੀਟਰ ਹੋ ਰਿਹਾ ਅਸੀਂ। ਫਿਰ ਤੁਰੇ ਥੋੜਾ, ਫਿਰ 2 ਕਿਲੋਮੀਟਰ ਹੋਰ ਥੋੜਾ, ਏਦਾਂ ਜਿਹੜਾ ਇੱਥੇ ਏਦਾਂ ਉਹ ਟੈਸਟਮਨੀ ਦੱਸਿਆ। ਫਿਰ ਗਾਹਾਂ ਜਾ ਕੇ ਕਹਿੰਦਾ, ਜਹਾਂ ਜਾ ਕੇ ਮੈਨੂੰ ਕਿਉਰਿਓਸਿਟੀ ਹੋਈ। ਦੂਤ ਕਹਿੰਦਾ ਹੁਣ ਆਪਾਂ ਅੰਦਰ ਜਾਣਾ ਹੈ। ਮੈਨੂੰ ਕਹਿੰਦਾ ਕਿਉਰਿਓਸਿਟੀ ਦੀ ਹੋਈ। ਮੈਂ ਦੇਖਿਆ, ਮੈਂ ਕਿਹਾ ਪਾਰਕਿੰਗ ਲੋਟ ਆ ਤੁਹਾਡਾ, ਸਾਰੀਆਂ ਗੱਡੀਆਂ ਜਿਹੜੀਆਂ ਖੜੀਆਂ ਨੇ ਕੀ ਕਰਦੇ ਪਏ ਨੇ ਇੱਥੇ? ਦੂਤ ਕਹਿੰਦਾ they also have an appointment with Father. My goodness, ਮੈਂ ਤਾਂ ਹੱਕਾ ਰਹਿ ਗਿਆ। ਮੈਂ ਕਿਹਾ what? ਇਹਦਾ ਮਤਲਬ ਉਹ ਲੋਕ ਜਿਹੜੇ ਦੁਨੀਆ ਤੇ ਪ੍ਰੇਅਰ ਕਰਦੇ ਨੇ ਕਿ ਪ੍ਰਭੂ ਜੀ ਮੈਨੂੰ ਇੱਕ ਅਪਾਇੰਟਮੈਂਟ ਦੇ ਦੇ, ਮੈਂ ਤੁਹਾਨੂੰ ਦੇਖਣਾ ਚਾਹੁੰਦਾ ਆ, ਮੈਂ ਤੁਹਾਨੂੰ ਜਾਣਨਾ ਚਾਹੁੰਦਾ ਆ, ਪਲੀਜ਼ ਲਾਰਡ ਗਿਵ ਮੀ ਅਪਾਇੰਟਮੈਂਟ।
ਉਹਨਾਂ ਦੀ ਅਪਾਇੰਟਮੈਂਟ ਇੱਕ ਵਾਰ ਸੁਣੀ ਜਾਂਦੀ ਹੈ ਦੁਨੀਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਭਾਵੇਂ ਸੁੱਤੇ ਹੋਣ, ਭਾਵੇਂ ਉਹ ਖੜੇ ਹੋਣ, ਭਾਵੇਂ ਉਹ ਜਾਗਦੇ ਹੋਣ, ਚਰਚ ਵਿੱਚ ਹੋਣ, ਨਹਾ ਰਹੇ ਹੋਣ, ਧੋ ਰਹੇ ਹੋਣ, ਇੱਕ ਦਿਨ ਪ੍ਰਭੂ ਆਏਗਾ, ਕਹਿੰਦਾ ਲੈਟਸ ਗੋ। ਸ਼ਾਇਦ ਸੁਪਨੇ 'ਚ ਤੈਨੂੰ ਲੈ ਜਾਣ, ਸਰੀਰੀ ਤੌਰ ਤੇ ਨਹੀਂ, ਸੁਪਨੇ 'ਚ ਸ਼ਾਇਦ ਤੈਨੂੰ ਲੈ ਜਾਣ। ਤੁਸੀਂ ਦੇਖੋ ਸਾਰੀ, ਕਹਿੰਦਾ ਸਵਰਗ ਜਾ ਕੇ ਕਹਿੰਦਾ ਮੈਂ ਐਸੀਆਂ ਗੱਲਾਂ ਦੱਸੀਆਂ। ਮੈਂ ਉਹ ਸਾਰੀਆਂ ਗੱਲਾਂ ਫਾਈਲ ਤੇ ਲਿਖਦਾ ਗਿਆ ਜਿਹੜੀਆਂ ਮੈਂ ਦੇਖੀਆਂ ਸੀ, ਗਹਿਰੀਆਂ। ਬਾਅਦ 'ਚ ਕਹਿੰਦਾ ਦੂਤ ਕਹਿੰਦਾ ਫਾਈਲ ਮੈਨੂੰ ਫੜਾ ਦਿਓ, ਕਿਉਂਕਿ ਫਾਈਲ ਤੁਹਾਨੂੰ ਹਜੇ ਦਿੱਤੀ ਨਹੀਂ ਜਾਏਗੀ, ਛੇਤੀ ਹੀ ਦਿੱਤੀ ਜਾਏਗੀ। ਤੇ ਫਿਰ ਸਮਰਲ ਨੇ ਕਿਹਾ, ਕਹਿੰਦਾ ਵੀ ਕੁਝ ਮਹੀਨਿਆਂ ਦੇ ਵਿੱਚ ਜੋ ਪਰਮੇਸ਼ਰ ਮੈਨੂੰ ਬੋਲਦਾ ਗਿਆ, ਉਹ ਚੀਜ਼ਾਂ ਜਿਹੜੀਆਂ ਲਿਖੀਆਂ ਸੀਗੀਆਂ ਮੈਂ ਭੁੱਲ ਗਿਆ ਸੀ ਕੰਪਲੀਟਲੀ 100%, ਲੇਕਿਨ ਉਹ ਜਿਹੜੀਆਂ ਲਿਖੀਆਂ ਸੀ ਜਦੋਂ ਮੈਂ ਪ੍ਰੇਜ ਵਿੱਚ ਬੰਦਾ ਸੀਗਾ, ਉਹ ਇਹ ਤਾਂ ਮੈਂ ਲਿਖੀ ਸੀ ਸਵਰਗ ਵਿੱਚ, ਇਹ ਮੈਂ ਲਿਖੀ ਸੀ ਉਸ ਫਾਈਲ ਤੇ। ਫਿਰ ਇੱਕ ਦਾ ਮਹੀਨਾ ਬਾਅਦ ਉਹ ਵੀ ਮੈਂ ਲਿਖੀ ਸੀ ਫਾਈਲ ਤੇ ਆ ਗਈ। ਨਾਲ ਮੈਨੂੰ ਪਤਾ ਲੱਗਦਾ ਸੀ ਕਦੋਂ ਲਿਖ ਰਿਹਾ ਸੀ ਉਹਨੂੰ, ਉਹਦਾ ਪੂਰਾ ਆਰਾ ਊੜਾ ਮੂਹਰੇ ਆ ਜਾਂਦਾ ਸੀ ਉਹਦਾ। ਇੱਦਾਂ ਤੀਸਰੀ ਚੱਲ ਕਰੀ, ਜਿਹੜੀ ਕੁਛ ਵੀ ਤੂੰ ਲਿਖ ਲਾ ਉਹਨੇ ਫਾਈਲ ਦੇ ਦੇਣੀ ਆ, ਅੱਲਾ ਵੀ ਜਿਹੜਾ ਕੁਛ ਵੀ ਤੂੰ ਲਿਖ ਲਾ ਫਾਈਲ ਤੇ ਜੋ ਕੁਝ ਨਜ਼ਰ ਆਉਂਦਾ ਤੈਨੂੰ ਥੋੜ੍ਹੀ ਜਿਹੀ ਲਿਖ ਲਾ, ਇਹ ਫਾਈਲ ਤੈਨੂੰ ਦਿੱਤੀ ਜਾਵੇਗੀ, ਲੇਕਿਨ ਇਹ ਫਾਈਲ ਤੇਰੀ ਮੈਮਰੀ 'ਚ ਪਾ ਦਿੱਤੀ ਜਾਵੇਗੀ ਆਪਣੇ ਟਾਈਮ ਤੇ। ਤਾਂ ਫਿਰ ਧਰਤੀ ਜਦੋਂ ਆਪਾਂ ਭਗਤੀ ਕਰਦੇ ਹਾਂ, ਧਰਤੀ ਜਦੋਂ ਆਪਾਂ ਪ੍ਰਾਰਥਨਾ ਕਰਦੇ ਹਾਂ, ਧਰਤੀ ਤੇ ਆਪਾਂ ਫਾਸਟਿੰਗ ਰੱਖਦੇ ਹਾਂ, ਆਪਾਂ ਪਵਿੱਤਰਤਾ ਦੇ ਵਿੱਚ ਵੱਧਦੇ ਹਾਂ, ਆਪਾਂ ਇੱਕ ਦੂਸਰੇ ਨੂੰ ਨੀਚਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਇੱਕ ਦੂਸਰੇ ਨੂੰ ਮਹਿਮਾ ਦੇਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਇੱਕ ਦੂਸਰੇ ਦੀਆਂ ਮਹਿਮਾ ਨੂੰ ਲੁੱਟਣ ਦੀ ਕੋਸ਼ਿਸ਼ ਨਹੀਂ ਕਰਦੇ, ਇੱਕ ਦੂਸਰੇ ਦੀ ਮਹਿਮਾ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਹੜੇ ਵੀ ਉਹ ਕੰਮ ਕਰਦੇ ਨੇ ਉਹ ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਕੰਮ ਸਫਲ ਹੋਵੇ, ਉਹਨਾਂ ਦਾ ਕੰਮ ਸਾਤੋਂ ਤੋਂ ਵੀ ਜ਼ਿਆਦਾ ਸਫਲ ਹੋਵੇ, ਉਹਨਾਂ ਦੀ ਵਰਸ਼ਿਪ ਸਾਤੋਂ ਵੀ ਜ਼ਿਆਦਾ ਸਫਲ ਹੋਵੇ। ਕਿਉਂਕਿ ਲੀਡਰਸ ਦਾ ਇਹੀ ਦਿਲ ਦੀ ਭਾਵਨਾ ਹੋਣੀ ਚਾਹੀਦੀ ਹੈ। ਆਮੀਨ। ਜਦੋਂ ਮੈਂ ਦੇਖਿਆ ਕੋਈ ਭੈਣ ਕੰਮ ਕਰ ਰਹੀ ਹੈ, ਸਟਰਗਲ ਕਰ ਰਹੀ ਹੈ, ਮੈਂ ਉਹਨਾਂ ਦੀ ਹੈਲਪ ਕਰ ਰਿਹਾ ਪ੍ਰਭੂ, ਤਾਂ ਕਿ ਉਹ ਪੂਰੀ ਤਰੀਕੇ ਨਾਲ ਸਫਲ ਹੋਵੇ, ਜੋ ਕਰਨਾ ਚਾਹੁੰਦੀ ਹੈ, ਜੋ ਪ੍ਰੈਜ਼ੈਂਟ ਕਰਨਾ ਚਾਹੁੰਦੀ ਹੈ ਉਹ ਸਫਲ ਹੋਵੇ। ਆਪਣੇ ਬੱਚਿਆਂ ਦੇ ਵਿੱਚ ਸੰਡੇ ਸਕੂਲ 'ਚ ਜੋ ਕਰਨਾ ਚਾਹੁੰਦੀ ਹੈ, ਕੋਈ ਸਪੈਸ਼ਲ ਗੀਤ ਗਾ ਰਿਹਾ, ਸਫਲ ਹੋ ਰਹੇ, ਤਾਂ ਕਿ ਬਾਅਦ 'ਚ ਕਹਿਣ ਫਰੇਜ਼ਰ ਸਫਲ ਹੋਵੇ। ਕੋਈ ਸਿਚੁਏਸ਼ਨ ਨਹੀਂ ਹੈ। ਆਮੀਨ। ਉਹਦੇ ਨਾਲ ਜਿਹੜੇ ਆਪਾਂ ਇੰਚਾਰਜ ਹੈਗੇ ਆ, ਜਿਹੜੇ ਆਪਣੀ ਰਿਸਪੌਂਸਿਬਿਲਿਟੀ ਆਪਣੇ ਉੱਤੇ ਆ, ਆਪਾਂ ਵੀ ਸਫਲ ਹੋਵਾਂਗੇ। ਬਰਕਤਾਂ ਆਪਾਂ ਵੀ ਉਹਨੂੰ ਮਿਲਣਗੀਆਂ ਕਿ ਤੁਸੀਂ ਬੜੇ ਧਿਆਨ ਦੇ ਨਾਲ ਇਹ ਕੰਮ ਕੀਤਾ ਆ, ਸਫਲ ਹੋਇਆ, ਪੂਰਾ ਹੋਇਆ। ਇਹਦੀ ਬਰਕਤ ਤੇਰੀ ਮਹਿਮਾ ਪਰਮੇਸ਼ਰ ਨੂੰ ਮਿਲੇਗੀ। ਆਮੀਨ। ਆਓ ਜੀ, ਪਵਿੱਤਰ ਆਤਮਾ ਜੀ, ਮੈਨੂੰ ਪਤਾ ਕਿ ਅੱਜ ਸ਼ਾਇਦ ਬਹੁਤ ਹੀ ਜ਼ਿਆਦਾ ਗਹਿਰਾ ਮਸਾ ਪ੍ਰਭੂ ਜੀ ਮੈਨੂੰ ਤਾਂ ਕਿਹਾ ਗਿਆ ਸੀਗਾ, ਪਾਸਟਰ ਜੀ ਪਲੀਜ਼, ਪਿਛਲੇ ਸੰਡੇ ਮੈਸੇਜ ਬਹੁਤ ਗਹਿਰਾ ਸੀਗਾ, ਪਲੀਜ਼ ਪਾਸਟਰ ਜੀ ਇਸ ਸੰਡੇ ਕੋਈ ਗਹਿਰਾ ਮੈਸੇਜ ਨਾ ਹੋਵੇ, ਨਾ ਦੇਣਾ। ਤਾਂ ਮੈਂ ਇੱਕ ਹੋਰ ਸਿੱਧਾ ਸਾਦਾ 1 2 3 ABC ਤਿਆਰ ਕਰਕੇ ਰੱਖੀ ਸੀਗੀ ਚਰਚ ਦੇ ਵਾਸਤੇ, ਲੇਕਿਨ ਜਾਣੇ ਕਿ ਪਰਮੇਸ਼ਰ ਨੇ ਐਸਾ ਕਮਾਇਆ। I'm drunk right now. रब की हजूरी महसूस कर रहा है। right now I'm drunk right now। खुसतान बना मंदिया रिसा माका मंदिया। कुछ डिस्करेज बैठे हैं ने प्रभु कहते ना खड़े हो जाए। रीमा साता नामा किया कुंदा मिया रूमा नामा सिया। गोडे तकड़े करो, कुछ गोडे कमजोर ने, गोडे तकड़े करो, बामा तकड़े करो, एक दूसरे दी बामा तकड़ियां करो, एक दूसरे दे गोडे तकड़े करो, अपने आप को तकड़ा कर। बी स्ट्रॉन्ग, बी इंकरेजर्स। Rukumanda namandia saita ma sutu तू स्पेशल है। खाइसा माँ का दाना मंदिया तू बहुत स्पेशल है। कीसा मामना नामंदिया रावा किया रब को तेरे स्पेशल गिफ्ट तैयार करके रखे ने, बरकतां तैयार करके रखी है तेरी जिंदगी दे विच। मीसा मातो मोको माँ ममदा रावा सुत्रवा कंद्रदी हूँ महरू खुरमनो खुरमनो खांदरू राखाला ही किया खुसतो। ये समा आ गया है चर्च ਜਦੋਂ ਆਪਾਂ ਸੈਂਟੀਫਿਕੇਸ਼ਨ ਨੂੰ ਪਾਲਣਾ ਆ। ਇਹ ਸਮਾਂ ਆ ਗਿਆ ਆ ਜਦੋਂ ਆਪਾਂ ਇੰਟੈਗ੍ਰਿਟੀ ਨੂੰ ਪਾਲਣਾ। ਇਹ ਸਮਾਂ ਆ ਗਿਆ ਆ ਜਦੋਂ ਆਪਾਂ ਪਵਿੱਤਰ ਆਤਮਾ ਨੂੰ ਪਾਲਣਾ ਆ। ਇਹ ਸਮਾਂ ਆ ਗਿਆ ਆ ਜਦੋਂ ਆਪਾਂ ਪਰਮੇਸ਼ਰ ਦੀ ਹਜ਼ੂਰੀ ਨੂੰ ਪਾਲਣਾ ਆ। ਉਹਨੂੰ ਪਾਲਣਾ ਆ ਜੋ ਪਰਮੇਸ਼ਰ ਵੱਲੋਂ ਆ, ਉਹਦੇ ਵਚਨ ਦੀਆਂ ਖਜ਼ਾਨਾਂ ਨੂੰ, ਉਹਨੇ ਵਚਨ ਦੀਆਂ ਗਹਿਰਾਈਆਂ ਨੂੰ ਪਾਲਣਾ ਆ। ਭਰਾਵੋ ਤੇ ਭੈਣੋ, ਪਾਲੋ ਤੇ ਤੁਸੀਂ ਪ੍ਰਾਪਤ ਕਰੋਗੇ। ਸਾਈ ਗੰਦੂ ਮੰਗਾਂਦਾਂਦੀ ਖੂਸਾ ਤੂ ਮਾਕਾਂਦਾਲਾਕੀ रूसा बमदा नामा देखा मीका बूसा बमदा ना राहु कोबा
ਲੂਕਰਬਾ ਹਰਬਦੀ ਰੀਖਾ ਦੀਆਂ ਰੁਕੂਮਾ। ਪਵਿੱਤਰ ਆਤਮਾ ਆਖਦਾ ਹੈ ਕਿ ਇਹਨਾਂ ਦਿਨਾਂ ਵਿੱਚ ਮੈਂ ਚਰਚ ਨੂੰ ਇਹ ਗਿਫਟਿੰਗ ਇੰਟਰੋਡਿਊਸ ਕਰਨ ਜਾ ਰਿਹਾ ਹਾਂ। ਹੌਲੀ ਹੌਲੀ ਗਿਫਟਸ ਇੰਟਰੋਡਿਊਸ ਹੋਣਗੇ ਤੁਹਾਡੀਆਂ ਜ਼ਿੰਦਗੀਆਂ 'ਚ। ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਆਪਣੀਆਂ ਜ਼ਿੰਦਗੀਆਂ ਨੂੰ ਦੁਨੀਆ ਦੀਆਂ ਗਲਤੀਆਂ ਤੋਂ, ਦੁਨੀਆ ਦੀਆਂ ਕਮਜ਼ੋਰੀਆਂ ਤੋਂ, ਪਾਪ ਦੀ ਪਾਪ ਦੇ ਗੁਨਾਹਾਂ ਤੋਂ, ਪਾਪ ਦੀ ਜ਼ਿੰਦਗੀ ਤੋਂ ਦੂਰ ਰੱਖਣਾ ਆ। ਕਿਉਂਕਿ ਇਹ ਜ਼ਰੂਰੀ ਹੈ ਕਿ ਗਿਫਟ ਲੈਣ ਦੇ ਵਾਸਤੇ ਤੁਹਾਡੀ ਜ਼ਿੰਦਗੀ ਸੈਂਟੀਫਿਕੇਸ਼ਨ ਦੇ ਨਾਲ ਭਰੀ ਹੋਵੇ। ਤੁਹਾਡੀ ਜ਼ਿੰਦਗੀ ਦੇ ਮੂੰਹ ਦੇ ਵਿੱਚ, ਖਾਸ ਤੌਰ ਤੇ ਮੂੰਹ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਨਿਕਲਣੀ ਚਾਹੀਦੀ ਜਿਹੜੇ ਪਰਮੇਸ਼ਰ ਦੇ ਪਲਾਨ ਨੂੰ ਰੋਕ ਸਕਣ। ਨਹੀਂ ਨਿਕਲਣਾ ਚਾਹੁੰਦੇ, ਨਹੀਂ ਨਿਕਲਣੇ ਚਾਹੀਦੇ। ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚੇ ਸ਼ੁਰੂ ਹੋ ਗਏ ਨੇ। ਆਪਣੇ ਬੱਚੇ ਇਹਨਾਂ ਦਿਨਾਂ ਦੇ ਵਿੱਚ ਥਿਓਫਾਨੀਸ ਐਕਸਪੀਰੀਅੰਸ ਕਰ ਰਹੇ ਨੇ। ਥਿਓਫਾਨੀਸ ਕਿ ਤੁਸੀਂ ਅੱਖਾਂ ਖੋਲ ਕੇ ਵੀ ਰੂਹਾਨੀ ਚੀਜ਼ਾਂ ਦੇਖ ਸਕਦੇ ਆ। ਤੁਸੀਂ ਰੂਹਾਨੀ ਚੀਜ਼ਾਂ ਅੱਖਾਂ ਬੰਦ ਨਾਲ ਵੀ ਦੇਖ ਸਕਦੇ ਹੋ। ਤੁਹਾਡੇ ਉੱਤੇ ਗਿਫਟਿੰਗ, ਤੁਹਾਡੇ ਉੱਤੇ ਪਰਮੇਸ਼ਰ ਦਾ ਨਜ਼ਰਾਨਾ, ਤੁਹਾਡੇ ਉੱਤੇ ਦੂਤਾਂ ਦਾ ਪਹਿਰਾ ਨਜ਼ਰ ਆਉਣਾ। ਕੋਈ ਭੈਣ ਮੈਨੂੰ ਦੱਸਦੀ ਸੀਗੀ ਕਿ ਅੱਜ ਸਵੇਰ ਦੀ ਗੱਲ ਆ ਕਿ ਪਾਸੇ ਜੀ ਮੈਂ ਬੈਠੀ ਹੋਣੀ ਆ, ਝੜਦੇ ਨੇ ਕੋਈ ਚੀਜ਼ ਮੇਰੇ ਕੋਲ ਦੀ ਲੰਘ ਜਾਂਦੀ ਆ। ਮੈਂ ਬੈਠੀ ਹੋਣੀ ਆ, ਕੋਈ ਚੀਜ਼ ਮੇਰੇ ਵੱਲ ਦੀ ਲੰਘ ਜਾਂਦੀ ਆ। ਕੋਈ ਬੈਠੀ ਹੋਣੀ ਆ, ਅੱਖਾਂ ਖੋਲ ਲਿਆ, ਮੈਨੂੰ ਬਸ ਥੋੜਾ ਜਿਹਾ ਹੀ ਹਵਾ ਜੀ ਨਜ਼ਰ ਆਉਂਦੀ, ਏਦਾਂ ਕੁਛ ਨਹੀਂ। ਮੈਂ ਕਿਹਾ ਕੀ ਆ? ਤੇ ਕਹਿੰਦੀ ਦੂਤ ਨੇ। ਮੈਂ ਕਿਹਾ ਪਰਮੇਸ਼ਰ ਦਾ ਵਚਨ ਨਹੀਂ ਦੱਸਦਾ ਹੈ ਕੋਈ ਦੂਤ ਨੇ। ਪਰਮੇਸ਼ਰ ਦੇ ਦੂਤ ਹਮੇਸ਼ਾ ਨਾਲ ਨੇ, ਲੇਕਿਨ ਉਹ ਤੁਹਾਨੂੰ ਵਿੱਚ ਨਜ਼ਰ ਆਉਣ ਲੱਗ ਜਾਣਗੇ ਕਿਉਂਕਿ ਤੁਹਾਡੀ ਰੂਹਾਨੀ ਅੱਖਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ। ਆਮੀਨ। ਅਸਲੀ ਜ਼ਿੰਦਗੀ ਦਾ ਜੀਣਾ ਉਦੋਂ ਹੀ ਆ ਜਦੋਂ ਤੁਸੀਂ ਰੂਹਾਨੀ ਤੌਰ ਤੇ ਫਿੱਟ ਹੋਗੇ, ਜਦੋਂ ਤੁਸੀਂ ਰੂਹਾਨੀ ਤੌਰ ਤੇ ਇੰਸਟਾਲਡ ਹੋਗੇ। ਕੋਈ ਵੀ ਮਕੈਨਰੀ, ਕੋਈ ਕੰਪਿਊਟਰ, ਕੋਈ ਫੋਨ ਜਦ ਤੱਕ ਪੂਰੀ ਤਰੀਕੇ ਨਾਲ ਫਿੱਟ ਨਾ ਕਰ ਦੇਣ, ਜਦ ਤੱਕ ਪੂਰੀ ਤਰੀਕੇ ਦੇ ਨਾਲ ਉਹ ਕਹਿ ਲਓ ਕਿ ਅਪਗ੍ਰੇਡ ਨਾ ਕਰ ਦੇਣ, ਜਦ ਤੱਕ ਉਹ ਪੂਰੀ ਤਰੀਕੇ ਦੇ ਨਾਲ ਉਹਦੇ ਵਿੱਚ ਸੌਫਟਵੇਅਰ ਪਾ ਕੇ ਨਵਾਂ ਸੌਫਟਵੇਅਰ ਉਹਨਾਂ ਉਹਦੇ ਵਿੱਚ ਡਾਊਨਲੋਡ ਕਰਕੇ ਇੰਸਟਾਲ ਨਾ ਕਰ ਦੇਣ, ਉਹ ਫੋਨ ਪੂਰੀ ਤਰ੍ਹਾਂ ਦੇ ਨਾਲ ਤਿਆਰ ਨਹੀਂ ਹੁੰਦਾ। ਜਦੋਂ ਤਿਆਰ ਹੋ ਗਿਆ ਉਹ ਤੋਂ ਬਾਅਦ ਤੁਹਾਨੂੰ ਦੇ ਦੇਣਗੇ। ਉਦੋਂ ਤੁਸੀਂ ਫੋਟੋਆਂ ਖਿੱਚ ਸਕੋਗੇ, ਵੀਡੀਓ ਬਣਾ ਸਕੋਗੇ, ਵੱਡੇ ਕੰਮ ਕਰ ਸਕੋਗੇ ਤੁਹਾਡੇ ਫੋਨਾਂ ਤੇ। ਬੜੀ ਮਿਹਨਤ ਕੀਤੀ ਇਹਨਾਂ ਨੇ, ਬੜੇ ਦਿਨ ਲੱਗੇ ਰਹੇ ਜਹਾਜ਼ ਤਿਆਰ ਕਰਦੇ, ਬੜੇ ਦਿਨ ਲੱਗੇ ਰਹੇ। ਰੂਹਾਨੀ ਤੌਰ ਤੇ ਪ੍ਰਭੂ ਦਾ ਵਚਨ ਕਹਿੰਦਾ ਮੇਰਾ ਪਿਤਾ ਵੀ ਕੰਮ ਕਰਦਾ ਆ, ਮੈਂ ਵੀ ਕੰਮ ਕਰਦਾ ਆ। ਤੇ ਪ੍ਰਭੂ ਯਿਸੂ ਮਸੀਹ ਜੀ ਨੂੰ ਪੁਰਾਣੇ ਨੇਮ ਤੋਂ ਛੱਡ ਕੇ ਤਕਰੀਬਨ 2000 ਸਾਲ ਹੋ ਗਏ ਨੇ, ਹਨਾ। 2000 ਤੋਂ ਪਹਿਲਾਂ ਆਦਮ ਤੇ ਹਵਾ ਤੋਂ ਲੈ ਕੇ 6000 ਨੇ। 6000 ਸਾਲ ਰੱਬ ਤਿਆਰ ਕਰਦਾ ਰਿਹਾ ਤਾਂ ਕਿ ਉਹਦਾ ਪੁੱਤਰ ਧਰਤੀ ਤੇ ਉਤਰ ਕੇ ਉਹ ਬਰਕਤ ਸਾਡੇ ਹਵਾਲੇ ਕਰ ਦੇ। ਹੁਣ ਸਾਡੀ ਜ਼ਿੰਮੇਵਾਰੀ ਹੈ ਤਿਆਰੀ ਕਰਨ ਦੀ। ਇੱਕ ਕਰਕੇ ਸਾਰਾ ਕੁਝ ਬਾਹਰ ਕੱਢਦੇ ਰਹੋ। ਇੱਕ ਬਾਲ ਬਾਹਰ ਕੱਢਦੇ ਹੋ, ਇੱਕ ਤਿਨਕਾ ਬਾਹਰ ਕੱਢਦੇ ਹੋ, ਇੱਕ ਚੀਜ਼, ਇੱਕ ਲਿਸਟ ਬਣਾ ਲਓ। ਕੀ ਲਿਸਟ ਆ ਜੀ ਤੁਹਾਡੇ ਕੋਲੇ? ਪ੍ਰਭੂ ਜੀ ਮੇਰੇ ਤੋਂ ਚੁਗਲੀ ਹੋ ਜਾਂਦੀ ਹੈ, ਓਕੇ ਲਿਖ ਲਓ। ਪ੍ਰਭੂ ਜੀ ਮੈਨੂੰ ਤੋਂ ਦਸਤਾਨਾ ਨਹੀਂ ਦਿੱਤਾ ਜਾਂਦਾ, ਲਿਖ ਲਓ। ਪ੍ਰਭੂ ਜੀ ਮੈਂ ਨਾਟਕ ਸ਼ਾਟਕ ਜ਼ਿਆਦਾ ਦੇਖਣ ਲੱਗ ਗਿਆ, ਪ੍ਰਭੂ ਜੀ ਕੀ ਕਰਾਂ, ਸੋਹਣੇ ਹੁੰਦੇ ਨੇ, ਲਿਖ ਲਓ। ਪ੍ਰਭੂ ਜੀ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ, ਛੋਲੇ ਭਟੂਰੇ ਹੋਣ ਤਾਂ 4-5 ਖਾ ਜਾਂਦੀਆਂ ਪਾਸਟਰ ਜੀ, ਲਿਖ ਲਓ, ਹਨਾ। ਇਸ ਟੌਪਿਕ ਤੇ ਰੱਬ ਕਿਰਪਾ ਕਰੇਗਾ। ਲਿਖੀ ਕਮਜ਼ੋਰੀਆਂ ਲਿਖੀ ਚਲੋ, ਆਪਣੇ ਪਾਪ ਲਿਖੀ ਚਲੋ। ਵਿੱਚ ਪ੍ਰਭੂ ਜੀ ਮੈਂ ਕੁੱਟ ਲਾ ਲੈਣਾ ਚਾਹ ਦਾ, ਲਿਖ ਲਓ। ਵਿੱਚ ਪ੍ਰਭੂ ਜੀ ਮੈਂ ਆਹ ਕਰ ਦਿੰਦਾ ਆ। ਇੱਕ ਕਰਕੇ ਤੁਸੀਂ ਪ੍ਰਭੂ ਨੂੰ ਕਹੋ, ਪ੍ਰਭੂ ਜੀ ਇਹਨਾਂ ਸਾਰਿਆਂ ਚੋਂ ਇੱਕ ਕਰਕੇ ਮੈਂ ਆਪਣੀ ਜ਼ਿੰਦਗੀ ਤੋਂ ਦੂਰ ਕੱਢੂੰਗਾ, ਮੇਰੀ ਮਦਦ ਕਰੋ। ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ 'ਚ ਪ੍ਰਭੂ ਜੀ ਸਾਰੇ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਇਹ ਨੋਟ ਕੀਤੇ ਨੇ ਪੁਆਇੰਟਸ, ਇਹ ਸਾਰੀਆਂ ਚੀਜ਼ਾਂ ਲਿਖੀਆਂ ਨੇ, ਮੇਰੀ ਪ੍ਰਾਰਥਨਾ ਕਿ ਅੱਜ ਤੋਂ ਹੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚੋਂ ਕੱਢਣੀਆਂ ਸ਼ੁਰੂ ਕਰ ਦਈਏ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਡਿਵਾਉਣੀਆਂ ਚਾਹੁੰਦੀਆਂ ਨੇ। ਉਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਚੋਂ ਨਿਕਲ ਜਾਣ ਕਿ ਸੱਚੇ ਪਰਮਾਤਮਾ ਦੀ ਬਰਕਤ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਸਭਨਾਂ ਨਾਲ ਬਣੀ ਰਹੇ ਤਾਂ ਕਿ ਪ੍ਰਭੂ ਜੀ ਅਸੀਂ ਰਿਵਾਈਵਲ ਐਕਸਪੀਰੀਅੰਸ ਕਰ ਸਕੀਏ ਇਹਨਾਂ ਦਿਨਾਂ ਦੇ ਵਿੱਚ। ਜਦੋਂ ਕੋਈ ਪਾਣੀ ਦਾ ਜਹਾਜ਼ ਡੁੱਬਦਾ, ਹਵਾ ਦਾ ਵੀ ਜਦੋਂ ਕੋਈ ਜਹਾਜ਼ ਡੁੱਬਦਾ ਨਾ, ਸਭ ਤੋਂ ਪਹਿਲਾਂ ਤਾਂ ਜਿਹੜੇ ਚੂਹੇ, ਰੈਟਸ, ਚੂਹੀਏ, ਜਿਹੜੇ ਰੈਟਸ ਹੁੰਦੇ ਨੇ, ਮਾਊਸ, ਸਭ ਤੋਂ ਪਹਿਲਾਂ ਉਹ ਜਹਾਜ਼ ਨੂੰ ਛੱਡ ਕੇ ਭੱਜਦੇ ਨੇ।
ਉਸ ਤੋਂ ਬਾਅਦ ਜਿਹੜੇ ਲੀਡਰਸ ਹੁੰਦੇ ਨੇ ਜਹਾਜ਼ ਦੇ, ਉਹ ਕਹਿੰਦੇ ਨੇ, ਚੜਦੇ ਨੇ, ਚੱਕੋ ਤੁਸੀਂ ਆ ਫਰਿੱਜ ਨੂੰ ਚੱਕੋ ਜੀ, ਪਾਣੀ 'ਚ ਮਾਰੋ ਚੱਕ ਕੇ, ਤੁਸੀਂ ਆ ਫਰਿੱਜ ਨੂੰ ਚੱਕੋ, ਪਾਣੀ 'ਚ ਮਾਰੋ, ਤੁਸੀਂ ਆਹ ਵਾਸ਼ਿੰਗ ਮਸ਼ੀਨ ਨੂੰ ਚੱਕੋ, ਪਾਣੀ 'ਚ ਮਾਰੋ, ਤੁਸੀਂ ਆਹ ਵਾਸ਼ਰ ਡਰਾਇਰ ਨੂੰ ਚੱਕੋ, ਪਾਣੀ 'ਚ ਮਾਰੋ, ਤੁਸੀਂ ਆਹ ਵੱਡੇ ਸਾਰੇ ਲੋਹੇ ਦੇ ਭਾਂਡੇ ਨੂੰ ਚੱਕੋ, ਪਾਣੀ 'ਚ ਮਾਰੋ। ਲਗੇਜਸ ਦਾ ਕੀ ਕਰਨਾ? ਲਗੇਜਸ ਸਾਰਿਆਂ ਦੇ ਪਾਣੀ 'ਚ ਰੋੜ ਦਿਓ, ਤੁਸੀਂ ਲਗੇਜਸ ਸਾਰਿਆਂ ਦੇ ਪਾਣੀ 'ਚ ਰੋੜ ਦਿਓ। ਠੀਕ ਹੈ ਜੀ। ਤੇ ਵੱਡੀਆਂ ਪੇਟੀਆਂ ਜਿਹੜੀਆਂ ਥੱਲੇ ਪਈਆਂ ਹੈਗੀਆਂ ਨੇ ਜਹਾਜ਼ ਦੇ, ਪੇਟੀਆਂ ਨੂੰ ਜਾਣ ਦਿਓ ਪਾਣੀ ਦੇ ਵਿੱਚ, ਵੱਡੇ ਪੇਟੇ ਜਾਣ ਦਿਓ ਪਾਣੀ ਦੇ ਵਿੱਚ ਸਾਰੇ। ਮਤਲਬ ਉਹ ਐਸੀਆਂ ਚੀਜ਼ਾਂ ਜਹਾਜ਼ 'ਚੋਂ ਕੱਢ ਦੇਣਗੇ, ਛੱਡ ਦੇਣਗੇ, ਜਿਹਦੇ ਨਾਲ ਉਹਨਾਂ ਦਾ ਜਹਾਜ਼ ਡੁੱਬੇ ਨਾ, ਬਲਕਿ ਹੋਰ ਵੀ ਜ਼ਿਆਦਾ ਚੰਗੇ ਤਰੀਕੇ ਨਾਲ ਤੈਰੇ ਤੇ ਤੇਜ਼ ਰਫ਼ਤਾਰ ਦੇ ਨਾਲ ਅੱਗੇ ਜਾਵੇ। ਤੇਜ਼ ਰਫ਼ਤਾਰ ਨਾਲ ਤੁਰਨਾ ਚਾਹੁੰਦੇ ਹੋ? ਬਹੁਤ ਸਾਰੀਆਂ ਚੀਜ਼ਾਂ ਪ੍ਰਭੂ ਨੇ ਘਟਾ ਦੇਣੀਆਂ ਨੇ। ਲਿਸਟ ਬਣਾ ਲਓ ਤੁਸੀਂ ਅੱਜ ਲਿਖਦੇ ਹੋਏ, ਕਿਹੜੀ ਚੀਜ਼ ਕੱਢਣੀ ਹੈ ਤੁਹਾਡੀ ਜ਼ਿੰਦਗੀ 'ਚੋਂ। ਉਹ ਲਿਸਟ ਪ੍ਰਭੂ ਦੇ ਹੱਥ ਵਿੱਚ ਰੱਖੋ ਤੇ ਉੱਤੇ ਰੱਖੋ ਆਪਣਾ ਹੱਥ, ਤੇ ਪ੍ਰਭੂ ਜੀ ਕੋ ਇਸ ਲਿਸਟ ਨੂੰ, ਇਹ ਲਿਸਟ ਗਈ ਮੇਰੀ ਜ਼ਿੰਦਗੀ 'ਚੋਂ, ਇਹ ਗਈ ਮੇਰੀ ਜ਼ਿੰਦਗੀ 'ਚੋਂ, ਯਿਸੂ ਨਾਮ 'ਚ। ਤੂੰ ਤਾਂ ਗਈ ਮੇਰੀ ਜ਼ਿੰਦਗੀ 'ਚੋਂ, ਤੂੰ ਵੀ ਗਈ ਮੇਰੀ ਜ਼ਿੰਦਗੀ 'ਚੋਂ, ਤੂੰ ਵੀ ਗਈ ਮੇਰੀ ਜ਼ਿੰਦਗੀ 'ਚੋਂ। ਬੜਾ ਪ੍ਰਭੂ ਦਾ ਸੇਵਕ ਹੋਇਆ ਐਲਨ, ਇਹ ਪ੍ਰੋਫੈਟ ਸੀਗਾ ਇੱਕ। ਇਹਦੇ ਪ੍ਰਭੂ ਨੇ ਉਹਨਾਂ ਨਾਲ ਗੱਲ ਕੀਤੀ। ਪ੍ਰਭੂ ਕਹਿੰਦਾ ਵੀ ਤੇਰੇ ਵਿੱਚ ਕਾਫੀ ਕੁਛ ਹੈ, ਲਿਸਟ ਬਣਾ, ਕਹਿੰਦਾ ਮੈਂ ਇੱਕ ਇੱਕ ਕੱਢੂ। ਐਲਨ ਕਹਿੰਦਾ ਮੈਂ ਤਾਂ ਕਰਨਾ ਚਾਹੁੰਦਾ ਹਾਂ ਪ੍ਰਭੂ, ਮੇਰੀ ਮਦਦ ਕਰ। ਉਹਨੇ ਲਿਸਟ ਬਣਾ ਲਈ, ਇੱਕ ਵਾਰ ਫਾਸਟਿੰਗ ਕੀਤੀ, 1-2 ਦਿਨ ਦੀ ਲਿਸਟ ਬਣਾ ਲਈ। ਉਹ ਤੋਂ ਬਾਅਦ ਪਰਮੇਸ਼ਰ ਨੇ ਉਹ ਲਿਸਟ ਵਿੱਚ ਲਿਖਤਾ ਗਿਆ, 6-7 ਪੁਆਇੰਟ ਸੀਗੇ। ਉਹਨੇ ਪਹਿਲੇ 2-3 ਤਾਂ ਕੱਢ ਦਿੱਤੇ ਹੈਗੇ ਨੇ ਮਹੀਨੇ ਦੇ ਵਿੱਚ ਹੀ, ਬਾਕੀ ਦੇ ਜਿਹੜੇ 3-4 ਸੀਗੇ ਇਹਨੂੰ ਲੱਗੇ 2-3 ਮਹੀਨੇ ਹੋਣ। ਬਾਕੀ ਦੇ ਜਿਹੜਾ 1 ਜਾਂ 2 ਪੁਆਇੰਟ ਸੀ ਆਖਰੀ, ਉਹਨੂੰ ਲੱਗੇ ਤਕਰੀਬਨ 5-6 ਮਹੀਨੇ। 6 ਮਹੀਨੇ ਤੋਂ ਬਾਅਦ ਉਹ ਕਹਿੰਦਾ ਪ੍ਰਭੂ ਜੀ ਮੇਰੀ ਲਿਸਟ ਕਲੀਅਰ ਆ, 7 ਦੀਆਂ 7 ਚੀਜ਼ਾਂ ਬਾਹਰ ਨੇ। ਮੈਨੂੰ ਗੋਡੀਆਂ ਲਾ ਲੀਆਂ ਤੇ ਪ੍ਰਭੂ ਨੂੰ ਕਹਿੰਦਾ ਪ੍ਰਭੂ ਹੁਣ ਦੱਸ ਤੂੰ ਕੀ ਕਹਿਣਾ ਆਪਣੇ ਸੇਵਕ ਨੂੰ, ਤਾਂ ਕਿ ਮੈਂ ਤੇਰੀ ਸੇਵਾ ਕਰ ਸਕਾਂ। ਪ੍ਰਭੂ ਦੀ ਆਵਾਜ਼ ਆਈ, ਪ੍ਰਭੂ ਨੇ ਐਸੀ ਮਿਨਿਸਟਰੀ ਦਿਖਾਈ। ਪ੍ਰਭੂ ਦੇ ਪੈਰੋਂ 40-40 ਟਰੱਕਸ ਆਉਂਦੇ ਹੁੰਦੇ ਸੀਗੇ, 40-40 ਕੀ ਲੈਣ ਵਾਸਤੇ? ਲੱਕੜੀ ਦੀਆਂ ਫੌੜੀਆਂ ਲੈਣ ਵਾਸਤੇ, ਉਹਨਾਂ ਲੋਕਾਂ ਦੀਆਂ ਜਿਹੜੀਆਂ ਕਰੂਸੇਡ ਦੇ ਵਿੱਚ ਹੀਲ ਹੋ ਜਾਂਦੇ ਸੀ। ਦੇਖੋ ਤੁਸੀਂ, 40 ਟਰੱਕ ਜਾ ਕੇ ਭਰ ਕੇ 40 ਟਰੱਕ ਜਾਂਦੇ ਸੀ, ਫੌੜੀਆਂ ਨੂੰ ਸਿੱਟ ਕੇ ਉਹਨਾਂ ਨੂੰ ਅੱਗ ਲਾ ਕੇ ਆਉਂਦੇ ਸੀ, ਕਿਉਂਕਿ ਇੰਨੇ ਸਾਰੇ ਲੋਕ were healed in the crusade by Joshua and Allen। Amen। Allen ਪਰਮੇਸ਼ਰ ਦਾ ਸੇਵਕ ਸੀ, ਬਹੁਤ ਵੱਡਾ। ਪਰਮੇਸ਼ਰ ਨੂੰ ਬਰਕਤ ਦੇਵੇ। God bless you ਸਾਰਿਆਂ ਨੂੰ। ਅੱਜ ਚੜ ਜਾਏਗਾ, ਕੱਲ ਮੁਲਾਕਾਤ ਹੋਗੀ। ਛੋਲੇ ਭਟੂਰੇ ਖਾਣੇ ਨੇ ਸਭ ਤੋਂ ਪਹਿਲਾਂ ਤਾਂ, ਉਹ ਵੀ ਕੜਕਦੇ ਮਿਰਚਾਂ ਦੇ ਨਾਲ ਭੈਣੋ, ਮਿਰਚਾਂ ਦੇ ਨਾਲ। ਜੈ ਮਸੀਹ ਦੀ। ਮਿਸ ਯੂ ਆਲ, ਲਵ ਯੂ ਆਲ।